one. So whoever joins later will join. But I'm going to start on today's session. So last week ਅਸੀਂ ਲਾਵਾਂ ਦੀ ਆਨੰਦ ਕਾਰਜ ਦੀ ਜਿਹੜੀ ਸੈਰੇਮਨੀ ਦੀਆਂ ਜਿਹੜੀਆਂ 4 ਲਾਵਾਂ ਜਿਹੜੀਆਂ ਹਨ ਉਹਦੇ ਉੱਤੇ ਡਿਸਕਸ਼ਨ ਕਰਨੀ ਸ਼ੁਰੂ ਕੀਤੀ ਸੀ ਤੇ ਉਸ ਡਿਸਕਸ਼ਨ ਵਿੱਚ ਅਸੀਂ ਪਹਿਲੇ 2 ਲਾਵਾਂ ਜਿਹੜੀਆਂ ਹਨ ਕਵਰ ਕੀਤੀਆਂ ਹਨ। ਪਹਿਲੀਆਂ 2 ਲਾਵਾਂ ਵਿੱਚ ਪਹਿਲੀ ਲਾਮ ਦੀ ਜਿਹੜਾ ਫੋਕਸ ਜਿਹੜਾ ਸੀ ਉਹ ਪ੍ਰਵਿਰਤੀ ਕਰਮ ਦੇ ਉੱਤੇ ਸੀ। ਪ੍ਰਵਿਰਤੀ ਕਰਮ ਜਿਹੜਾ ਆ ਬਲਰਾਮ ਜੀਓ ਤੇ I gave some examples. I tried to explain last week ਕਿ ਸ਼ਲੋਕ ਸੰਸਕ੍ਰਿਤੀ ਤੋਂ ਪ੍ਰਵਿਰਤੀ ਦੀ ਐਗਜ਼ਾਮਪਲ ਦੇ ਕੇ ਵੀ ਪ੍ਰਵਿਰਤੀ is a worldly way whereby ਸੁਖ ਦੁੱਖ ਊਚ ਨੀਚ ਗਰੀਬੀ ਅਮੀਰੀ ਇਹ ਸਾਰਾ ਕੁਝ ਨਾਲ ਨਾਲ ਚੱਲਦਾ ਹੈ ਤੇ ਗੁਰੂ ਇਸ ਚੀਜ਼ ਨੂੰ ਦ੍ਰਿੜ ਕਰਾਉਂਦੇ ਹਨ ਪਹਿਲੀ ਲਾਮ ਵਿੱਚ ਕਿ ਪ੍ਰਵਿਰਤੀ ਦੇ ਕੰਮ ਵਿੱਚ ਤੁਸੀਂ ਦ੍ਰਿੜ ਹੋ ਜਾਓ ਤੇ ਬਾਣੀ ਨੂੰ ਦ੍ਰਿੜ ਕਰੋ, ਨਾਮ ਨੂੰ ਦ੍ਰਿੜ ਕਰੋ, ਸਤਸੰਗਤ ਨੂੰ ਦ੍ਰਿੜ ਕਰੋ। ਜੇ ਇਹਨਾਂ ਚੀਜ਼ਾਂ ਨੂੰ ਦ੍ਰਿੜ ਕਰੋਗੇ ਤੇ ਪ੍ਰਵਿਰਤੀ ਦੇ ਮਾਰਗ ਤੇ ਚੱਲਣ ਤੁਹਾਨੂੰ ਸੋਖ ਆਵੇਗੀ। ਇਹ ਚੀਜ਼ ਸਮਝਾ ਕੇ ਫਿਰ ਦੂਜੀ ਲਾਮ ਵਿੱਚ ਮਹਾਰਾਜ ਉਪਦੇਸ਼ ਦਿੰਦੇ ਹਨ ਇੱਥੇ ਦੂਜੀ ਲਾਮ ਵਿੱਚ ਕਿ ਦੂਜੀ ਲਾਮ ਦਾ ਉਪਦੇਸ਼ ਇਹ ਹੈ ਕਿ ਪ੍ਰਮਾਤਮਾ ਸਤਿਗੁਰ ਪੁਰਖ ਨੂੰ ਮਿਲਣਾ ਤੇ ਹਜ਼ੂਰੀ ਵਾਲਾ ਜੀਵਨ ਜੀਵਣਾ ਤੇ ਜਿਹੜਾ ਹਜ਼ੂਰੀ ਵਾਲਾ ਜੀਵਨ ਜਿਹੜਾ ਹੈ ਉਹਦੀ ਮੈਂ ਐਗਜ਼ਾਮਪਲ ਦਿੱਤੀ ਸੀ that is assuming ਕਿ ਤੁਹਾਡੇ ਕੋਲ ਕੋਈ ਹਮੇਸ਼ਾ ਹੈ ਜਾਂ ਤੁਹਾਨੂੰ ਕੋਈ ਹਮੇਸ਼ਾ ਦੇਖ ਰਿਹਾ ਹੈ। ਉਹ ਚਾਹੇ ਭਗਤ ਤੇ ਪ੍ਰਮਾਤਮਾ ਦੀ ਰਿਲੇਸ਼ਨਸ਼ਿਪ ਵਿੱਚ ਹੋਵੇ ਉਹ ਤਾਂ ਵੀ ਵੈਲਿਡ ਹੈ ਤੇ ਨਵੇਂ ਵਿਆਹਣ ਵਾਲੇ ਦੰਪਤੀ ਦੇ ਜੀਵਨ ਵਿੱਚ ਹੋਵੇ ਤਾਂ ਵੀ ਵੈਲਿਡ ਹੈ ਕਿ ਦੋਨੋਂ ਇੱਕ ਦੂਸਰੇ ਦੀ ਪ੍ਰੈਜ਼ੈਂਸ ਵਿੱਚ ਰਹਿਣ। ਹਮੇਸ਼ਾ ਜਦੋਂ ਪ੍ਰੈਜ਼ੈਂਸ ਵਿੱਚ ਰਹਿੰਦਾ ਹੈ ਬੰਦਾ ਹਜ਼ੂਰੀ ਵਿੱਚ ਰਹਿੰਦਾ ਹੈ ਇੱਕ ਤੇ ਉਹਦੇ ਡਰ ਖਤਮ ਹੋ ਜਾਂਦੇ ਹਨ ਕਿਉਂਕਿ ਮਹਿਸੂਸ ਹੁੰਦਾ ਕੋਈ ਮੇਰੇ ਨਾਲ ਹਮੇਸ਼ਾ ਹੈ ਔਰ ਦੂਸਰੀ ਗੱਲ ਉਸ ਬੰਦੇ ਨੂੰ ਫਿਰ ਕੋਈ ਬੁਰਾ ਚਿਤਰਨ ਵਾਸਤੇ ਕੋਈ ਪਾਪ ਕਰਨ ਵਾਸਤੇ ਜਾਂ ਕੋਈ ਇਹੋ ਜਿਹੀ ਚੀਜ਼ ਕਰਨ ਵਾਸਤੇ ਜਿਹੜੀ ਉਹਦੇ ਸਾਹਮਣੇ ਨਾ ਕਰ ਸਕੇ ਉਹਨੂੰ ਦਿੱਕਤਾਂ ਆਉਂਦੀਆਂ ਹਨ ਉਹਨੂੰ। ਇਸ ਵਾਸਤੇ ਹਜ਼ੂਰੀ ਵਾਲਾ ਜੀਵਨ ਬੜਾ ਕ੍ਰਿਟੀਕਲ ਹੈ। ਮਹਾਰਾਜ ਬਾਰ-ਬਾਰ ਬਾਣੀ ਵਿੱਚ ਇਸ ਬਾਰੇ ਦੁਹਰਾਇਆ ਹੈ ਇਸ ਬਾਰੇ। ਤੋਂ ਦੂਜੀ ਲਾਮ ਵਿੱਚ ਗੁਰੂ ਨੂੰ ਸਤਿਗੁਰ ਪੁਰਖ ਨੂੰ ਮਿਲਣਾ ਭਾਵ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਵੱਡਾ ਸਥਾਨ ਦੇਣਾ ਤੇ ਹਜ਼ੂਰੀ ਵਾਲਾ ਜੀਵਨ ਬਤੀਤ ਕਰਨਾ ਜਿਹੜਾ ਨਿਰਮਲ ਭਉ ਵਾਲਾ ਜੀਵਨ ਹੈ ਉਸ ਨਿਰਮਲ ਭਉ ਨੂੰ ਆਪਣੇ ਅੰਦਰ ਲੈ ਕੇ ਆਉਣ ਦਾ ਉਪਦੇਸ਼ ਦੂਜੀ ਲਾਮ ਵਿੱਚ ਦੇ ਕੇ ਤੇ ਹੁਣ ਤੀਜੀ ਲਾਮ ਸ਼ੁਰੂ ਕਰਦੇ ਹਨ। Let me read the ਤੀਜੀ ਲਾਮ and then we'll have first a general discussion and build up the background behind the tiji lam before we start understanding it, because tiji lam, unlike the first two, deals more with the concept of spirituality na zyada deal kardi hai than with the newlyweds nalo. So let me read the third lam out to you guys. हर तीजड़ी लाभ मन चाओ भया बैरागिया बलराम जियो संत जना हर मेल हर पाया वडभागिया बलराम जियो निर्मल हर पाया हर गुण गाया मुख बोली हर बाणी संत जना वडभागी पाया हर कथी अकथ कहानी हृदय हर 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 तुपजी हर जपिए मस्तक भाग जियो जन नानक बोले तीजी लावे हर उपजय मन बैराग जियो. So before we start talking about this lam though, let's make one or two things very clear though ki human life the purpose ki hai gursikhi de sahab de naal gurmat de sahab de naal. What is the purpose of coming here? Lot has been written on this subject. If somebody wants to read in more depth te ude vich gurmat nirne ek book hai bahut important jehdi Bhai Jodh Singh ne likhi hai book. ਅੱਜ ਵੀ ਸਾਰੇ ਆਥਰਸ ਬੜੀ ਵਾਰੀ ਉਸ ਬੁੱਕ ਨੂੰ ਰੈਫਰ ਕਰਦੇ ਹਨ ਤੇ ਉਹਦੇ ਵਿੱਚ ਸ਼ਾਰਟ ਐਸੇਜ਼ ਹਨ ਬੜੇ। ਇੱਕ ਨਾਮ ਤੇ ਹੈ, ਇੱਕ ਸਤਸੰਗ ਤੇ ਹੈ, ਇੱਕ ਪ੍ਰਮਾਤਮਾ ਤੇ ਹੈ। ਉਸੇ ਤਰ੍ਹਾਂ ਇੱਕ ਐਸੇ ਉਹਨਾਂ ਨੇ ਲਿਖਿਆ ਹੈ ਕਿ ਸਖਣੀ ਜੀਵਨ ਦਾ ਮਨੋਰਥ ਕੀ ਹੈ, what is the purpose of human life. ਗੁਰਮਤ ਦੇ ਹਿਸਾਬ ਨਾਲ ਗੁਰੂ ਨਾਨਕ ਦੇ ਘਰ ਵਿੱਚ ਇੱਥੇ ਆਉਣ ਦਾ ਪ੍ਰਯੋਜਨ ਕੀ ਹੈ? ਸਿਰਫ ਬੱਚੇ ਪੈਦਾ ਕਰਨੇ ਹਨ ਜਾਂ ਪੈਸੇ ਕਮਾਣੇ ਹਨ ਜਾਂ ਵਿਆਹ ਕਰਾਣੇ ਹਨ ਜਾਂ ਜੌਬ ਲੈਣਾ ਹੈ ਜਾਂ ਰੰਗਣੀਆਂ ਮਾਰਨੀਆਂ ਹਨ ਜਾਂ ਪਾਰਟੀਆਂ ਤੇ ਜਾਣਾ ਹੈ ਜਾਂ ਵੈਕੇਸ਼ਨ ਲੈਣੀ ਹੈ? what is the purpose of coming here? ਤੇ ਬਾਣੀ ਵਿੱਚ ਬਹੁਤ ਜਗ੍ਹਾ ਇਸ ਗੱਲ ਦਾ ਨਿਰੂਪਣ ਕੀਤਾ ਗਿਆ ਹੈ ਕਿ ਹਿਊਮਨ ਲਾਈਫ ਦਾ ਪਰਪਸ ਗੁਰੂ ਨਾਨਕ ਦੀ ਫਿਲਾਸਫੀ ਦੇ ਹਿਸਾਬ ਦੇ ਨਾਲ, ਗੁਰਮਤ ਫਿਲਾਸਫੀ ਦੇ ਹਿਸਾਬ ਦੇ ਨਾਲ ਇੱਕੋ ਹੀ ਪਰਪਸ ਹੈ। ਉਹ ਹੈ ਕਿ ਤੁਸੀਂ ਮਰਨ ਤੋਂ ਪਹਿਲੇ ਆਪਣੇ ਕ੍ਰੀਏਟਰ ਨਾਲ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰੋ। ਹਾਂਜੀ, ਜੇ ਉਹ ਕ੍ਰੀਏਟਰ ਨਾਲ ਰਿਲੇਸ਼ਨਸ਼ਿਪ ਨਹੀਂ ਤੁਹਾਡੀ ਐਸਟੈਬਲਿਸ਼ ਹੋ ਸਕੀ, ਜੇ ਕ੍ਰੀਏਟਰ ਨਾਲ ਪਿਆਰ ਨਹੀਂ ਪਾ ਸਕੇ,
ਜੇ ਉਸ ਕ੍ਰੀਏਟਰ ਨਾਲ ਤੁਸੀਂ ਇੱਕਮਿਕ ਨਹੀਂ ਹੋ ਸਕੇ, ਜੇ ਨਾਮ ਦੇ ਨਾਲ ਤੁਹਾਡਾ ਰਿਸ਼ਤਾ ਨਹੀਂ ਜੁੜ ਸਕਿਆ, ਨਾਮ ਦੀ ਪ੍ਰਾਪਤੀ ਨਾ ਹੋ ਸਕੀ, ਤੇ ਗੁਰਬਾਣੀ ਦੇ ਹਿਸਾਬ ਦੇ ਨਾਲ ਇੱਥੇ ਆਉਣੇ ਦੇ ਕੋਈ ਖਾਸ ਫਾਇਦਾ ਨਹੀਂ, ਬਿਲਕੁਲ ਬੇਕਾਰ ਪੂਰਾ ਸਭ ਕੁਝ ਚਲਾ ਗਿਆ ਸਾਰਾ ਕੁਝ। ਇੱਥੇ ਤੱਕ ਵਰਡ ਆਏ ਹਨ ਗੁਰਬਾਣੀ ਵਿੱਚ, ਬਾਣੀ ਵਿੱਚ ਇੱਥੇ ਤੱਕ ਕਰੜੇ ਵਰਡ ਆਏ ਹਨ ਕਿ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। 52 ਅੱਖਰੀ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਵਿੱਚ ਉਸ ਬੰਦੇ ਨੂੰ ਮ੍ਰਿਤਕ ਕਿਹਾ ਜਾਂਦਾ ਹੈ, ਮ੍ਰਿਤ ਹੈ, ਮਰਿਆ ਹੋਇਆ ਹੈ, ਜਿਹਦੇ ਅੰਦਰ ਪ੍ਰਮਾਤਮਾ ਦਾ ਪਿਆਰ ਨਹੀਂ ਹੈ। ਉਸੇ ਤਰ੍ਹਾਂ ਬਾਣੀ ਵਿੱਚ ਬੜੇ ਇਹੋ ਜਿਹੇ ਬੜੇ ਵਰਡ ਆਉਂਦੇ ਹਨ ਕਿ ਜਿਸ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਨਹੀਂ ਹੈ, ਜਿਹਦੇ ਅੰਦਰ ਪ੍ਰਮਾਤਮਾ ਦੇ ਅੰਦਰਲਾ ਪਿਆਰ ਨਹੀਂ ਉਤਪੰਨ ਹੁੰਦਾ, ਜਾਂ ਇਸ ਪਾਸੇ ਜਿਹੜਾ ਫੋਕਸ ਨਹੀਂ ਕਰਦਾ, ਜਾਂ ਉਹਨੂੰ ਬਗੈਰ ਫੋਕਸ ਕੀਤੇ ਹੋਏ ਦੁਨੀਆ ਦੇ ਹੋਰ ਕੰਮ ਕਰਦਾ ਹੈ, ਉਹ ਕੰਮ ਕਿਸੇ ਦੇ ਕੰਮ ਨਹੀਂ ਆਣੇ। ਉਹ ਕੰਮ ਜਿਹੜੇ ਹਨ, ਲੈਟ ਮੀ ਰੀਡ few lines for you। ਗੌੜੀ ਰਾਗ ਦਾ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਕਿ ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੁਕਰ ਜੂਠਨ में ਪਾਏ। ਜੋ ਪ੍ਰਮਾਤਮਾ ਦੇ ਪਿਆਰ ਤੋਂ ਸਖਣੇ ਹੋ ਕੇ ਕੁਝ ਖਾਂਦੇ ਹਨ ਜਾਂ ਕੁਝ ਕਰਦੇ ਹਨ, ਉਹ ਇਸੀ ਤਰ੍ਹਾਂ ਹੈ ਜਿਸ ਤਰ੍ਹਾਂ ਕੁੱਤਾ ਝੂਠ ਵਿੱਚੋਂ ਖਾਂਦਾ ਹੈ, ਜਿਸ ਤਰ੍ਹਾਂ ਝੂਠ ਖਾਂਦਾ ਹੈ। ਜਿਸ ਤਰ੍ਹਾਂ ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੁਕਰ ਜੂਠਨ में ਪਾਏ। ਜਿਸ ਤਰ੍ਹਾਂ ਇੱਕ ਕੁੱਕਰ ਜਾਂ ਕੁੱਤਾ ਝੂਠ ਖਾਂਦਾ ਹੈ, ਜਿਸ ਤਰ੍ਹਾਂ ਉਸ ਤਰ੍ਹਾਂ ਉਹ ਜਾਂ ਜੀਵਨ ਹੈ ਉਸ ਬੰਦੇ ਦਾ ਜਿਹਦੇ ਅੰਦਰ ਪ੍ਰਮਾਤਮਾ ਦਾ ਪਿਆਰ ਨਹੀਂ ਹੈ। ਤੇ ਅਗਲੀ ਲਾਈਨ ਜਿਹੜੀ ਹੈ ਉਹ ਬਹੁਤ ਕਰੜੀ ਹੈ। ਮੈਂ ਨਹੀਂ ਕਹਿ ਸਕਦਾ, ਗੁਰੂ ਕਹਿੰਦੇ ਹਨ, ਨਾਮ ਬਿਨਾ ਜੇਤਾ ਵਿਵਹਾਰ। ਪ੍ਰਮਾਤਮਾ ਤੋਂ ਪਿਆਰ ਤੋਂ ਬਿਨਾ ਜੋ ਵੀ ਬਾਕੀ ਕੁਝ ਚੀਜ਼ਾਂ ਜਿਹੜੀਆਂ ਹਨ ਕਰਨੀਆਂ, ਉਹ ਕਰਨੀਆਂ ਚੀਜ਼ਾਂ ਇੰਪੋਰਟੈਂਟ ਹੈ, ਲੇਕਿਨ ਜੇ ਪ੍ਰਮਾਤਮਾ ਦਾ ਪਿਆਰ ਤੁਹਾਡੇ ਹਿਰਦੇ ਵਿੱਚ ਨਹੀਂ ਹੈ, ਨਾਮ ਬਿਨਾ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸਿਗਾਰ। ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਡੈਡ ਬਾਡੀ ਨੂੰ ਦਫਨਾਉਣ ਤੋਂ ਪਹਿਲੇ ਜਾਂ ਡੈਡ ਬਾਡੀ ਨੂੰ ਜਲਾਉਣ ਤੋਂ ਪਹਿਲੇ, ਸੰਸਕਾਰ ਕਰਨ ਤੋਂ ਪਹਿਲੇ ਉਹਦਾ ਸ਼ਿੰਗਾਰ ਕੀਤਾ ਜਾਂਦਾ ਹੈ, ਉਹਨੂੰ ਸਜਾਇਆ ਜਾਂਦਾ ਹੈ ਡੈਡ ਬਾਡੀ ਨੂੰ, ਤੇ ਉਹਨੂੰ ਫਿਰ ਨਵਾ ਕੇ ਉਸ ਨੂੰ ਸਿਗਾਰਦੇ ਹਨ ਡੈਡ ਬਾਡੀ ਨੂੰ। ਸਮਝ ਲਓ ਉਹਦੀ ਬਾਡੀ ਵੀ ਇੱਕ ਕਿਸਮ ਦੀ ਮ੍ਰਿਤਕ ਹੈ। ਨਾਮ ਬਿਨਾ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸਿਗਾਰ। ਤੇ ਇਹੋ ਜਿਹੇ ਕਰੜੇ ਵਰਡ ਵਿੱਚ ਬਾਣੀ ਨੇ ਇਸ ਗੱਲ ਦਾ ਉਪਦੇਸ਼ ਦਿੱਤਾ ਹੈ ਕਿ ਇੱਥੇ ਆਉਣ ਦਾ ਪ੍ਰਯੋਜਨ ਉਸ ਪ੍ਰਮਾਤਮਾ ਨਾਲ ਮਿਲਾਪ ਦਾ ਹੈ। ਇੱਥੇ ਆਉਣ ਦਾ ਪ੍ਰਯੋਜਨ ਉਸ ਪ੍ਰਮਾਤਮਾ ਨੂੰ ਉਹਦੀ ਸ੍ਰਿਸ਼ਟੀ ਵਿੱਚੋਂ ਦੇਖਣ ਦਾ ਹੈ, ਸੇਵਾ ਕਰਨ ਦਾ ਹੈ, ਸਿਮਰਨ ਕਰਨ ਦਾ ਹੈ, ਕੀਰਤਨ ਕਰਨ ਦਾ ਹੈ, ਉਸ ਪ੍ਰਮਾਤਮਾ ਦੇ ਗੁਣ ਧਾਰਨ ਕਰਨ ਦਾ ਹੈ। ਸੇਵਾ ਵਾਲਾ ਗੁਣ, ਖਿਮਾ ਵਾਲਾ ਗੁਣ, ਧੀਰਜ ਵਾਲਾ ਗੁਣ, ਧਰਮ ਵਾਲਾ ਗੁਣ, ਸੱਚ ਵਾਲਾ ਗੁਣ। ਇਹ ਗੁਣ ਜਿਹੜੇ ਹਨ ਇੰਪੋਰਟੈਂਟ ਕੁਆਲਿਟੀਆਂ ਧਾਰਨ ਕਰਨ ਦਾ ਹੈ। ਜਿਸ ਨੇ ਨਹੀਂ ਕੀਤਾ ਜਾਂ ਜਿਹੜਾ ਨਹੀਂ ਕਰ ਸਕਿਆ, ਤੇ ਉਹਦਾ ਆਉਣਾ ਇੱਥੇ ਬਿਲਕੁਲ ਜੀਵਨ ਜਿਹੜਾ ਵੇ ਅਸਫਲ ਹੈ ਉਹਦਾ ਆਉਣਾ। I want to make this point ultra crystal clear to everybody। ਹਾਂਜੀ, ਜਿਹੜੀ ਮਰਜ਼ੀ ਤੁਸੀਂ ਕੰਮ ਕਰ ਲਵੋ, ਜੇ ਇਹ ਕੰਮ ਨਹੀਂ ਹੋਇਆ ਤੇ ਤੁਹਾਡਾ ਆਉਣਾ ਕਿਸੇ ਫਾਇਦੇ। ਮੇਰੇ ਇਹ ਫਿਲਾਸਫੀ ਮੇਰੀ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਫਿਲਾਸਫੀ ਹੈ ਜੋ ਮੈਂ ਤੁਹਾਡੇ ਅੱਗੇ ਰੱਖੀ ਹੈ। ਔਰ ਮੈਂ ਤੁਹਾਨੂੰ ਸਿਰਫ 2 ਐਗਜ਼ਾਮਪਲ ਦਿੱਤੀਆਂ ਹਨ। ਗੁਰਬਾਣੀ 'ਚ ਇਹ ਜਿਹੇ ਐਗਜ਼ਾਮਪਲ ਭਰੀਆਂ ਪਈਆਂ ਨੇ, ਐਗਜ਼ਾਮਪਲ ਇੱਕ ਨਹੀਂ ਹਜ਼ਾਰਾਂ ਐਗਜ਼ਾਮਪਲ ਇਹੋ ਜਿਹੀਆਂ ਹਨ ਤੇ ਜੇ ਮਹਾਰਾਜ ਬਾਰ-ਬਾਰ ਇਸ ਗੱਲ ਨੂੰ ਦੁਹਰਾਉਂਦੇ ਹਨ ਕਿ ਇੱਥੇ ਆਉਣ ਦਾ ਪ੍ਰਯੋਜਨ ਇੱਕੋ ਹੀ ਸੀ, ਉਹ ਸੀ ਤੂੰ ਆਪਣੇ ਕ੍ਰੀਏਟਰ ਨਾਲ ਅੱਛੀ ਤਰ੍ਹਾਂ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰਦਾ। ਜਿਹੜੇ ਨਹੀਂ ਕਰ ਪਾਉਂਦੇ ਕਿਸੇ ਵਜ੍ਹਾ ਦੇ ਨਾਲ, ਉਹਨਾਂ ਦਾ ਆਉਣਾ ਵਿਫਲ ਹੋ ਜਾਂਦਾ ਹੈ। ਇਹ ਮੈਂ ਕਿਉਂ ਸਮਝਾ ਰਿਹਾ ਹਾਂ, ਕਿਉਂਕਿ ਇਹ ਬਗੈਰ ਸਮਝੇ ਹੋਏ ਥਰਡ ਲਾਮ ਤੇ ਤੀਸਰੀ ਤੇ ਚੌਥੀ ਲਾਮ ਨਾਲ ਰਿਲੇਸ਼ਨਸ਼ਿਪ ਬਣਾਉਣੀ ਬੜੀ ਮੁਸ਼ਕਲ ਹੈ। ਪਹਿਲੀ 2 ਲਾਵਾਂ ਵਿੱਚ ਇੱਕ ਸਕਸੈਸਫੁਲ ਮੈਰਿਜ ਦੀ ਰੈਸਿਪੀ ਦੱਸੀ ਸੀ ਨੇ। ਉੱਥੇ ਕਿਹਾ ਸੀ ਨੇ ਕਿ ਪ੍ਰਵਿਰਤੀ ਮਾਰਗ ਨੂੰ ਅਪਣਾਓ, ਸਤਿਗੁਰ ਪੁਰਖ ਨੂੰ ਮਿਲਾਓ, ਆਪਣੇ ਜੀਵਨ ਵਿੱਚ ਨਿਰਮਲ ਭਾਵ ਪੈਦਾ ਕਰੋ। ਜੇ ਕਰੋਗੇ ਤੇ ਲਾਈਫ ਤੁਹਾਡੀ ਬੜੀ ਈਜ਼ੀ ਹੋ ਜਾਏਗੀ। ਤੁਹਾਡੇ ਵਿੱਚ ਇੱਕ ਸਤਕਾਰ ਦੀ ਦੀਵਾਰ, ਟਰਸਟ ਦੀ ਦੀਵਾਰ ਖੜੀ ਹੋਏਗੀ। ਤੁਹਾਡੇ ਵਿੱਚ ਊਂਚ ਨੀਚ, ਗਰੀਬ ਅਮੀਰ ਦੇ ਜਿਹੜੀਆਂ ਚੀਜ਼ਾਂ ਅੱਗੇ ਆਣਗੀਆਂ, ਉਹਨੂੰ ਡੀਲ ਕਰਨ ਵਿੱਚ ਤੁਹਾਨੂੰ ਈਜ਼ੀ ਹੋ ਜਾਏਗਾ। ਤੁਹਾਨੂੰ ਇਹ ਸਾਰੀਆਂ ਚੀਜ਼ਾਂ ਹੁਣ ਸਮਝਾਉਂਦੇ ਹਨ ਪਹਿਲੀ ਲਾਮ ਵਿੱਚ, ਤੇ ਹੁਣ ਦੱਸਦੇ ਹਨ ਕਿ ਇਹ ਜੇ ਹੋ ਵੀ ਗਈਆਂ, ਅਗਰ ਜੇ ਸਕਸੈਸਫੁਲ ਲਾਈਫ ਬਣ ਵੀ ਗਈ ਤੇਰੀ, ਸਕਸੈਸਫੁਲ ਮੈਰਿਜ ਬਣ ਵੀ ਗਈ, ਜੇ ਸਕਸੈਸਫੁਲ ਤੂੰ ਹੋ ਵੀ ਗਿਆ ਇਹਨਾਂ ਚੀਜ਼ਾਂ ਵਿੱਚ, ਤਾਂ ਵੀ ਕਿਹੜੀ ਵੱਡੀ ਗੱਲ ਹੈ। ਤੂੰ ਅਸਲੀ ਜੀਵਨ ਦਾ ਪ੍ਰਯੋਜਨ ਨਹੀਂ ਹਲੇ ਪੂਰਾ ਕੀਤਾ। ਉਹ ਸੀ ਪ੍ਰਮਾਤਮਾ ਦਾ ਮਿਲਣ, ਉਹ ਸੀ ਪ੍ਰਮਾਤਮਾ ਨਾਲ ਰਿਸ਼ਤਾ, ਉਹ ਸੀ ਵਿਰਾਗ ਦਾ ਮਿਲਣਾ।
ਤੇ ਇਹ ਹੁਣ ਤੀਜੀ ਲਾਮ ਵਿੱਚ ਦੱਸਦੇ ਹਨ ਕਿ ਪ੍ਰਮਾਤਮਾ ਮਿਲਣ ਦਾ ਤਾਂ ਮਿਲਣਾ, ਦੇਖੋ ਕਿਸੇ ਨੂੰ ਨਾਲ ਪਿਆਰ ਕਿਸੇ ਨਾਲ ਤਾਂ ਹੀ ਹੁੰਦਾ ਹੈ ਜਦੋਂ ਉਹਨੂੰ ਮਿਲਣ ਦੀ ਅੰਦਰੋਂ ਤਾਂਗ ਹੋਵੇ, ਜਦੋਂ ਉਹਨੂੰ ਮਿਲਣ ਦਾ ਅੰਦਰੋਂ ਹੋਵੇ ਪਿਆਰ। ਤੇ ਫॉर ਐਗਜ਼ਾਮਪਲ ਮੈਂ ਹਮੇਸ਼ਾ ਕਲਾਸ 'ਚ ਐਗਜ਼ਾਮਪਲ ਦਿੰਦਾ ਹੁੰਦਾ ਕਿ ਬੜੀ ਵਾਰੀ ਜਿਸ ਤਰ੍ਹਾਂ ਬੱਚੇ ਪੜ੍ਹਨ ਜਾਂਦੇ ਹਨ ਸਕੂਲਾਂ 'ਚ ਬਾਹਰ, ਸਾਡੇ ਵੀ ਗਏ ਹਨ, ਤੁਹਾਡੇ ਵੀ ਜਾਂਦੇ ਹਨ ਬਾਹਰ ਪੜ੍ਹਨ। ਤੇ ਜਦੋਂ ਬਾਹਰ ਪੜ੍ਹਨ ਜਾਂਦੇ ਹਨ ਤੇ ਮਾਪਿਓ ਦੇ ਮਨ 'ਚ ਇੱਕ ਹੁੰਦੀ ਹੈ, ਯਾਦ ਆਉਂਦੀ ਹੈ ਉਹਨਾਂ ਦੀ, ਉਹਨਾਂ ਨੂੰ ਵੀ ਯਾਦ ਆਉਂਦੀ ਹੈ, ਸਾਨੂੰ ਵੀ ਯਾਦ ਆਉਂਦੀ ਹੈ ਜੀ। ਇੱਕ ਤਾਂਗ ਹੁੰਦੀ ਹੈ ਵੀ ਹਾਂ ਗਿਆ ਹੋਇਆ ਬੱਚਾ ਪੜ੍ਹਨ ਵਾਸਤੇ, ਆਈ ਹੋਪ he or she has eaten her dinner, I hope he or she is safe, I hope ਉਹ ਠੀਕ ਹੋ ਰਿਹਾ ਹੋਣ, ਕੋਈ ਦਿੱਕਤ ਨਾ ਆ ਰਹੀ ਹੋਵੇ। ਫਿਰ ਮਨ ਉਹਨਾਂ ਵਿੱਚ ਰਹਿੰਦਾ ਹਮੇਸ਼ਾ। ਫਿਰ ਰਾਤੀ ਫੋਨ ਦੀ ਵੀ ਵੇਟ ਕਰਦੇ ਆ ਕਿ ਹਾਂਜੀ ਇੱਕ ਵਾਰੀ ਗੱਲ ਹੋ ਜਾਏ ਸਹੀ ਵੀ ਸਭ ਕੁਝ ਠੀਕ ਹੈ ਕਿ ਨਹੀਂ ਠੀਕ। ਕਿਉਂ ਹੁੰਦਾ ਇੰਜ? ਇਹ ਕਿਉਂ ਹੈ? ਹਰ ਦੀ ਤਰਫ ਤੇ ਉਹ ਜਿਹਾ ਖਿਆਲ ਨਹੀਂ ਆਉਂਦਾ ਹੈ ਨਾ। ਕੋਈ ਤੁਹਾਡੇ ਨੇਬਰ ਦਾ ਬੱਚਾ ਗਿਆ ਹੋਵੇ ਬਾਹਰ ਤੇ ਉਹਦੀ ਤਰਫ ਤੇ ਨਹੀਂ ਖਿਆਲ ਆਉਂਦਾ ਤੁਹਾਡਾ, ਉਹ ਜਿੱਥੇ ਮਰਜ਼ੀ ਜਾਏ ਪਿਆ, ਉਹ 2 ਸਾਲ ਨਜ਼ਰ ਆਏ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਉਸਨੂੰ। ਲੇਕਿਨ ਆਪਣਿਆਂ ਦਾ ਫਰਕ ਪੈਂਦਾ ਹੈ। ਕਿਉਂ? ਕਿਉਂਕਿ ਆਪਣਿਆਂ ਨਾਲ ਪਿਆਰ ਹੈ ਜ਼ਿਆਦਾ, ਆਪਣੇ ਨਾਲ ਤਾਂਗ ਹੈ ਜ਼ਿਆਦਾ। ਤੇ ਤਾਂਗ ਜਿੱਥੇ ਹੁੰਦੀ ਹੈ, ਪਿਆਰ ਜਿੱਥੇ ਹੁੰਦੀ ਹੈ, ਉੱਥੇ ਮਿਲਣ ਦਾ ਮਨ ਵੀ ਕਰਦਾ ਹੈ। ਤੇ ਇਹ ਜਿਹੜੀ ਬਿਰਹਾ ਹੈ, ਜਿਹੜੀ ਇਹ ਸੈਪਰੇਸ਼ਨ ਦੀ ਜਿਹੜੀ ਅੰਦਰੋਂ ਸੈਪਰੇਸ਼ਨ ਦੀ ਜਿਹੜੀ ਪੇਨ ਜਿਹੜੀ ਹੈ, ਜਾਂ ਇਸ ਕਰ ਲੋ ਕਿ ਨਾ ਮਿਲਣ ਦੀ ਜਿਹੜੀ ਪੇਨ ਜਿਹੜੀ ਹੈ, ਇਸ ਪੇਨ ਨੂੰ ਬੰਦਾ ਸਹਾਰਦਾ ਹੈ। ਤੇ ਇਸ ਪੇਨ ਨਾਲ, ਇਹ ਪੇਨ ਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਮਿਲਦਾ ਹੈ ਉਹ ਖੁਸ਼ੀ ਬੜੀ ਮਿਲਦੀ ਹੈ ਮਿਲ ਕੇ। ਜਦੋਂ ਬੱਚਾ ਘਰ ਆਉਂਦਾ ਹੈ ਜਾਂ ਕੋਈ ਬੰਦਾ ਘਰ ਆਉਂਦਾ ਹੈ, ਹਸਬੈਂਡ ਵਾਈਫ ਅਗਰ ਦੂਰ ਰਹਿਣ ਜਾਂ ਮਾਪਿਓ ਦੂਰ ਰਹਿਣ, ਤੇ ਮਾਪਿਓ ਮਿਲਣ ਬਾਅਦ ਵਿੱਚ, ਤੇ ਮਾਪਿਓ ਨੂੰ ਬੱਚੇ ਨਾਲ ਮਿਲਣ ਦੀ ਤੇ ਬੱਚੇ ਨੂੰ ਮਾਪਿਓ ਨਾਲ ਮਿਲਣ ਦੀ ਅੰਦਰਲੀ ਖੁਸ਼ੀ ਪੈਦਾ ਹੁੰਦੀ ਹੈ ਅੰਦਰੋਂ। ਤੇ ਇਹ ਤਾਂਗ ਜਿਹੜੀ ਹੈ ਅੰਦਰਲੀ, ਜਿਹੜੀ ਸੈਪਰੇਸ਼ਨ ਦੀ ਐਂਜ਼ਾਈਟੀ ਹੈ ਕਹਿ ਲੋ, ਜਾਂ ਸੈਪਰੇਸ਼ਨ ਦੀ ਪੇਨ ਕਹਿ ਲੋ, ਜੋ ਵੀ ਮਰਜ਼ੀ ਤੁਸੀਂ, ਇਹ ਤਾਂ ਹੁੰਦੀ ਹੈ ਕਿਉਂਕਿ ਪਿਆਰ ਹੁੰਦਾ ਹੈ ਇੱਕ ਦੂਸਰੇ ਨਾਲ। ਹੂ ਬਹੂ ਇਹੋ ਜਿਹਾ ਪਿਆਰ ਜਿਸ ਤਰ੍ਹਾਂ ਉਸ ਬੱਚੇ ਤੇ ਮਾਂ ਨਾਲ, ਜਾਂ ਬੱਚੇ ਦੇ ਪਿਓ ਨਾਲ, ਜਾਂ ਹਸਬੈਂਡ ਵਾਈਫ ਦਾ, ਜਾਂ ਮਾਪਿਓ ਦੇ ਬੱਚਿਆਂ ਨਾਲ ਹੈ, ਜਾਂ ਭੈਣ ਭਰਾਵਾਂ ਦਾ ਪਿਆਰ ਹੈ, ਜਾਂ ਫਰੈਂਡਸ ਦਾ ਪਿਆਰ ਹੈ, ਹੂ ਬਹੂ ਇਹੋ ਜਿਹਾ ਪਿਆਰ ਭਗਤਾਂ ਦਾ ਤੇ ਪ੍ਰਮਾਤਮਾ ਦਾ ਹੈ। ਜਿਸ ਤਰ੍ਹਾਂ ਬੱਚਾ ਦੂਰ ਚਲਾ ਜਾਏ ਤੇ ਮਾਪਿਓ ਉਹਦੀ ਯਾਦ ਸਤਾਉਂਦੀ ਹੈ, ਉਹਨਾਂ ਦੀ ਦਿਨ ਰਾਤ ਸੋਚਦਾ ਉਸ ਬਾਰੇ, ਤੇ ਉਹ ਤੰਗ ਦੀ ਫੀਲਿੰਗ ਫੀਲ ਕਰਦੇ ਹਨ, ਉਹ ਸੈਪਰੇਸ਼ਨ ਦੀ ਜਿਹੜੀ ਫੀਲਿੰਗ ਅੰਦਰੋਂ ਉਹਨਾਂ ਦੀ ਆਉਂਦੀ ਹੈ। ਉਸੇ ਤਰ੍ਹਾਂ ਪ੍ਰਮਾਤਮਾ ਨੂੰ ਪਿਆਰ ਕਰਨ ਵਾਲਿਆਂ ਦੇ ਅੰਦਰ ਵੀ ਉਹ ਜਿਹੀ ਫੀਲਿੰਗ ਹੁੰਦੀ ਹੈ। ਤੇ ਇਹ ਜਿਹੜੀ ਸੈਪਰੇਸ਼ਨ ਜਿਹੜੀ ਹੈ, ਇਹ ਜਿਹੜੀ ਸੈਪਰੇਸ਼ਨ ਦੀ ਜਿਹੜੀ ਪੇਨ ਜਿਹੜੀ ਹੈ, ਜਿਹੜੇ ਪ੍ਰਮਾਤਮਾ ਦੇ ਰਸਤੇ ਵਿੱਚ ਆਏ ਤੇ ਇਹਨੂੰ ਵੈਰਾਗ ਕਿਹਾ ਜਾਂਦਾ ਹੈ, ਜਾਂ ਵੈਰਾਗ ਕਿਹਾ ਜਾਂਦਾ ਹੈ ਇਸਨੂੰ। ਅਗਰ ਵੈਰਾਗ ਦੀ ਜਿਹੜੀਆਂ ਟ੍ਰੈਡੀਸ਼ਨਲ ਮੀਨਿੰਗ ਹਨ, ਤਿਆਗ ਜਾਂ ਸੈਪਰੇਸ਼ਨ, ਜਾਂ ਕਿਸੇ ਚੀਜ਼ ਦਾ ਨਿਰਮੋਹ ਹੋ ਜਾਣਾ, ਜਾਂ ਘਰ-ਬਾਰ ਛੋੜ ਕੇ ਚਲੇ ਜਾਣਾ, ਬੈਰਾਗੀ ਜਾਣਾ। ਗੁਰਮਤਿ ਵਿੱਚ ਵੈਰਾਗ ਜਿਹੜਾ ਵਰਡ ਯੂਜ਼ ਕੀਤਾ ਗਿਆ ਹੈ ਗੁਰਬਾਣੀ ਵਿੱਚ, ਗੁਰਮਤਿ ਨੂੰ ਵੈਰਾਗ ਦੇ ਕਨਸੈਪਟ ਨੂੰ ਇਸ ਤਰ੍ਹਾਂ ਲਿੱਤਾ ਗਿਆ ਹੈ ਕਿ ਕਿਸੇ ਨੂੰ ਮਿਲਣ ਦੀ ਅੰਦਰੋਂ ਤਾਂਗ ਬਹੁਤ ਸਾਰੀ ਵੱਧ ਜਾਵੇ, ਹੈ ਨਾ। ਜਦੋਂ ਬਹੁਤ ਸਾਰੀ ਅੰਦਰੋਂ ਤਾਂਗ ਵੱਧ ਜਾਵੇ, ਕੁਝ ਖਾਣ ਪੀਣ ਦਾ ਮਨ ਨਾ ਕਰੇ, ਨੀਂਦ ਨਾ ਆਵੇ ਉਸ ਦਿਨ ਨੂੰ, ਬੰਦੇ ਬਸ 24 ਘੰਟੇ ਇੱਕ ਬੰਦੇ ਦੇ ਪਿੱਛੇ ਪਿਆ ਰਵੇ, ਬੰਦਾ ਹਮੇਸ਼ਾ ਉਹੀ ਸੋਚਦਾ ਰਵੇ ਗੱਲ, ਤੇ ਸਮਝ ਲਓ ਵੈਰਾਗ ਦੀ ਅਵਸਥਾ ਪ੍ਰਾਪਤ ਕਰ ਲਈ ਹੈ। ਧਨ ਹਨ ਉਹ ਜਿਨ੍ਹਾਂ ਨੂੰ ਇਹ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਵਿਰਲੇ ਹਨ ਜਿਹੜੇ ਉਸ ਨੂੰ, ਉਹਨਾਂ ਦੀ ਉਸ ਪ੍ਰਮਾਤਮਾ ਨੂੰ ਦੇਖਣ ਦਾ ਚਾਅ ਅੰਦਰੋਂ ਇਤਨਾ ਤ੍ਰਿਬਲ ਹੋ ਜਾਂਦਾ ਹੈ ਉਹਨਾਂ ਦੇ, ਕਿ ਦਿਨ ਰਾਤ ਮਨ ਉਹਨੂੰ ਦੇਖਣ ਦੇ ਮਨ ਚ ਅੰਦਰੋਂ ਤਾਂਗ ਜਿਹੜੀ ਹੈ ਹੋਰ ਦੀ ਹੋਰ ਪੈਦਾ ਹੁੰਦੀ ਹੈ। ਗੁਰਬਾਣੀ ਚ ਬੜੇ ਸ਼ਬਦ ਇਹੋ ਜਿਹੇ ਗੁਰੂ ਸਾਹਿਬ ਨੇ ਵਰਤੇ ਹਨ ਇਸ ਕੰਡੀਸ਼ਨ ਨੂੰ ਬਿਆਨ ਕਰਨ ਵਾਸਤੇ। ਮੈਂ 1-2 ਸ਼ਬਦ ਕੱਢੇ, ਮੈਂ ਕਿਹਾ ਐਗਜ਼ਾਮਪਲ ਦੇਣ ਵਾਸਤੇ I should have something with me. Let me read one more ਸ਼ਬਦ ਜਿਹੜਾ ਅਸੀਂ ਭਾਈ ਸੁਰਜਨ ਸਿੰਘ ਹੋਰੀ ਪੜ੍ਹਦੇ ਹੁੰਦੇ ਸਨ, ਸ਼ਬਦ ਕਿ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ, ਤੇ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ। ਨਹੀਂ ਪਸੰਦ ਪਾਣੀ, ਨਹੀਂ ਪਸੰਦ ਖਾਣਾ ਕੁਛ, ਮੈਂ ਨੈਣੀ ਨੀਂਦ ਨਾ ਆਵੇ, ਨਾ ਨੀਂਦ ਆਉਂਦੀ ਹੈ, ਨਾ ਰੋਟੀ ਖਾਣ ਦਾ ਮਨ ਕਰਦਾ ਹੈ, ਨਾ ਪਾਣੀ ਪੀਣ ਦਾ ਮਨ ਕਰਦਾ ਹੈ। ਪਾਣੀ ਅੰਨ ਨਾ ਭਾਵੇ, ਮਰੀਏ ਹਾਵੇ, ਬਿਨ ਫਿਰ ਕਿਉਂ ਸੁਖ ਪਾਈਏ। ਇਹ ਕਿਹੜੀ ਅਵਸਥਾ ਹੈ? ਨਹੀਂ ਪਾਣੀ ਮਨ ਦਾ, ਨਹੀਂ ਖਾਣ ਦਾ ਮਨ ਕਰਦਾ ਕੁਝ, ਨਹੀਂ ਕਿਸੇ ਨੂੰ ਮਿਲਣ ਦਾ ਮਨ ਕਰਦਾ, ਨਹੀਂ ਕੁਝ ਕਰਨ ਦਾ ਮਨ ਕਰਦਾ। ਉਸ ਪ੍ਰਮਾਤਮਾ ਨੇ ਮਿਲਣ ਦੀ ਤਾਂਗ ਇਤਨੀ ਵੱਧ ਗਈ ਹੈ, ਸੈਪਰੇਸ਼ਨ ਦੀ ਪੇਨ ਇਤਨੀ ਜ਼ਿਆਦਾ ਹੈ ਕਿ ਇਹ ਕਿਉਂ ਜੀ ਪੇਨ ਹੈ, ਇਹ ਕਿਉਂ ਜਿਹਾ ਦਰਦ ਹੈ, ਇਹ ਕਿਉਂ ਜਿਹਾ ਵੈਰਾਗ ਹੈ। ਤੇ ਇਹ ਵੈਰਾਗ, ਇਹ ਪ੍ਰੇਮ ਜਿਹੜਾ ਹੈ,
ਇਹ ਪਿਆਰ ਨਾਲ ਪੈਦਾ ਹੁੰਦੇ, ਇਹ ਪ੍ਰੇਮ ਦੀ ਭੁੱਖ ਹੈ ਅੰਦਰੋਂ, ਮਿਲਣ ਦੀ ਤਾਂਘ ਹੈ। ਤੇ ਇਹ ਵਿਰਾਗ ਜਿਹੜਾ ਹੈ ਇਹ ਨਵੇਂ ਦੰਪਤੀ ਨੂੰ ਵੀ ਮਹਾਰਾਜ ਇੱਥੇ ਉਪਦੇਸ਼ ਦਿੰਦੇ ਹਨ ਨਵੇਂ ਦੰਪਤੀ ਨੂੰ ਕਿ ਹੁਣ ਤੇਰੀ ਜਿਹੜੀ ਸਕਸੈਸਫੁਲ ਮੈਰਿਜ ਦੀ ਰੈਸਿਪੀ ਉੱਤੇ ਦੱਸ ਆਏ ਆ ਜਿਹੜੀਆਂ ਪਹਿਲੇ ਦੋ ਲਾਵਾਂ ਵਿੱਚ, ਜੇ ਤੇਰੀ ਜ਼ਿੰਦਗੀ ਵਿੱਚ ਵਿਰਾਗ ਨਹੀਂ ਪ੍ਰਗਟ ਹੋਇਆ ਤੇ ਪ੍ਰਮਾਤਮਾ ਮਿਲੇਗਾ ਤੈਨੂੰ ਕਿੰਜ ਮਿਲੇਗਾ, ਤੈਨੂੰ ਨਹੀਂ ਮਿਲ ਸਕਦਾ। ਤੇ ਸ਼੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਆਂਦਾ ਹੈ ਜਿਹੜਾ ਮੈਂ ਪੜ੍ਹਦਾ ਹੁੰਦਾ ਬਹੁਤ, ਕਿ ਉਹ ਵੀ ਉੱਥੇ ਵੀ ਸ਼ਬਦ ਜਿਹੜਾ ਵੈ ਆਇਆ ਹੈ ਕਿ ਗੁਰੂ ਰਾਮਦਾਸ ਪਾਸ਼ੇ ਦਾ ਆਸਾਵਰੀ ਮਹੱਲਾ ਚ ਹੁੰਦਾ ਕਿ ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ, ਦੱਸੋ ਮੈਨੂੰ ਕਿੱਥੇ ਮੇਰਾ ਪ੍ਰੀਤਮ। ਥੱਕ ਗਿਆ ਮੈਂ ਆਪਣੇ ਲੋੜਦਿਆਂ, ਪਿਆਰ ਨਾਲ ਪਾਗਲ ਹੋ ਗਿਆ ਮੈਂ, ਸਮਝ ਨਹੀਂ ਆਉਂਦੀ ਮੈਨੂੰ। ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਇੱਥੇ ਸਕੋਂ ਦੇ ਊੜੇ ਨੂੰ ਔਕੜ ਹੈ ਆਪਣੇ ਵਾਸਤੇ, ਫਸਟ ਪਰਸਨ ਸਿੰਗੂਲਰ। ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਕਰਹਲ ਬੇਲ ਰਿਝਾਈ, ਜਿਸਾ ਊਂਟ ਦਾ ਬੱਚਾ ਬੇਲਾਂ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਹਮਰਾ ਮਨ ਬੈਰਾਗ ਬਿਰਕਤ ਭਇਓ, ਹਰ ਦਰਸ਼ਨ ਮੀਤ ਕੇ ਤਾਈ, ਮੇਰੇ ਮਨ ਵਿੱਚ ਪ੍ਰਮਾਤਮ ਮਿਲਣ ਦਾ ਬੈਰਾਗ ਅਧਰੋਂ ਉਤਪੰਨ ਹੋ ਗਿਆ ਹੈ, ਰੁਕਿਆ ਨਹੀਂ ਜਾਂਦਾ ਬੈਰਾਗ। ਜੈਸੇ ਅਲ ਕਮਲਾ ਬਿਨ ਹਰ ਰਹਿ ਨਾ ਸਕੇ, ਤੈਸੇ ਮੋਏ ਹਰ ਬਿਨ ਰਹਿਣ ਨਾ ਜਾਈ। ਜਿਸ ਤਰ੍ਹਾਂ ਕਮਲ ਫੁੱਲ ਪਾਣੀ ਦੇ ਬਿਨਾਂ ਨਹੀਂ ਰਹਿ ਸਕਦਾ, ਭੋਰਾ ਕਮਲ ਦੇ ਬਿਨਾਂ ਨਹੀਂ ਰਹਿ ਸਕਦਾ, ਮੇਰਾ ਮਨ ਉਸ ਪ੍ਰਮਾਤਮਾ ਦੀ ਯਾਦ ਵਿੱਚ ਤੜਪ ਰਿਹਾ ਹੈ। ਵੈਰਾਗ ਦੀ ਤੜਪ ਪਹਿਲੀ ਨਿਸ਼ਾਨੀ ਹੈ ਪ੍ਰਮਾਤਮਾ ਮਿਲਣ ਦੀ। ਜਿਹਦੇ ਅੰਦਰੋਂ ਚਾਅ ਉਤਪੰਨ ਹੁੰਦਾ ਹੈ ਪ੍ਰਮਾਤਮਾ ਮਿਲਣ ਦਾ, ਇਹ ਵੈਰਾਗ, ਇਹ ਜਿਹੜਾ ਅੰਦਰੋਂ ਪੈਦਾ, ਜਦੋਂ ਦੋ ਅਥਰੂ ਡੁੱਲਦੇ ਹਨ, ਜਦੋਂ ਉਸ ਪਿਆਰੇ ਦੀ ਯਾਦ ਵਿੱਚ, ਨਾ ਮਿਲਣ ਦੀ ਜਿਹੜੀ ਤਾਂਘ ਹੈ, ਨਾ ਮਿਲਣ ਦੀ ਜਿਹੜੀ ਪੇਨ ਹੈ, ਨਾ ਮਿਲਣ ਦੀ ਜਿਹੜੀ ਸੈਪਰੇਸ਼ਨ ਦੀ ਜਿਹੜੀ ਪੇਨ ਹੈ, ਉਹ ਪੇਨ ਜਿਹੜਾ ਮਾਂ ਪਿਓ ਦੇ ਬੱਚਿਆਂ ਦੇ ਵਿਚਕਾਰ ਹੁੰਦੀ ਹੈ, ਜੋ ਉਹ ਜੀ ਪੇਨ ਭਗਤਾਂ ਦੀ ਪ੍ਰਮਾਤਮਾ ਨਾਲ ਹੁੰਦੀ ਹੈ ਪੇਨ ਇਹੋ ਜੀ। ਇਸ ਪੇਨ ਦੇ ਉੱਤੇ ਤੀਸਰੀ ਲਾਅ ਦਾ ਫੋਕਸ ਹੈ, ਇਸ ਸੈਪਰੇਸ਼ਨ ਦੀ ਪੇਨ ਦੇ ਉੱਤੇ। ਹੁਣ ਉਹੀ ਬੰਦਾ ਰਿਲੇਟ ਕਰ ਸਕਦਾ ਹੈ ਜਿਹੜਾ ਜਿਹਦੀ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਕਦੀ ਕਦਾਈ ਉਸਨੂੰ ਮਿਸ ਦਾ ਹੋਵੇ, ਤੇ ਕਦੀ ਪ੍ਰਮਾਤਮਾ ਮਿਸ ਹੀ ਨਹੀਂ ਹੋਇਆ ਪੂਰੇ ਦਿਨ ਚ, ਕਦੀ ਉਹਦੀ ਯਾਦ ਹੀ ਨਹੀਂ ਆਈ ਪੂਰੇ ਦਿਨ ਵਿੱਚ। ਪੂਰਾ ਦਿਨ ਚਲਾ ਗਿਆ, ਰਾਤ ਆ ਗਈ, ਸੋ ਗਏ ਰਾਤੀ, ਸਵੇਰੇ ਉੱਠ ਗਏ, ਇੱਕ ਵਾਰੀ ਧਿਆਨ ਨਹੀਂ ਗਿਆ ਉਸ ਪਾਸੇ, ਜਾਂ ਕਦੀ ਇਸ ਪਾਸੇ ਧਿਆਨ ਗਿਆ ਹੀ ਨਹੀਂ ਕਿ ਮੇਰੀ ਉਮਰ ਕਿਤਨੀ ਹੈ ਹੁਣ, ਕਿਤਨੇ ਸਾਲ ਜੀਵਣਾ ਮੈਂ ਹੁਣ ਹੈ, ਮੇਰਾ ਕੰਮ ਜਿਸ ਪਾਸੇ ਆਇਆ ਸੀ ਉਹ ਮੇਰਾ ਕੰਮ ਹੋਇਆ ਨਹੀਂ। ਹੋ ਜੇ ਉਸ ਗੱਲ ਦਾ ਫਿਕਰ ਨਹੀਂ ਉਸ ਬੰਦੇ ਨੂੰ, ਜਾਂ ਉਸ ਪ੍ਰਮਾਤਮਾ ਮਿਲਣ ਦੀ ਤਾਂਘ ਨਹੀਂ ਹੈ ਉਸ ਬੰਦੇ ਨੂੰ, ਤੇ ਤੀਜੀ ਲਾਮ ਨਾਲ ਰਿਲੇਸ਼ਨਸ਼ਿਪ ਬਣਾਣੀ ਉਸ ਬੰਦੇ ਦੀ ਬਹੁਤ ਮੁਸ਼ਕਿਲ ਹੈ। ਇਸ ਵਾਸਤੇ ਇਸ ਲਾਮ ਨੂੰ ਸਮਝਾਣਾ, ਜਿਹੜਾ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਮੇਰੇ ਵਰਗੇ, ਉਹਨਾਂ ਵਾਸਤੇ ਵੀ ਚੈਲੰਜ ਹੈ, ਜਿਹੜੇ ਸਮਝਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਵਰਗੇ ਵੀ ਚੈਲੰਜ ਹੈ। I will stop for a second here and reflect upon what we had just talked about before we delve deeper into the तीसरी लाम. I want to make sure कि everybody has the clarity on the concept of vairag, on the concept of separation, on the concept of the real purpose of coming here as a human. ਹੁਣ ਇਹਦੇ ਉੱਤੇ ਮੇਰੇ ਨਾਲ ਬਹਿਸ ਨਾ ਕਰਨਾ ਕਿ I don't think so that is right, ਹਾਂਜੀ, don't argue with me on that point, ਕਿਉਂਕਿ ਇਹ ਮੇਰੇ ਵਰਡ ਨਹੀਂ ਹੈ, ਮੇਰੀ ਫਿਲਾਸਫੀ ਨਹੀਂ ਹੈ, ਇਹ ਮੇਰੇ ਗੁਰੂ ਦੀ ਫਿਲਾਸਫੀ ਹੈ, ਜਿਸ ਨੂੰ ਅੱਜ ਮੈਂ ਰਿਪਰੈਜ਼ੈਂਟੇਟਿਵ ਬਣ ਕੇ ਉਹਨਾਂ ਦਾ ਤੁਹਾਡੇ ਸਾਹਮਣੇ ਖੜਾ, ਤੇ ਮੇਰਾ ਕੰਮ ਹੈ ਮੇਰੇ ਆਪਣੇ ਗੁਰੂ ਦੀ ਫਿਲਾਸਫੀ ਨੂੰ ਤੁਹਾਡੇ ਅੱਗੇ ਰੱਖਣਾ। ਤੁਸੀਂ ਮੰਨੋ ਨਾ ਮੰਨੋ, ਤੁਹਾਡਾ ਮਨ ਮੰਨੇ ਨਾ ਮੰਨੇ, ਤੁਹਾਡੇ ਉੱਤੇ ਹੈ। ਮੇਰਾ ਕੰਮ ਹੈ ਤੁਹਾਨੂੰ ਦੱਸਣਾ ਜੋ ਗੁਰਬਾਣੀ ਚ ਲਿਖਿਆ ਹੋਇਆ ਹੈ ਜੀ। ਸੋ I will wait for a minute or two, gives me a little break also. I want to make sure before we understand कि ये दो चीज़ां clarity हो गए, purpose of coming here and second विराग की है, हाँ जी। I'll stop for a second. Wow, no question, that's good. So ਵੈਰਾਗ ਤੇ ਸ਼ਬਦ ਜਿਹੜੇ ਹਨ ਬਾਣੀ ਚ, ਅਗਰ ਤੁਸੀਂ ਟਾਈਪ ਕਰੋ ਵੈਰਾਗ ਜਾਂ ਬੈਰਾਗਣ ਜਾਂ ਬੈਰਾਗੀਆ, ਬੜੇ ਫਾਰਮ ਆਏ ਹਨ ਵੈਰਾਗ ਦੇ, ਤੇ ਤੁਹਾਨੂੰ hundreds of hits ਮਿਲਣਗੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, hundreds।
क्योंकि बहुत इंपॉर्टेंट वर्ड है, क्योंकि ये स्टार्टिंग पॉइंट है परमात्मा की रिलेशनशिप च बनने वाला। वैराग ਤਾਂ उत्पन्न होता है जदों परमात्मा मिलन दी अंदरों चाह प्रकट होती है इंसान ਨੂੰ, ਜਦੋਂ ਬੰਦੇ ਨੂੰ ਅੰਦਰੋਂ ਕਿਸੇ ਨੂੰ ਮਿਲਣ ਦੀ ਤਾਂਘ ਅੰਦਰੋਂ ਪ੍ਰਕਟ ਹੋ ਜਾਵੇ। ਅੰਦਰੋਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਨਿਸ਼ਕਾਮ ਭਗਤੀ ਦੇ ਉੱਤੇ ਇਹ ਆਈ ਥਿੰਕ ਤੀਸਰੀ ਜਾਂ ਚੌਥੀ ਅਸ਼ਟਪਦੀ ਵਿੱਚ ਐਟ ਦੀ ਐਂਡ ਮੈਂ ਗੁਰਦੁਆਰੇ ਅੱਜ ਤੋਂ 4-5 ਮਹੀਨੇ ਪਹਿਲੇ ਬੜੀ ਡਿਟੇਲ ਚ ਡਿਸਕਸ਼ਨ ਕੀਤੀ ਸੀ KCF, ਮੈਂ ਦੁਬਾਰਾ ਰਿਪੀਟ ਕਰਦਿਆਂ ਸਾਰਿਆਂ ਵਾਸਤੇ ਹੈ। ਉਸਾਂ ਪੰਕਤੀਆਂ ਵਿੱਚ ਪ੍ਰਮਾਤਮਾ ਨੂੰ ਭਗਤ ਜਿਹੜੇ ਹਨ, ਪ੍ਰਮਾਤਮਾ ਨੂੰ ਜਿਹੜੇ ਯਾਦ ਕਰਦੇ ਹਨ, ਜਿਹੜੇ ਉਹਨਾਂ ਦੇ ਬੜੇ ਕਾਮਨ ਰੀਜ਼ਨ ਉਹਨਾਂ ਨੇ ਦੱਸੇ ਹਨ। ਕਿ ਇੱਕ ਰੀਜ਼ਨ ਦੱਸਿਆ ਨੇ, ਜੇ ਕੋ ਆਪਣਾ ਦੁੱਖ ਮਿਟਾਵੇ। ਹਾਂਜੀ, ਉਹ ਕੀ ਕਰੇ ਬੰਦਾ ਵੀ ਕਈ ਆਂਦੇ ਹੀ ਗੁਰਦੁਆਰੇ ਇਸ ਵਾਸਤੇ ਕਿਉਂਕਿ ਪ੍ਰੋਬਲਮ ਆ ਗਈ ਹੈ ਘਰ। ਹਾਂਜੀ, ਕੋਈ ਇਸ਼ੂ ਆ ਗਿਆ ਘਰ, ਕੋਈ ਬਿਮਾਰ ਹੋ ਗਿਆ, ਪੈਸੇ ਘਟ ਗਏ, ਬਿਜ਼ਨਸ ਨੁਕਸਾਨ ਹੋ ਗਿਆ, ਜੌਬ ਚਲੀ ਗਈ ਹੈ, ਬੱਚਿਆਂ ਨੂੰ ਐਡਮਿਸ਼ਨ ਲੈਣੀ ਹੈ ਸਕੂਲ ਵਿੱਚ। ਹਾਂਜੀ, ਉਹ ਕੋਈ ਦੁੱਖ ਆ ਗਿਆ, ਕੋਈ ਪ੍ਰੋਬਲਮ ਆ ਗਈ, ਕੋਈ ਇਸ਼ੂ ਆ ਗਿਆ ਕੋਈ ਘਰ, ਫਿਰ ਉਹ ਦੌੜਦੇ ਨੇ, ਫਿਰ ਕਿੱਥੇ ਜਾਣ ਵਿਚਾਰੇ। ਠੀਕ ਹੈ, ਆਉਣਾ ਵੀ ਇੱਥੇ ਹੀ ਆਉਣਗੇ ਨਾ, ਕਿੱਥੇ ਆਉਣਗੇ ਹੋਰ। ਇੱਕ ਉਹ ਹੈ ਜਿਹੜੇ ਪ੍ਰਮਾਤਮਾ ਨੂੰ ਧਿਆਨਦੇ ਹਨ, ਜੇ ਕੋ ਆਪਣਾ ਦੁੱਖ ਮਿਟਾਵੇ। ਉਹਦੀ ਵੀ ਲਾਈਨ ਥੱਲੇ ਰਿਜ਼ਲਟ ਥੱਲੇ ਦਿੱਤਾ ਹੋਇਆ ਵੀ ਹਾਂਜੀ, ਜੇ ਕੋ ਆਪਣਾ ਦੁੱਖ ਮਿਟਾਵੇ ਵਾਲੀ ਅਵਸਥਾ ਚ ਆਇਆ ਤਾਂ ਵੀ ਕੋਈ ਗੱਲ ਨਹੀਂ, ਤੂੰ ਗਾ ਪ੍ਰਮਾਤਮਾ ਦੇ ਨਾਂ ਤੇ ਤੇਰਾ ਠੀਕ ਹੋ ਜਾਏਗਾ। ਤੇ ਕਈ ਇਸ ਵਾਸਤੇ ਆਉਂਦੇ ਹਨ ਮੌਤ ਦੇ ਡਰ ਪਿੱਛੋਂ, ਜੇ ਕੋ ਜਨਮ ਮਰਨ ਤੇ ਡਰ ਹੈ। ਬੜੇ ਕਾਮਨ, ਇਹ ਵੀ ਬੜੀ ਕਾਮਨ ਫੇਸ ਹੈ। ਹਾਂਜੀ, ਇਹ ਕਈ ਆਉਂਦੇ ਨੇ, ਯਾਰ ਮੈਂ ਬਿਮਾਰ ਨਾ ਹੋ ਜਾਵਾਂ ਕਿਧਰੇ, ਮਰ ਨਾ ਜਾਵਾਂ ਕਿਧਰੇ, ਜਾਂ ਮੈਨੂੰ ਕੁਝ ਹੋ ਨਾ ਜਾਏ, ਇਸ ਵਾਸਤੇ ਗੁਰਦੁਆਰੇ ਚਲੀਏ ਯਾਰ, ਉੱਥੇ ਕੋਈ ਗੱਲ ਬਣ ਜਾਏਗੀ ਉੱਥੇ। ਜੇ ਕਈ ਦੁੱਖ ਮਿਟਾਉਣ ਵਾਸਤੇ ਆਏ, ਤੇ ਕਈ ਜੇ ਕੋ ਜਨਮ ਮਰਨ ਤੇ ਡਰ ਹੈ। ਤੇ ਕਈ ਆਂਦੇ ਹਨ ਕਿ ਮੇਰੀ ਕੁਝ ਵਾਵਾ ਹੋਵੇ ਥੋੜੀ, ਮੇਰੀ ਕੋਈ ਸੋਭਾ ਬਣੇ ਕੁਝ, ਜਾਂ ਮੈਂ ਜ਼ਿੰਦਗੀ ਵਿੱਚ ਕੁਝ ਅਚੀਵ ਕਰ ਲਵਾਂ, ਜੇ ਕੋ ਆਪਣੀ ਸੋਭਾ ਲੋੜ ਹੈ। ਸਾਧ ਸੰਗ ਇਹ ਹੋਮੇ ਛੋੜੈ। ਇਹ 4 ਐਗਜ਼ਾਮਪਲ ਦਸੀਆਂ ਨੇ, ਹੁਣ ਚੌਥੀ ਐਗਜ਼ਾਮਪਲ ਯਾਦ ਨਹੀਂ ਆਉਂਦੀ ਵੀ ਮੈਨੂੰ। ਇਫ ਸਮਬਡੀ ਰਿਮੈਂਬਰਸ ਯੂ ਕੈਨ ਟੈਲ ਮੀ। ਇੱਕ ਤੇ ਦੁੱਖ ਮਿਟਾਣੇ ਵਾਲੀ ਐਗਜ਼ਾਮਪਲ ਆਈ ਵੀ ਕੋਈ ਦੁੱਖ ਮਿਟਾਣ ਆਂਦਾ ਆਪਣੇ। ਹਾਂਜੀ, ਇੱਕ ਆਂਦਾ ਹੈ ਜਨਮ ਮਰਨ ਤੇ ਡਰ ਹੈ, ਕੋਈ ਡਰਦਾ। ਹੁਣ ਇਹ ਵੀ ਡਰ ਬੜਾ ਵੱਡਾ ਹੈ ਨਾ, ਮੌਤ ਦਾ ਡਰ ਬੜਾ ਵੱਡਾ ਹੈ। ਮੌਤ ਦੇ ਡਰ ਪਿੱਛੋਂ ਬੜੇ ਜਾਂਦੇ ਹਨ ਗੁਰੂ ਕੋਲ। ਹਾਂਜੀ, ਵੀ ਕੁਦਰੇ ਮੈਂ ਨਾ ਮਰ ਜਾਵਾਂ ਜਾਂ ਮੈਨੂੰ ਕੋਈ ਪ੍ਰੋਬਲਮ ਨਾ ਆ ਜਾਏ। ਤੇ ਕਈ ਹਨ 4 ਪਦਾਰਥ ਹਨ ਲਾਸਟ ਵਾਲਾ, ਤੇ ਜੇ ਕੋ ਜਿਹੜੇ 4 ਪਦਾਰਥ ਲੈਣ ਆਉਂਦੇ ਹਨ, ਕਾਮ ਮੋਖ ਧਰਮ ਅਰਥ ਵਾਸਤੇ। ਹਾਂਜੀ, ਕਾਮਨਾ ਲੈਣ ਵਾਸਤੇ ਆਉਂਦੇ ਹਨ, ਜੀਵਨ ਦੇ ਜਿਹੜੀਆਂ ਮਟੀਰੀਅਲ ਪੋਜੈਸ਼ਨਸ ਲੈਣ ਵਾਸਤੇ ਆਉਂਦੇ ਹਨ। ਉਹ ਵੀ ਲੈਣ ਆਉਂਦੇ ਹਨ ਵੀ ਮੈਨੂੰ ਇਹ ਵੱਡਾ ਘਰ ਦੇ ਦਿਓ, ਉਹ ਫਲਾਣ ਚੀਜ਼ ਮੈਨੂੰ ਦੇ ਦਿਓ, ਕਾਰ ਫਲਾਣੀ ਦੇ ਦਿਓ, ਪੈਸੇ ਜ਼ਿਆਦਾ ਦੇ ਦਿਓ, ਜੌਬ ਅੱਛੀ ਕਰ ਦਿਓ ਮੇਰੀ। ਉਹ ਬੜੇ ਤਰੀਕੇ ਹਨ, ਮਨੇ ਪੀਪਲ ਕਮ ਫॉर ਡਿਫਰੈਂਟ ਰੀਜ਼ਨ। ਬੜੀ ਸੋਹਣੀ ਤਰ੍ਹਾਂ ਸੁਖਮਨੀ ਸਾਹਿਬ ਦੀ ਇਸ ਪਦੇ ਵਿੱਚ ਉਹਨਾਂ ਨੇ 4 ਸਭ ਤੋਂ ਵੱਡੇ ਰੀਜ਼ਨ ਪ੍ਰਮਾਤਮਾ ਮਿਲਣ ਦੇ ਇਨਸਾਨਾਂ ਵਿੱਚ ਜਿਹੜੇ ਆਉਂਦੇ ਹਨ, ਉਸ ਕਾਰਨ ਜਿਹੜੇ ਖਿੱਚੇ ਆਉਂਦੇ ਹਨ ਨਾ ਪ੍ਰਮਾਤਮਾ ਕੋਲ, ਉਹਨਾਂ ਦਾ ਜ਼ਿਕਰ ਪਹਿਲੇ ਆਇਆ ਹੈ। ਦੁੱਖ ਮਿਟਾਉਣ ਦਾ, 4 ਪਦਾਰਥ ਮੰਗਣ ਦਾ, ਸੋਭਾ ਲੈਣ ਦਾ, ਤੇ ਜਨਮ ਮਰਨ ਤੇ ਡਰਨ ਦਾ। ਫਿਰ ਅਖੀਰਲੀ ਲਾਈਨ ਵਿੱਚ ਗੁਰੂ ਨਾਨਕ ਦੇਵ ਜੀ ਦੇ 5ਵੇਂ ਰੂਪ ਗੁਰੂ ਅਰਜਨ ਦੇਵ ਮਹਾਰਾਜ ਅਸਲੀ ਗੁਰਮਤ ਦੀ ਅਸਲੀ ਫਿਲਾਸਫੀ ਨੂੰ ਸਾਹਮਣੇ ਰੱਖਦੇ ਹਨ। ਉਹ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਉੱਥੇ ਜਿਹਦੇ ਅੰਦਰ ਨਿਸ਼ਕਾਮ ਪ੍ਰਮਾਤਮਾ ਮਿਲਣ ਵਾਸਤੇ ਜਿਹੜਾ ਆਇਆ ਹੈ, ਜਿਹੜਾ ਗੁਰਦੁਆਰੇ ਤਾਂ ਆਏ ਹੱਥ ਜੋੜ ਕੇ ਕਿ ਮੈਂ ਕੁਝ ਲੈਣ ਨਹੀਂ ਆਇਆ ਜੀ ਤੇਰੇ ਕੋਲ। ਹਾਂਜੀ, ਮੈਂ ਕੁਝ ਮੰਗਣ ਨਹੀਂ ਆਇਆ ਤੇਰੇ ਕੋਲ, ਨਾ ਆਪਣਾ ਜਨਮ ਮਰਨ ਦੇ ਡਰ ਪਿੱਛੇ ਆਇਆ, ਨਾ ਆਪਣਾ ਕੋਈ ਮੈਂ ਪ੍ਰੋਬਲਮ ਲੈ ਕੇ ਆਇਆ ਤੇਰੇ ਕੋਲ ਅੱਜ, ਨਾ ਆਪਣੇ ਬੱਚਿਆਂ ਦੀ ਕੋਈ ਪ੍ਰੋਬਲਮ ਲੈ ਕੇ ਆਇਆ, ਨਾ ਕੋਈ ਮੈਨੂੰ ਮਟੀਰੀਅਲ ਪੋਜੀਸ਼ਨ ਦੀ ਲੋੜ ਹੈ ਜੀ, ਕੋਈ ਘਰ ਵੱਡੇ ਲੈਣ ਵਾਸਤੇ ਨਹੀਂ ਆਇਆ, ਕੋਈ ਜੌਬ ਵੱਡੀ ਚੰਗੀ ਲੈਣ ਵਾਸਤੇ ਨਹੀਂ ਆਇਆ ਮੈਂ। ਹਾਂਜੀ, ਨਾ ਦੁੱਖ ਮਿਟਾਣਾ, ਨਾ ਮੈਂ ਕੋਈ ਜਨਮ ਮਰਨ ਦੇ ਡਰ ਪਿੱਛੋਂ ਆਇਆ, ਮੈਂ ਤੈਨੂੰ ਲੈਣ ਆਇਆ ਕਿਉਂਕਿ ਤੇਰਾ ਪਿਆਰ ਮੈਨੂੰ ਖਿੱਚ ਕੇ ਲੈ ਕੇ ਆਇਆ ਹੈ। ਤੂੰ ਜੋ ਹੈ ਤੂੰ ਮੈਨੂੰ ਮਿਲ, ਤੇਰੇ ਦਰਸ਼ਨਾਂ ਦਾ ਅਭਿਲਾਸੀ। ਇਹੋ ਜਿਹੀ ਭਾਵਨਾ ਵਾਲੇ ਦੀ ਉੱਚ ਜਿਗਿਆਸੂ ਜਿਹੜੇ ਹਨ, ਜਿਹੜੇ ਇਹ ਜਿਹੜੀ ਭਾਵਨਾ ਦੇ ਉੱਚ ਜਿਗਿਆਸੂ ਜਿਹੜੇ ਹਨ, ਉਹਨਾਂ ਨੂੰ ਪ੍ਰਮਾਤਮਾ ਦਾ ਮਿਲਣ ਹੁੰਦਾ। ਕਿਉਂਕਿ ਜਿਸ ਪ੍ਰਭ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ ਹੈ। ਉਹਨਾਂ ਦੇ ਨਾਨਕ ਫਿਰ ਬਲ ਬਲ ਜਾਂਦੇ ਆ। ਤੇ ਜਿਹੜੇ ਦੁੱਖ ਮਿਟਾਉਣ ਆਉਂਦੇ ਹਨ, ਉਹਨਾਂ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ ਉੱਤੇ ਉਹਨਾਂ ਨੇ।
ਜੇ ਕੋਈ ਜਨਮ ਮਰਨ ਦੇ ਡਰ ਪਿੱਛੋਂ ਆਉਂਦੇ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ, ਪਰ ਬਲ ਨਹੀਂ ਜਾਂਦੇ ਉਹਨਾਂ ਦੇ ਪਿੱਛੇ। ਉਹਨਾਂ ਨੂੰ ਧਿਕਾਰਿਆ ਨਹੀਂ ਹੈ ਜਿਹੜੇ ਚਾਰ ਪਦਾਰਥ ਲੈਣ ਆਉਂਦੇ ਆ, ਜਿਹੜੀ ਸੋਭਾ ਲੋੜਨ ਆਉਂਦੇ ਹਨ ਆਪਣੀ। ਲੇਕਿਨ ਨਾਨਕ ਉਹਨਾਂ ਦੇ ਬਲ ਨਹੀਂ ਜਾਂਦੇ, ਉਹਨਾਂ ਬਲ ਉਹਨਾਂ ਦੇ ਹੀ ਜਾਂਦੇ ਹਨ ਜੇ ਕੋ ਜਿਸ ਪ੍ਰਭ ਕੋ ਪ੍ਰਭ ਦਰਸ ਪਿਆਸਾ ਵਾਲੀ ਹਾਲਤ ਹੈ ਜਿਨ੍ਹਾਂ ਦੀ। ਇੱਥੇ ਵੀ ਤੀਜੀ ਲਾਮ ਵਿੱਚ ਦਵੇਂ ਵਿਆਹ ਹੋਏ ਦੰਪਤੀ ਨੂੰ ਤੇ ਪ੍ਰਮਾਤਮਾ ਦੇ ਭਗਤਾਂ ਨੂੰ ਇੱਕ ਸਲਾਹ ਦਿੰਦੇ ਹਨ ਕਿ ਹੁਣ ਤੇਰੀ ਜਿਹੜੀ ਸਕਸੈਸਫੁਲ ਲਾਈਫ ਦੀ ਰੈਸਿਪੀਆਂ ਦੋ ਪਹਿਲੀ ਲਾਵਾਂ ਵਿੱਚ ਦਿੱਤੀਆਂ ਹਨ, ਜੇ ਇਸ ਲਾਈਫ ਨੂੰ ਤੁਸੀਂ ਸਕਸੈਸਫੁਲ ਕਰਨਾ ਹੈ ਅਗਰ, ਤੇ ਆਪਣੇ ਜੀਵਨ ਵਿੱਚ ਵਿਰਾਗ ਨੂੰ ਸਥਾਨ ਦਿਓ। ਆਪਣੇ ਜੀਵਨ ਵਿੱਚ ਉਸ ਪ੍ਰਮਾਤਮਾ ਦੀ ਸੈਪਰੇਸ਼ਨ ਦੀ ਪੇਨ ਲੈ ਕੇ ਆਓ। ਜੇ 2 ਘੰਟੇ ਨਾ ਮਿਲੇ ਸ਼ਬਦ, ਜੇ ਕੀਰਤਨ ਤੁਹਾਡੇ ਕੋਲੋਂ 2 ਦਿਨ ਛੁੱਟ ਜਾਏ, ਜੇ ਬਾਣੀ ਤੁਹਾਡੇ ਕੋਲੋਂ 1 ਦਿਨ ਵਿਸਰ ਜਾਏ, 1 ਘੰਟੇ ਵਾਸਤੇ ਵਿਸਰ ਜਾਏ, ਤੁਹਾਨੂੰ ਦਰਦ ਹੋਵੇ ਉਸ ਚੀਜ਼ ਦਾ, ਤੁਹਾਨੂੰ ਅੰਦਰੋਂ ਪੇਨ ਹੋਵੇ, ਤੁਹਾਨੂੰ ਵਿਰਾਗ ਦੀ ਅਵਸਥਾ ਪ੍ਰਾਪਤ ਹੋਵੇ। ਵਿਰਾਗ ਆਏਗਾ, ਸੈਪਰੇਸ਼ਨ ਦੀ ਪੇਨ ਹੋਏਗੀ, ਮਹਿਸੂਸ ਕਰੋਗੇ ਜਦੋਂ ਸੈਪਰੇਸ਼ਨ ਹੈ ਉਹਦੇ ਨਾਲ। ਜਦੋਂ ਉਹ ਅਹਿਸਾਸ ਤੁਹਾਡੇ ਅੰਦਰ ਹੋਏਗਾ, ਤੁਹਾਡੇ ਅੰਦਰ ਉਸ ਪ੍ਰਮਾਤਮਾ ਦਾ ਪਿਆਰ ਅੰਦਰੋਂ ਜਾਗੇਗਾ। ਤੇ ਇਸ ਤਰ੍ਹਾਂ ਜਾਗੇਗਾ ਪਿਆਰ, ਪ੍ਰਮਾਤਮਾ ਦਾ ਪਿਆਰ ਅੰਦਰੋਂ। ਇਹ ਤੁਹਾਨੂੰ ਪ੍ਰਮਾਤਮਾ ਦਾ ਪਿਆਰ ਤੀਜੀ ਲਾਮ ਵਿੱਚੋਂ ਖਿੱਚ ਕੇ ਚੌਥੀ ਲਾਮ ਵਿੱਚ ਲੈ ਜਾਏਗਾ। Let me read the ਤੀਜੀ ਲਾਮ again. Now it will make more sense when we understand the third ਲਾਮ, you know. ਹਰ ਤੀਜੜੀ ਲਾਮ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀਓ। ਮਨ ਦੇ ਅੰਦਰ ਚਾਓ ਪੈਦਾ ਹੋ ਗਿਆ। ਹੁਣ ਮਨ ਦੇ ਅੰਦਰ ਚਾਓ ਕੋਈ ਚੀਜ਼ਾਂ ਵਾਸਤੇ ਨਹੀਂ, ਮਨ ਦੇ ਅੰਦਰ ਚਾਓ ਕੋਈ ਦੁੱਖ ਮਿਟਾਉਣ ਵਾਸਤੇ ਨਹੀਂ, ਮਨ ਦੇ ਅੰਦਰ ਚਾਓ ਕੋਈ ਮਟੀਰੀਅਲ ਪੋਜੀਸ਼ਨ ਲੈਣ ਵਾਸਤੇ ਨਹੀਂ, ਤੈਨੂੰ ਲੈਣ ਵਾਸਤੇ। ਤੇਰੇ ਵਿਰਾਗ ਅੰਦਰ ਮਨ ਦਾ ਚਾਓ ਪੈਦਾ ਹੋ ਗਿਆ, ਕਿਉਂਕਿ ਨਿਰਮਲ ਭਉ ਤੁਸੀਂ ਬਖਸ਼ ਦਿੱਤਾ, ਕਿਉਂਕਿ ਤੁਸੀਂ ਹਜ਼ੂਰੀ ਵਾਲੀ ਜੀਵਨ ਬਖਸ਼ ਦਿੱਤਾ ਸਾਨੂੰ। ਤੁਸੀਂ ਸਾਨੂੰ ਪ੍ਰਵਿਰਤੀ ਕਰਮ ਵਿੱਚ ਦ੍ਰਿੜ ਕਰਾ ਦਿੱਤਾ, ਤੁਸੀਂ ਸਾਨੂੰ ਸਤਿਗੁਰ ਪੁਰਖ ਨੂੰ ਮਿਲਾ ਦਿੱਤਾ। ਇਸ ਵਾਸਤੇ ਹੈ ਮੇਰੇ ਦਾਤਾ, ਹੁਣ ਮੇਰੇ ਅੰਦਰ ਵਿਰਾਗ ਦਾ ਚਾਓ ਵੀ ਪੈਦਾ ਕਰੋ। ਹੁਣ ਮੇਰੇ ਅੰਦਰ ਆਪਣੇ ਆਪ ਨੂੰ ਮਿਸ ਕਰਨ ਦਾ ਵੀ ਚਾਓ ਪੈਦਾ ਕਰੋ ਮੇਰੇ ਅੰਦਰ। ਇਹ ਨਵੇਂ ਦੰਪਤੀ ਨੂੰ ਉਪਦੇਸ਼ ਹੈ ਕਿ ਜੇ ਸਕਸੈਸਫੁਲ ਮੈਰਿਜ ਤੱਕ ਰੁਕ ਗਏ ਤੇ ਗੁਰੂ ਨਾਨਕ ਦੇ ਹਿਸਾਬ ਨਾਲ ਤੇ ਫੇਲ ਹੋ ਗਏ ਤੁਸੀਂ। ਇਸੀ ਵਾਸਤੇ ਮੈਂ ਪਹਿਲੇ ਵੀ ਕਿਹਾ ਸੀ ਕਿ ਪਹਿਲੀ ਲਾਮ ਵਿੱਚ ਜਿੱਥੇ ਪ੍ਰਵਿਰਤੀ ਕਰਨ ਨੂੰ ਦ੍ਰਿੜ ਕਰਾਇਆ ਸੀ ਨੇ, ਗੁਰਬਾਣੀ ਵਿੱਚ ਬਹੁਤੀ ਥਾਈਂ ਪ੍ਰਵਿਰਤੀ ਕਰਨ ਦੀ ਨੈਗੇਟਿਵ ਕਨੋਟੇਸ਼ਨ ਵਿੱਚ ਵੀ ਆਏ ਹਨ। ਪ੍ਰਵਿਰਤ ਮਾਰਗੰ ਪ੍ਰਤੰਤ ਵਿਨਾਸ਼ਨੰ, ਮੈਂ ਕਿਹਾ ਸਨ ਪਿਛਲੀ ਵਾਰੀ ਸ਼ਲੋਕ ਸੰਸਕ੍ਰਿਤੀ ਵਿੱਚੋਂ, ਕਿਉਂਕਿ ਪ੍ਰਵਿਰਤੀ ਦਾ ਮਾਰਗ ਐਂਡ ਨਹੀਂ ਹੈ। ਹਰ ਤੀਜੜੀ ਲਾਮ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀਓ। ਇਹ ਕਿੱਥੋਂ ਮਿਲਦਾ ਹੈ? ਹੁਣ ਨੈਕਸਟ ਇਸ਼ੂ ਹੈ, ਇਹ ਵਿਰਾਗ ਦੀ ਭਾਵਨਾ, ਪਰਮੇਸ਼ਰ ਨਾਲ ਮਿਲਾਪ, ਪਰਮੇਸ਼ਰ ਦਾ ਪਿਆਰ ਕਿੱਥੋਂ ਉਤਪੰਨ ਹੁੰਦਾ ਹੈ? ਸੋਰਸ ਕੀ ਹੈ ਇਹਦੇ? ਸੋਰਸ ਹੈ, 2 ਸੋਰਸਸ ਦਸੀਆਂ ਹਨ, ਪਰ ਸਭ ਤੋਂ ਇੰਪੋਰਟੈਂਟ ਸੋਰਸ ਹੈ ਸਤਸੰਗ। ਆਪਣੇ ਉਹਨਾਂ ਪਿਆਰਿਆਂ ਦੀ ਜਿਨ੍ਹਾਂ ਚ ਆਲਰੇਡੀ ਵੈਰਾਗ ਹੈ, ਜਿਹੜੇ ਆਲਰੇਡੀ ਜੁੜੇ ਹੋਏ ਹਨ, ਜਿਹੜੇ ਆਲਰੇਡੀ ਉਹਨਾਂ ਨੂੰ ਦਰਸ਼ਨਾਂ ਦੀ ਤਾਂਘ ਜਿਨ੍ਹਾਂ ਦੇ ਅੰਦਰ ਹੈ, ਉਹਨਾਂ ਨਾਲ ਮੇਲ ਜੋਲ ਰੱਖਣਾ, ਉਹਨਾਂ ਨਾਲ ਆਪਣਾ ਰਿਸ਼ਤਾ ਕਾਇਮ ਕਰਨਾ, ਉਹਨਾਂ ਨਾਲ ਦਿਨ ਰਾਤ ਗੱਲਾਂ ਕਰਨੀਆਂ, ਉਹਨਾਂ ਦੀ ਕੰਪਨੀ ਵਿੱਚ ਆਪਣੀ ਜ਼ਿੰਦਗੀ ਨੂੰ ਬਿਤਾਉਣਾ। ਕਿਉਂਕਿ ਉਹਨਾਂ ਨਾਲ ਰਹਿਣ ਨਾਲ, ਉਹ ਜੇ ਬੰਦਿਆਂ ਨਾਲ ਰਹਿਣ ਨਾਲ ਜਿਨ੍ਹਾਂ ਦੇ ਅੰਦਰ ਇਹ ਵਿਰਾਗ ਅੰਦਰੋਂ ਫੁੱਟ ਕੇ ਪੈਂਦਾ ਹੈ, ਜਿਨ੍ਹਾਂ ਦੀ ਪ੍ਰਮਾਤਮਾ ਮਿਲਣ ਦੀ ਤਾਂਘ ਬਹੁਤੀ ਹੈ ਜਿਨ੍ਹਾਂ ਦੇ ਅੰਦਰ, ਜੇ ਅਗਰ ਉਹਨਾਂ ਦੇ ਨਾਲ ਤੁਹਾਡਾ ਮਿਲ ਵਰਤਣਾ ਜ਼ਿਆਦਾ ਹੋਏਗਾ, ਗਾਰੰਟੀ ਤੇ ਕਿਸੇ ਚੀਜ਼ ਦੀ ਨਹੀਂ ਲਾਈਫ ਵਿੱਚ, ਗਾਰੰਟੀ ਕੋਈ ਨਹੀਂ ਕਰ ਸਕਦਾ, ਪਰ ਪ੍ਰੋਬੇਬਿਲਿਟੀ ਤੁਹਾਡੀ ਬਹੁਤ ਵੱਧ ਜਾਏਗੀ। ਤੁਹਾਨੂੰ ਮਿਲਣ ਦੇ ਚਾਂਸਸ ਤੁਹਾਡੇ ਵੱਧ ਜਾਣਗੇ। ਤੁਹਾਨੂੰ ਉਸ ਪ੍ਰਾਪਤੀ, ਤੁਹਾਡੇ ਅੰਦਰ ਵਿਰਾਗ ਪੈਦਾ ਹੋਣ ਦੀ ਪ੍ਰੋਬੇਬਿਲਿਟੀ 10 ਟਾਈਮਸ 100 ਟਾਈਮ ਜ਼ਿਆਦਾ ਵੱਧ ਜਾਏਗੀ ਜਦੋਂ ਤੁਸੀਂ ਉਹਨਾਂ ਨਾਲ ਮੇਲ ਜੋਲ ਰੱਖੋਗੇ। ਉਹ ਕੌਣ ਹਨ? ਉਹ ਸੰਤ ਜਨ ਹੈ। ਤੇ ਸੰਤ ਜਨ ਕੌਣ ਹਨ? ਸੰਤ ਉਹ ਨਹੀਂ ਜਿਹੜੇ ਚਿੱਟੇ ਚੋਗੇ ਪਾ ਕੇ ਤੇ ਹਮੇਸ਼ਾ ਉਹ ਇੱਕ ਸਰਟਨ ਕੋਈ ਵੇ ਨਾਲ ਦਿਖਦਾ ਹੋਵੇ। ਮੈਂ, ਤੁਸੀਂ, ਕੋਈ ਵੀ ਜਿਹੜਾ ਸੁਣ ਰਿਹਾ ਹੈ ਅੱਜ, ਕੋਈ ਵੀ ਸੰਤ ਬਣ ਸਕਦਾ ਹੈ। ਗੁਰਬਾਣੀ ਵਿੱਚ ਕੋਈ ਪਾਰਟਿਕੂਲਰ ਕੋਈ ਕਿਸੇ ਦੇ ਕੱਪੜੇ ਜਾਂ ਕਿਸੇ ਦੇ ਵਿਵਹਾਰ ਦੇ ਉੱਤੇ ਨਹੀਂ ਹੈ, ਉਹਦੀਆਂ ਕੁਆਲਿਟੀਆਂ ਦੇ ਉੱਤੇ ਹੈ। ਤੇ ਨੈਕਸਟ ਸੰਡੇ ਅਗਰ ਮੈਨੂੰ ਯਾਦ ਰਿਹਾ ਤੇ ਮੈਂ ਸੰਤ ਦੀਆਂ ਕੁਆਲਿਟੀ ਦੇ ਉੱਤੇ ਗੁਰਬਾਣੀ ਦੇ ਹਿਸਾਬ ਦੇ ਨਾਲ ਕੌਣ ਹੈ ਉਹ ਪੁਰਖ, ਕੌਣ ਹੈ ਉਹ ਪੂਰਨ ਸੰਤ, ਉਹਦੀ ਡੈਫੀਨੇਸ਼ਨ ਗੁਰਬਾਣੀ ਬੜੀ ਤਰ੍ਹਾਂ ਆਈ ਹੈ। 1-2 ਸ਼ਲੋਕਾਂ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਉਸ ਡੈਫੀਨੇਸ਼ਨ ਦੀ ਕੋਸ਼ਿਸ਼ ਕਰਾਂਗਾ ਦੇਣ ਦੀ। ਤੇ ਸੰਤ ਜਨਾਂ ਦਾ ਮੇਲ ਜਿਹੜਾ ਹੈ,
ਭਾਵ ਜਿਹੜਾ ਗੁਰਬਾਣੀ ਵਿੱਚ ਜਿਹੜਾ ਸਤਸੰਗ ਹੈ ਉਹਦੇ ਉੱਤੇ ਬਹੁਤ ਜ਼ੋਰ ਹੈ ਇਸ ਲਾਮ ਵਿੱਚ। ਲੈਟ ਮੀ ਰੀਡ ਆਊਟ ਟੂ ਯੂ ਅਗੇਨ। ਸੰਤ ਜਨਾ ਹਰ ਮੇਲ ਹਰ ਪਾਇਆ, ਵੱਡ ਭਾਗੀਆ ਬਲਰਾਮ ਜੀਓ। ਇਹ ਵਿਰਾਗ ਦੀ ਫੀਲਿੰਗ ਆਈ ਤਦੋਂ ਹੈ ਮੈਨੂੰ, ਜਦੋਂ ਮੈਂ ਜੁੜਿਆ ਹੋਏ ਦੀ ਸੰਗਤ ਵਿੱਚ ਮੈਨੂੰ ਤੁਸੀਂ ਭੇਜਿਆ ਹੈ, ਜਿੱਥੇ ਜੁੜੇ ਹੋਏ ਬੈਠ ਕੇ ਉਸ ਨੂੰ ਯਾਦ ਕਰਦੇ ਹਨ। ਉਹ ਜਿੱਥੇ ਫਿਰ ਉਹਨੂੰ ਯਾਦ, ਕਿਉਂਕਿ ਸਤਸੰਗ ਦੀ ਬੜੀ ਤਾਕਤ ਬੜੀ ਹੈ। ਹੁਣ ਇੱਥੇ ਤੁਸੀਂ ਸਾਰੇ ਬੈਠੇ ਹੋਏ ਗੱਲਾਂ ਸੁਣਦੇ ਪਿਓ, ਇਹ ਹੁਣ ਸੁਣਨ ਤੋਂ, ਇਹ ਕਲਾਸ ਖਤਮ ਹੋਣ ਤੋਂ ਘੰਟਾ 2 ਘੰਟੇ, ਕਈ ਵਾਰੀ ਅੱਧਾ ਘੰਟਾ, ਡਿਪੈਂਡਿੰਗ ਔਨ ਤੁਹਾਡੀ ਸੁਰਤ ਦਾ ਲੈਵਲ ਕਿੰਨਾ ਹੈ, ਇਹ ਤੁਹਾਡੇ ਨਾਲ ਰਹਿਣਗੀਆਂ ਇਹ ਗੱਲਾਂ ਥੋੜੀ ਦੇਰ। ਜਿਨ੍ਹਾਂ ਦਾ ਸੁਰਤ ਬਹੁਤ ਉੱਚੀ ਹੈ, ਜਿਨ੍ਹਾਂ ਦੀ, ਉਹਨਾਂ ਨੂੰ ਸ਼ਾਇਦ ਅਗਲੇ ਦਿਨ ਜਾਂ 2 ਦਿਨਾਂ ਤੱਕ ਗੱਲਾਂ ਰਹਿਣ ਉਹਨਾਂ ਦੇ ਅੰਦਰ, ਇਹ ਗੱਲਾਂ ਚੱਲਣ ਉਹਨਾਂ ਦੇ ਅੰਦਰ। ਹਾਂਜੀ, ਕਿ ਕੋਈ ਕਹੇਗਾ ਯਾਰ ਗੁਰੂ ਦੀ ਬਾਣੀ ਬੜਾ ਉਕਸਾਂਦੀ ਹੈ, ਗੁਰੂ ਦੀ ਬਾਣੀ ਬੜਾ ਇਨਕਰੇਜ ਕਰਦੀ ਹੈ ਪ੍ਰਮਾਤਮਾ ਤਰਫ ਆਉਣ ਦੀ, ਮੇਬੀ ਆਈ ਸ਼ੁਡ ਟਰਾਈ ਇਟ ਹਾਰਡਰ, ਯੂ ਨੋ, maybe I should give it another shot, maybe I should try to look for those people, maybe I should see who my company is, you know। ਤੇ ਜਿਨ੍ਹਾਂ ਦੀ ਸੁਰਤ ਥੱਲੇ ਹੈ, ਜਿਨ੍ਹਾਂ ਦੀ ਹਾਲੇ ਉਸ ਲਿਵ ਲੱਗੀ ਨਹੀਂ ਹੈ, ਉਹਨਾਂ ਨੂੰ ਸੁਣਦੇ ਹੋਏ ਵੀ, ਹੁਣ ਵੀ ਕਲਾਸ ਸੁਣਦੇ ਹੋਏ ਵੀ ਕਈ ਵਾਰੀ ਧਿਆਨ ਕਿਧਰੇ ਇੱਧਰ ਉੱਧਰ ਜਾ ਸਕਦਾ, ਤੇ ਕਲਾਸ ਖਤਮ ਹੋਣ ਤੋਂ ਬਾਅਦ ਵੀ ਧਿਆਨ ਆਏ ਨਾ ਇਸ ਪਾਸੇ ਅੰਦਰ। ਸੰਤ ਜਨਾ ਹਰ ਮੇਲ ਹਰ ਪਾਇਆ, ਵਡ ਭਾਗੀਆ ਬਲਰਾਮ ਜੀਓ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਇਹ ਉਸ ਉੱਚ ਕੋਟੀ ਦੇ ਜਿਗਿਆਸੂ ਦੀ ਵਰਣਨ ਹੈ, ਜਿਸ ਉੱਚ ਕੋਟੀ ਦੇ ਜਿਗਿਆਸੂ ਨੂੰ ਵੈਰਾਗ ਵਾਲੀ ਅਵਸਥਾ ਪ੍ਰਾਪਤ ਹੋਈ ਹੈ, ਜਿਸ ਨੂੰ, ਜੋ ਸੁਭਾਗੇ ਹਨ, ਧਨ ਹਨ ਉਹ ਜਿਹੜੇ, ਉਹ ਜਨ ਧਨ ਹਨ ਜਿਨ੍ਹਾਂ ਨੂੰ ਸਵਾਸ ਸਵਾਸ ਪ੍ਰਮਾਤਮਾ ਚੇਤੇ ਆਉਂਦਾ ਹੈ। ਜਿਨ੍ਹਾਂ ਨੂੰ ਨਾ ਚੇਤੇ ਆਏ ਤੇ ਉਹ ਵਿਰਹ ਦੀ ਅਗਨੀ ਵਿੱਚ ਤੜਪਦੇ ਹਨ, ਜਿਹੜੇ, ਜਿਨ੍ਹਾਂ ਨੂੰ ਅੰਨ ਪਾਣੀ ਨਹੀਂ ਪਾਉਂਦਾ, ਜਿਨ੍ਹਾਂ ਦਾ ਅੱਖਾਂ 'ਚ ਹੰਝੂ 24 ਘੰਟੇ ਵੱਜਦੇ ਹਨ। ਤੇ ਇਹ ਵਿਰਾਗ ਦੀ ਭਾਵਨਾ ਜਨਮ ਸਾਖੀਆਂ ਤੁਸੀਂ ਪੜ੍ਹੋ ਜਦੋਂ, ਤੇ ਜਨਮ ਸਾਖੀਆਂ ਵਿੱਚ ਗੁਰੂ ਨਾਨਕ ਦੇਵ ਦੇ ਜਨਮ ਜੋ ਛੋਟੇ ਹੁੰਦਿਆਂ ਵੀ ਇਹ ਵਿਰਾਗ ਉਹਨਾਂ 'ਚ, ਛੋਟੇ ਹੁੰਦਿਆਂ ਬੜਾ ਵਿਰਾਗ ਅੰਦਰੋਂ ਉਤਪੰਨ ਹੁੰਦਾ। ਹਰ ਬੱਚੇ ਜਿਸ ਤਰ੍ਹਾਂ ਖੇਲਦੇ ਨਹੀਂ ਸਨ, ਹਰ ਬੱਚਾ ਇਸ ਬਾਹਰ ਖੇਡਣ ਨਹੀਂ ਜਾਣਾ, ਹਰ ਬੱਚਾ ਜਿਸ ਤਰ੍ਹਾਂ ਬਾਹਰ, ਜਿਸ ਤਰ੍ਹਾਂ ਉਛਲ ਕੂਦ ਕਰਦੇ ਹਨ ਲੋਕ, ਖੇਲ ਮਖੌਲਾ ਕਰਦੇ ਨਹੀਂ ਹਨ। ਜਨਮ ਸਾਖੀਆਂ 'ਚ ਇੱਥੇ ਤੱਕ ਲਿਖਿਆ ਆਇਆ ਕਿ ਮਾਂ ਨੂੰ ਫਿਕਰ ਵੀ ਹੋਈ ਇੱਕ ਦਿਨ ਬੜੀ, ਵੀ ਫਿਕਰ ਕੀ ਹੈ ਬੜਾ ਯਾਰ, ਇਹ ਕੀ ਕਰਦੇ ਹਨ, ਪੂਰਾ ਦਿਨ ਬਾਹਰ ਜਾ ਕੇ ਬੈਠੇ ਰਹਿੰਦੇ ਹਨ, ਇਹ ਕੀ ਕਰਦੇ ਹਨ, ਅਸਮਾਨਾਂ ਨੂੰ ਤੱਕਦੇ ਰਹਿੰਦੇ ਹਨ ਹਮੇਸ਼ਾ, ਕੀ ਹੈ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਤੇ ਨਹੀਂ ਹੈ, ਕੋਈ ਇਸ਼ੂ ਤੇ ਨਹੀਂ ਹੈ। ਜਨਮ ਸਾਖੀਆਂ 'ਚ ਇੱਥੇ ਤੱਕ ਲਿਖਿਆ ਹੋਇਆ ਹੈ ਕਿ ਫਿਰ ਬੁਲਾਇਆ ਨਾ, ਵੈਦ ਨੂੰ ਵੀ ਬੁਲਾਇਆ ਘਰ ਵੀ, ਦੇਖੋ ਕੋਈ ਪ੍ਰੋਬਲਮ ਤੇ ਨਹੀਂ, ਕੋਈ ਫਿਜ਼ੀਕਲ ਏਲਮੈਂਟ ਤੇ ਨਹੀਂ ਆ ਗਈ ਮੇਰੇ ਬੱਚੇ ਨੂੰ। ਸਾਡੇ ਨਾਲ ਵੀ ਹੁੰਦਾ, ਸਾਡਾ ਬੱਚਾ ਕੋਈ ਅਗਰ ਕੋਈ ਦੇਖੋ ਬਿਹੇਵੀਅਰ ਠੀਕ ਨਾ ਹੋਵੇ ਕਿਸੇ ਦਾ, ਕੋਈ ਜ਼ਿਆਦਾ ਕੋਈ ਬੋਲ ਨਾ ਰਿਹਾ ਹੋਵੇ, ਚੁੱਪਚਾਪ ਹੋ ਜਾਵੇ, ਕੁਝ ਹੋ ਜਾਏ, ਕੋਈ ਬੰਦੇ ਨੂੰ ਡਰ ਹੋਈਏ, ਕੁਝ ਪ੍ਰੋਬਲਮ ਤੇ ਨਹੀਂ ਆ ਗਈ ਕੋਈ। ਆਏ ਨਾ ਵਰਡ ਕਿ ਵੈਦ ਬੁਲਾਇਆ, ਵੈਦਗੀ ਤੇ ਪਕੜ ਟੰਡੋਲੇ ਬਾਏ ਨਾ, ਸ਼ਬਦ ਗੁਰਬਾਣੀ 'ਚ ਵਰਡ ਆਏ ਨਾ ਵਾਲੇ। ਤੇ ਇਹ ਜਿਹੜਾ ਵਰਡ ਹੈ ਨਿਰਮਲ ਹਰ ਪਾਇਆ, ਹਰ ਗੁਣ ਬਾਇਆ, ਮੁਖ ਬੋਲੀ ਹਰ ਬਾਣੀ, ਇਹ ਉਸ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਵਰਡ ਆਏ ਹਨ। ਕਿ ਅੱਗੇ ਲਾਈਨ ਹੈ, ਸੰਤ ਜਨਾ ਵਡ ਭਾਗੀ ਪਾਇਆ, ਹਰ ਕਥੀਏ ਅਕਥ ਕਹਾਣੀ। ਇਹ ਉਸ ਸੰਤ ਜਨਾਂ ਦੇ ਭਾਵ ਸਤਸੰਗਤ ਦੇ ਮੇਲ ਨਾਲ ਵਿਰਾਗ ਦੀ ਸਥਿਤੀ ਪ੍ਰਾਪਤ ਹੁੰਦੀ ਹੈ। ਤੇ ਮੈਨੂੰ ਕੋਈ ਕਵੇ ਹੋਣਗੇ ਜਦੋਂ ਕਿੱਥੋਂ ਮਿਲੇ ਉਹ ਜੇ ਬੰਧਨ ਜੀ, ਬੜੇ ਲੋਕ ਕਲਾਸ ਮੈਨੂੰ ਕਹਿੰਦੇ ਹੁੰਦੇ ਬਾਅਦ ਚ ਆ ਕੇ, how do we find such people? There are people all around you, you have to look for them. There are people who might on a scale of 1 to 10 might be a level 4 or 5 or 6, but there are people around you. And if by chance you are the only Sikh living in that place and there's nobody around you, then you start reading Guru Nanak Chamatkar, then you start reading Kalgidhar Chamatkar, then you start reading Santhya, then you start reading, you know, koi bhi Gurbani oriented, then ਤੁਸੀਂ start reading ਭਾਈ ਗੁਰਦਾਸ ਨੂੰ ਪੜ੍ਹਨਾ ਸ਼ੁਰੂ ਕਰ ਦਿਓ। ਫਿਰ ਤੁਸੀਂ ਉਹਨਾਂ ਦੇ ਕਬਿਤ ਸਵੀਏ ਤੇ ਉਹਨਾਂ ਦੀਆਂ ਵਾਰਾਂ ਵਿੱਚੋਂ ਭਾਈ ਨੰਦ ਲਾਲ ਨੂੰ ਪੜ੍ਹਨਾ ਸ਼ੁਰੂ ਕਰੋ, ਫਿਰ ਜੇ ਨਹੀਂ ਹੈ ਕੋਈ ਨਾਲ ਤੁਹਾਡੇ। So I'm going to stop here for 1 second here and give myself a break and make sure that all this is sinking in, you know, completely। ਹਾਂਜੀ, ਕਿਉਂਕਿ ਤੀਜੀ ਲਾਮ ਦਾ ਭਾਵ ਪਹਿਲੀਆਂ 2 ਲਾਵਾਂ ਨਾਲੋਂ ਜ਼ਿਆਦਾ ਗੰਭੀਰ ਹੈ, ਬਹੁਤ ਸੀਰੀਅਸਨੈਸ ਹੈ ਇਸਲਾਮ ਵਿੱਚ ਬਹੁਤ। ਪਹਿਲੀਆਂ 2 ਲਾਵਾਂ ਨਾਲੋਂ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਇਹ ਲਾਮ ਲਿਖੀ ਗਈ ਹੈ। I'm going to stop for a few minutes and see if anybody has any questions or concerns, you know।
ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਵੀਰ ਜੀ, ਇਹ ਜਿਹੜੇ ਤੁਸੀਂ ਸੰਗਤ ਦੀ ਗੱਲ ਕੀਤੀ, ਸੰਤ ਜਨਾਂ ਦੀ ਗੱਲ ਕੀਤੀ, ਇਹੋ ਜਿਹੇ ਬੰਦਿਆਂ ਦੇ ਨਾਲ ਮਿਲਣਾ ਚਾਹੀਦਾ ਹੈ ਵੀ ਜਿਨ੍ਹਾਂ ਦੇ ਅੰਦਰ ਵੈਰਾਗ ਦੀ ਅਵਸਥਾ ਹੋਵੇ, ਤੇ ਉਹਨਾਂ ਨਾਲ ਮਿਲ ਕੇ ਤੁਹਾਨੂੰ ਵੈਰਾਗ ਜ਼ਿਆਦਾ ਪੈਦਾ ਹੋਏਗਾ। ਐਂਡ ਯੂ ਆਨਸਰਡ ਦੈਟ ਕੁਐਸਚਨ ਆਲਸੋ ਕਿ ਬਈ ਉਹਨਾਂ ਨੂੰ ਲੱਭਿਆ ਕਿੱਦਾਂ ਜਾਏ, ਬਈ ਇਹੋ ਜਿਹੇ ਬੰਦੇ ਕਿੱਥੇ ਮਿਲਦੇ ਨੇ। ਬਟ ਮਤਲਬ ਡੈਫੀਨੇਟਲੀ ਜੇ ਤਾਂ ਪਹਿਲੀ ਗੱਲ ਏਦਾਂ ਦੇ ਮਿਲਦੇ ਨਹੀਂ ਕੋਈ ਬਈ ਜਿਨ੍ਹਾਂ ਦੇ ਮਨ 'ਚ ਵਾਕਈ ਹੀ ਵਾਹਿਗੁਰੂ ਲਈ ਵਿਰਾਗ ਹੋਵੇ। ਦੂਜੀ ਗੱਲ, ਜੇ ਮਿਲਦੇ ਨੇ ਤਾਂ ਉਹ ਕੋਈ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਆ, ਕੋਈ ਕਿਸੇ ਨਾਲ ਡਿਸਕਸ਼ਨ ਗੱਲ ਨਹੀਂ ਕਰਦੇ ਤਾਂ ਕਿ ਉਹਨਾਂ ਦੇ ਮਨ 'ਚ ਹਉਮੈ ਆ ਜਾਏ। ਤੇ ਕੁਐਸਚਨ ਇਜ਼ ਕਿ ਬਈ ਜੇ ਏਦਾਂ ਦੇ ਬੰਦਿਆਂ ਨੂੰ, ਮਹਾਂਪੁਰਖਾਂ ਨੂੰ, ਸੰਤਾਂ ਨੂੰ, ਏਦਾਂ ਦਿਆਂ ਨੂੰ ਲੱਭਣਾ ਹੈ, ਕੋਈ ਏਦਾਂ ਦੀ ਜਗ੍ਹਾ ਵੇਅਰ ਇਜ਼ ਦਾ ਹਾਈਐਸਟ ਪ੍ਰੋਬੇਬਿਲਿਟੀ। ਸੰਗਤ ਤੇ ਜਿਵੇਂ ਤੁਸੀਂ ਕਹਿੰਦੇ ਨਾ ਵੀ ਚਲੋ ਗੁਰਦੁਆਰੇ ਚਲੇ, ਹੁਣ ਗੁਰਦੁਆਰੇ ਵੀ ਚਲੇ ਗਏ, ਤੁਸੀਂ ਉੱਥੇ ਬੈਠੇ ਹੋ ਤਾਂ ਏਦਾਂ ਤੁਹਾਨੂੰ ਮਤਲਬ ਪਤਾ ਨਹੀਂ ਲੱਗਦਾ ਕਿੱਥੇ, ਮਤਲਬ ਇੰਡੀਆ ਵਿੱਚ, US 'ਚ, ਕੈਨੇਡਾ ਵਿੱਚ ਕਿੱਥੇ ਕੋਈ 2 4 10 ਬੰਦੇ ਏਦਾਂ ਦੇ ਹੋਣ ਬਈ ਕੋਈ ਏਦਾਂ ਦੇ ਕੋਈ ਨਾਮ ਹੋਣ ਜਾਂ ਕੋਈ ਤੁਸੀਂ ਏਦਾਂ ਪਹੁੰਚੇ ਹੋਏ ਹੋਣ ਜਿਨ੍ਹਾਂ ਨੂੰ ਮਿਲ ਕੇ ਤਾਂ ਅੱਗੇ ਕੁਝ ਬੈਟਰ ਗੱਲ ਬਣ ਸਕੇ ਕੁਝ। ਵਿੱਚ ਤੁਹਾਡਾ ਕੁਐਸਚਨ ਇਜ਼ ਅ ਵੈਰੀ ਗੁੱਡ ਕੁਐਸਚਨ ਔਰ ਇਹ ਬੜਾ ਪ੍ਰੈਕਟੀਕਲ ਕੁਐਸਚਨ ਹੈ। ਕਲਾਸ ਵਿੱਚ ਮੇਰੇ ਮਨ 'ਚ ਇਹ ਹੈ ਕਿ ਬੰਦਾ ਜਦੋਂ ਸੱਚੇ ਮਨੋਂ ਬੰਦਾ ਅਰਦਾਸ ਕਰਦਾ ਨਾ ਮਨੋਂ ਅੰਦਰੋਂ ਕਿ ਹੇ ਮੇਰੇ ਗੁਰੂ, ਹੇ ਮੇਰੇ ਪ੍ਰਮਾਤਮਾ, ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਉਹ ਸੰਗਤ ਬਖਸ਼ ਦਿਓ। ਦੇਖੋ ਹੁਣ ਤੁਸੀਂ ਵੀਰ ਜੀ ਕਿੰਨੇ ਦੂਰ ਬੈਠੇ ਹੋ ਨਾ, ਹੁਣ ਆਈ ਡੋਂਟ ਇਵਨ ਨੋ ਤੁਸੀਂ ਕਿੱਥੇ ਬੈਠੇ ਹੋਏ, ਮੈਨੂੰ ਇਹ ਵੀ ਨਹੀਂ ਪਤਾ ਵਿਚ ਮੈਂ ਪਲੇਸ ਵੀਰ ਜੀ ਯੂ ਦੁਬਈ 'ਚ ਪ੍ਰੋਬਬਲੀ ਨਾਟ ਹੈਗਾ, ਇਨ। ਹਾਂਜੀ, ਕਿੱਥੇ ਹੋ ਜੀ ਤੁਸੀਂ? ਦੁਬਈ 'ਚ ਹੈਗਾ ਵੀਰ ਜੀ। ਤੁਸੀਂ ਦੁਬਈ ਬੈਠੇ ਹੋਏ ਹੋ? ਹਾਂਜੀ, ਹਾਂਜੀ। ਤੇ ਮੈਂ ਹਲੇ ਬੈਠਾ ਹੋਇਆ ਹਾਂ ਤੇ ਤੁਸੀਂ ਸਤਸੰਗਤ ਕਰਦੇ ਪਿਓ ਨਾ, ਇੱਥੇ ਤੁਹਾਡੇ ਮਨ ਵਿੱਚ ਕੁਝ ਤਾਂਗ ਹੈ ਸੀ ਪ੍ਰਮਾਤਮਾ ਮਿਲਣ ਦੀ, ਤੇ ਤੁਹਾਨੂੰ ਕਿਸੇ ਨੇ ਪ੍ਰੇਰਿਆ ਇੱਥੇ ਆਉਣ ਵਾਸਤੇ, ਤੁਸੀਂ ਇਹ ਸੰਗਤ ਵਿੱਚ ਜੁੜ ਗਏ ਤੇ ਇੱਥੇ ਬੈਠ ਕੇ ਤੁਸੀਂ ਉਹ ਵਲਵਲੇ ਜਿਹੜੇ ਹਨ ਅੰਦਰੋਂ ਮਹਿਸੂਸ ਕਰਨੇ ਸ਼ੁਰੂ ਕਰ ਦਿੱਤੇ। ਤੇ ਮੇਰਾ ਮਨ ਇਹ ਹੈ ਕਿ ਜਦੋਂ ਮਨ ਸੱਚੇ ਮਨ ਨਾਲ ਅਰਦਾਸ ਕਰਦਾ ਪ੍ਰਮਾਤਮਾ ਦੇ ਅੱਗੇ, ਪ੍ਰਮਾਤਮਾ ਫਿਰ ਉਹ ਟੀਚਰ ਜਿਹੜਾ ਹੈ ਨਾ, ਉਹ ਬੰਦੇ ਜਿਹੜੇ ਹਨ ਤੁਹਾਡੀ ਲਾਈਫ ਵਿੱਚ ਆਣੇ ਸ਼ੁਰੂ ਹੋ ਜਾਂਦੇ ਨੇ। ਉਹ ਬੰਦੇ ਚਾਹੇ ਉਹ ਕਿਤਾਬਾਂ ਦੇ ਰਾਹੀਂ ਆਉਣ ਵੀਰ ਜੀ, ਚਾਹੇ ਉਹ ਰੀਅਲ ਬੰਦਿਆਂ ਦੇ ਰਾਹੀਂ ਆਵਣ, ਚਾਹੇ ਕੀਰਤਨ ਰੂਪ ਵਿੱਚ ਆਵਣ ਉਹ ਬੰਦੇ, ਚਾਹੇ ਗੁਰਦੁਆਰੇ ਜਾ ਕੇ ਉਹ ਬੰਦਿਆਂ ਨਾਲ ਮੇਲ ਹੋਵੇ, ਲੇਕਿਨ ਉਹ ਬੰਦੇ ਹਨ ਵੀਰ ਜੀ ਦੁਨੀਆ 'ਚ ਹਾਲੇ ਵੀ ਖਤਮ ਨਹੀਂ ਹੋਏ। ਇਹ ਗੱਲ ਮੇਰੀ ਯਾਦ ਰੱਖਣਾ ਤੁਸੀਂ। ਠੀਕ ਹੈ ਜੀ। ਉਹ ਬੰਦੇ ਹਨ, ਹਾਲੇ ਵੀ ਹਨ, ਉਹ ਰੂਹਾਂ ਹਨ ਹੁਣ ਵੀ, ਜਿਹੜਾ ਉਸ ਪਿਆਰੇ ਨਾਲ ਨਿਉ ਲਗਾਉਂਦੀਆਂ ਹਨ ਜਿਹੜੇ। ਤੇ ਇਹ ਤੁਸੀਂ ਹੁਣ ਇਹ ਹੈ ਕਿ ਉਹ ਦੂਸਰੀ ਗੱਲ ਇਹ ਹੈ ਕਿ ਉਹ ਜਿੰਨਾ ਮਰਜ਼ੀ ਛੁਪਾਣ ਨਾ ਵੀਰ ਜੀ, ਹਰ ਕਾ ਭਗਤ ਪ੍ਰਗਟ ਨਹੀਂ ਛਪੈ ਆਏ ਵਰਡ ਸੁਖਮਨੀ ਵਿੱਚ, ਉਹ ਛੁਪ ਨਹੀਂ ਸਕਦੇ। ਉਹ ਜੇ ਬੰਦੇ, ਉਹਨਾਂ ਦੇ ਵਿਵਹਾਰ ਤੋਂ ਤੁਹਾਨੂੰ ਉਹਨਾਂ ਦੀ ਅੰਦਰੋਂ ਅੱਖਾਂ ਚੋਂ ਪਿਆਰ, ਉਹਨਾਂ ਦੀ ਕਰਮਾਂ ਚੋਂ ਪਿਆਰ, ਉਹਨਾਂ ਦੇ ਅੱਖਾਂ ਦੇਖ ਕੇ, ਉਹਨਾਂ ਦੀਆਂ ਕੰਮ ਦੇਖ ਕੇ, ਉਹਨਾਂ ਦਾ ਵਿਵਹਾਰ ਦੇਖ ਕੇ ਤੁਹਾਨੂੰ ਉਹਨਾਂ ਦੀ ਪ੍ਰਮਾਤਮਾ ਪ੍ਰੇਮ ਦੀ ਐਗਜ਼ਾਮਪਲ ਜਿਹੜੀਆਂ ਹਨ ਅੰਦਰੋਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਤੁਹਾਡੀਆਂ ਅੱਖਾਂ ਕਹਿ ਦੇਣਗੀਆਂ ਵੀ ਇਹਦੇ ਵਿੱਚ ਕੁਝ ਹੈ। ਕਈਆਂ ਨੂੰ ਮਿਲਦਿਆਂ ਸਾਰ ਕੁਝ ਨਾ ਕੁਝ ਜ਼ਰੂਰ ਅਲੱਗ ਗੱਲਾਂ ਯਾਦ ਆਉਂਦੀਆਂ ਹਨ। ਤੇ ਜੇ ਨਹੀਂ ਹੈ ਕੋਈ ਇਹੋ ਜਿਹਾ ਬੰਦਾ, ਹੋ ਸਕਦਾ ਨਾ ਹੋਵੇ। ਹੁਣ ਮੈਂ ਰਿਪਦਮਨ ਸਿੰਘ ਨੂੰ ਦਿਖਦਾ ਪਿਆ, ਉਹ ਡੈਨਮਾਰਕ ਬੈਠੇ ਹੋਏ ਨੇ, ਕਿ ਕਹਿਣ ਜੀ ਇੱਥੇ ਆਈ ਨਹੀਂ ਸਿੱਖ, ਕੋਈ ਘੱਟ ਹਨ ਸਿੱਖ, ਬੜੇ ਨਹੀਂ ਆਣੇ ਇਹੋ ਜਿਹੇ ਕੋਈ ਬੰਦੇ ਜਿਹੜੇ ਮੈਨੂੰ ਇਸ ਪਾਸੇ ਪ੍ਰੇਰਣ। ਤੇ ਜੇ ਨਹੀਂ ਆਣ ਇਸ ਪਾਸੇ ਪ੍ਰੇਰਣ ਵਾਲੇ ਬੰਦੇ, ਤੇ ਫਿਰ ਬੰਦਾ ਕੁਝ ਉਹਨਾਂ ਦੀ ਸੰਗ ਕਿਤਾਬਾਂ ਨਾਲ ਹੋ ਸਕਦਾ ਹੈ, ਉਹਨਾਂ ਦਾ ਸੰਗ ਉਹਨਾਂ ਦੀਆਂ ਗੱਲਾਂ ਸੁਣ ਕੇ ਹੋ ਸਕਦਾ ਹੈ, ਉਹਨਾਂ ਦਾ ਸੰਗ ਕੀਰਤਨ ਰਾਹੀਂ ਹੋ ਸਕਦਾ ਹੈ, ਉਹਨਾਂ ਦਾ ਸੰਗ ਭਾਈ ਗੁਰਦਾਸ ਦੀਆਂ ਵਾਰਾਂ ਜਾਂ ਭਾਈ ਨੰਦ ਲਾਲ ਜੀ ਦੇ ਕਲਾਮ ਪੜ੍ਹ ਕੇ ਹੋ ਸਕਦਾ ਹੈ, ਉਹਨਾਂ ਦਾ ਸੰਗ ਬਾਣੀ ਰਾਹੀਂ ਹੋ ਸਕਦਾ ਹੈ, ਬੜੇ ਤਰੀਕੇ ਹਨ ਹੋਰ। ਪਰ ਜੋ ਰੰਗ ਮਿਲ ਕੇ ਹੈ ਕਿਸੇ ਨੂੰ, ਜੋ ਰੰਗ ਉਹਦੇ ਚੋਂ ਜਿਹੜੀਆਂ ਆਂਦੀਆਂ ਵਲਵਲੇ, ਉਸ ਰੰਗ ਦਾ ਕੋਈ ਮੁਕਾਬਲਾ ਨਹੀਂ ਹੈ। There is no doubt about that। ਔਰ ਗੁਰਬਾਣੀ ਵਿੱਚ ਇੱਕ ਥਾਈਂ ਨਹੀਂ, ਪਤਾ ਨਹੀਂ ਕਿਤਨੀ ਹਜ਼ਾਰਾਂ ਥਾਈਂ ਇਸ ਜਾਇ ਡਿਸਕਸ਼ਨ ਆਈ ਹੈ ਕਿ ਬਗੈਰ ਉਹਨਾਂ ਜੁੜਿਆ ਹੋਇਆਂ ਦੀ ਸੰਗਤ ਤੋਂ ਬਿਨਾ ਪ੍ਰਮਾਤਮਾ ਪ੍ਰਾਪਤੀ ਹੋਣੀ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਔਰ ਮੇਰੇ ਹਿਸਾਬ ਨਾਲ ਤੇ ਅਸੰਭਵ ਹੈ, ਨਾਨਕ ਦੇ ਘਰ ਵਿੱਚ ਅਸੰਭਵ। ਇੱਥੇ ਉਹਨਾਂ ਬੰਦਿਆਂ ਦਾ ਮੇਲ, ਉਹਨਾਂ ਸੰਤ ਜਨਾਂ ਦਾ ਮੇਲ, ਉਹਨਾਂ ਗੁਰਮੁਖਾਂ ਦਾ ਮੇਲ, ਚਾਹੇ ਉਹ ਫੀਮੇਲ ਹੋਵੇ ਚਾਹੇ ਮੇਲ ਹੋਵੇ, ਚਾਹੇ ਕਿਸੇ ਧਰਮ ਦਾ ਹੋਵੇ, ਉਹ ਕੋਈ ਫਰਕ ਨਹੀਂ ਪੈਂਦਾ। ਸੁਖਮਨੀ ਸਾਹਿਬ ਦੀ ਬਾਣੀ ਵਿੱਚ 3 ਅਸ਼ਪਦੀਆਂ ਇਹਦੇ ਉੱਤੇ ਫੋਕਸ ਕਰਕੇ ਲਿਖ ਦਿੱਤੀਆਂ ਉਹਨਾਂ ਨੇ।
ਸਾਧ ਵਾਲੀ ਅਸ਼ਪਦੀ ਲਿਖੀ ਪਹਿਲੇ ਸਾਧ ਕੇ ਸੰਗ ਵਾਲੀ, ਉਹਦੇ ਪੂਰੀ ਅਸ਼ਪਦੀ ਵਿੱਚ ਇਹੀ ਮਜ਼ਮੂਨ ਹੈ ਸਾਰਾ ਕਿ ਦੇਖ ਜੇ ਇਹਨਾਂ ਦਾ ਸੰਗ ਕਰੇਗਾ, ਜੇ ਇਹਨਾਂ ਨੂੰ ਲੋੜੇਗਾ, ਜੇ ਇਹਨਾਂ ਦਾ ਸੰਗ ਕਰੇਗਾ, ਤੇਰਾ ਜੀਵਨ ਬਦਲ ਜਾਏਗਾ। ਤੇਰਾ ਜੀਵਨ। ਤੁਸੀਂ ਵੀਰ ਜੀ ਕਲਗੀਧਰ ਚਮਤਕਾਰ ਪੜ੍ਹ ਕੇ ਦੇਖੋ, ਤੁਸੀਂ ਕੱਲ ਤੋਂ ਪੜ੍ਹਨਾ ਸ਼ੁਰੂ ਕਰ ਦਿਓ ਕਲਗੀਧਰ ਚਮਤਕਾਰ। ਮੈਂ ਗਾਰੰਟੀ ਕਰਨਾ ਤੁਹਾਨੂੰ, ਤੇ ਤੁਹਾਨੂੰ ਠੀਕ ਤਰ੍ਹਾਂ ਪੜ੍ਹੋ ਅਗਰ ਉਸ ਬੁੱਕ ਨੂੰ, ਔਰ ਆਦ ਤੋਂ ਅੰਤ ਤੱਕ ਪੂਰੀ ਪੜ੍ਹੋ ਤੁਸੀਂ। 2 ਵੋਲਿਊਮ ਹਨ ਉਸ ਕਿਤਾਬ ਦੇ, ਪੜ੍ਹਨਾ ਸ਼ੁਰੂ ਕਰੋ ਕੱਲ ਤੋਂ ਲੈ ਕੇ ਕਲਗੀਧਰ ਚਮਤਕਾਰ, ਤੇ ਤੁਹਾਡੀ ਅੱਖਾਂ ਵਿੱਚੋਂ ਕਲਗੀਧਰ ਪਾਤਸ਼ਾਹ ਦੀ ਦਸਮ ਪਤਾ ਦੇ ਪਿਆਰ ਦੇ ਹੰਝੂ, ਉਹਨਾਂ ਨੂੰ ਤੁਸੀਂ ਮਿਸ ਕਰਨਾ ਸ਼ੁਰੂ ਕਰ ਦਿਓਗੇ ਫਟੋਫਟ। 2 ਚੈਪਟਰ ਪੜ੍ਹੋਗੇ ਨਹੀਂ ਹਾਲੇ ਕਿ ਤੁਹਾਨੂੰ ਲੱਗੇਗਾ ਕਿ ਤੁਹਾਡੇ ਨਾਲ ਬੈਠੇ, 3 ਚੈਪਟਰ ਪੜ੍ਹੋਗੇ ਕਿ ਨਹੀਂ ਤੁਹਾਨੂੰ ਲੱਗੇਗਾ ਕਿ ਕਦੋਂ ਮਿਲਣ, ਮੈਨੂੰ ਕਦੋਂ ਮਿਲਣ ਦਾ ਤੁਹਾਨੂੰ ਅੰਦਰੋਂ ਉਹਨਾਂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਏਗੀ ਅੰਦਰੋਂ ਤੁਹਾਨੂੰ। ਕਿਉਂਕਿ ਇਹ ਸੰਤ ਜਨਾਂ ਦੀ, ਬ੍ਰਹਮ ਗਿਆਨੀਆਂ ਦੀ, ਸੰਤਾਂ ਦੀ, ਜੁੜਿਆ ਹੋਇਆਂ ਦੀ ਸੰਗਤ ਵਿੱਚ ਐਸੀ ਜਾਦੂ ਤੇ ਤਾਕਤ ਹੁੰਦਾ ਹੈ ਵੀਰ ਜੀ। ਇਹਨਾਂ ਨੂੰ ਮਿਲਣ ਨਾਲ, ਇਹਨਾਂ ਦੇ ਨਾਲ ਸੰਗ ਕਰਨ ਨਾਲ ਤੁਹਾਡਾ ਜੀਵਨ ਅੰਦਰੋਂ ਬਾਹਰੋਂ ਬਦਲ ਜਾਂਦਾ ਹੈ। ਰੋਕ ਨਹੀਂ ਸਕਦੇ ਤੁਸੀਂ ਇਸ ਚੀਜ਼ ਨੂੰ। ਠੀਕ ਉਸੇ ਤਰ੍ਹਾਂ ਵੀਰ ਜੀ, ਜਦੋਂ ਬੁਰੀ ਸੰਗਤ ਵਿੱਚ ਬੰਦਾ ਜਾਂਦਾ ਹੈ, ਜਦੋਂ ਬੁਰੀ ਸੰਗਤ ਜਾਂਦਾ ਹੈ ਤੇ ਫਿਰ ਬੁਰਾ ਹੋ ਜਾਂਦਾ ਹੈ। ਤੇ ਭਾਈ ਡੱਲੇ ਦੀ ਸਾਖੀ ਆਉਂਦੀ ਹੈ ਨਾ, ਡੱਲਿਆ ਜਦੋਂ ਗਏ, ਜਦੋਂ ਯਾਦ ਆ ਗਈ ਮੈਨੂੰ ਗੱਲ, ਤੇ ਜਦੋਂ ਭਾਈ ਸੇਵਾ ਬੜੀ ਕੀਤੀ ਤੇ ਦਸਮ ਪਿਤਾ ਦੇ ਅੱਗੇ ਕਹਿਣ ਲੱਗੇ ਨਾ ਕਿ ਕੋਈ ਕੀ ਮੰਗਣਾ ਹੈ, ਤੇ ਕਹਿੰਦੇ ਜੀ ਉਹ ਧੀ ਦਾ ਵਿਆਹ ਹੈ, ਪੈਸੇ ਨਹੀਂ ਆਣ, ਤੇ ਕਿਹਾ ਜਾ ਕੇ ਡਲਿਆ ਜਾ, ਘੋੜਾ ਲੈ ਜਾ ਕੇ ਜਿੱਥੇ ਤੱਕ ਘੋੜਾ ਲੈ ਕੇ ਆਏਗਾ ਨਾ ਤੇਰੀ ਜ਼ਮੀਨ ਤੇਰੀ ਹੋ ਜਾਏਗੀ, ਤੂੰ ਬੇਫਿਕਰੀ ਹੋ ਕੇ ਜਾ ਸਵੇਰੇ। ਤੇ ਜਦੋਂ ਡੱਲਾ ਗਿਆ ਅੱਗੇ, ਪਤਾ ਹੈ ਨਾ ਸਾਖੀ ਸਾਰਿਆਂ ਨੂੰ, 2 ਕਦਮ ਅੱਗੇ ਨਹੀਂ ਤੇ ਮਾਮਾ ਮਿਲ ਗਿਆ ਅੱਗੇ, ਕਹਿੰਦੇ ਕਿੱਥੇ ਚੱਲੇ ਆਏ? ਕਹਿੰਦਾ ਡਲਿਆ ਗੁਰੂ ਜੀ ਨੇ ਕਿਹਾ ਹੈ ਜਾ, ਜਿੱਥੇ ਜਿੱਥੇ ਘੋੜਾ ਫਿਰਾ ਕੇ ਲੈ ਕੇ ਆਏਗਾ ਤੇਰਾ ਹੋ ਜਾਏਗਾ ਜ਼ਮੀਨ। ਤੇ ਕਹਿਣ ਲੱਗਾ ਕਿਹਦੇ ਚੱਕਰਾਂ 'ਚ ਪੈ ਗਿਆ ਹੈ? ਦੇਖੋ ਜਦੋਂ ਮਨਮੁਖ ਬੰਦਾ ਮਿਲਦਾ ਹੈ ਤੇ ਮਨਮੁਖ ਦੇ ਅਸਰ ਵੀ ਬੰਦਾ ਕੋ ਮਿਲਦਾ ਹੈ ਬੜਾ। ਤੇ ਮਾਮੇ ਨੇ ਕੀ ਸਲਾਹ ਦਿੱਤੀ ਕਿ ਗੁਰੂ ਕੋਲ ਆਪੇ ਹੀ ਕੁਛ ਨਹੀਂ ਹੈ, ਜਿਹੜੇ ਆਪੇ ਹੀ ਕੁਛ ਨਹੀਂ ਰਿਹਾ, ਜੇ ਅਨੰਦਪੁਰ ਦਾ ਕਿਲਾ ਚਲਾ ਗਿਆ, ਪੁੱਤਰ ਚਲੇ ਗਏ, ਮਾਤਾ ਜੀ ਚਲੇ ਗਏ, ਜਿਨ੍ਹਾਂ ਕੋਲ ਆਪ ਕੁਛ ਨਹੀਂ ਹੈ, ਤੈਨੂੰ ਕੀ ਦੇਣਾ ਉਹਨਾਂ ਨੇ? ਦੇਖੋ ਇਹ ਕਿਤਨੀ ਵੱਡੀ ਗੱਲ ਉਹਨਾਂ ਨੇ ਕਹਿ ਦਿੱਤੀ ਉਹਨਾਂ ਨੂੰ। ਤੇ ਡੱਲਾ ਚੱਕਰਾਂ 'ਚ ਆ ਗਿਆ, ਵਾਪਿਸ ਆ ਗਿਆ, ਥੋੜੇ ਬਹੁਤ ਘੁੰਮ ਕੇ ਵਾਪਿਸ ਆ ਗਿਆ, ਵਾਕਈ ਸ਼ਾਇਦ ਗਲਤੀ ਹੋਵੇ। ਤੇ ਵਾਪਿਸ ਆਇਆ ਤੇ ਪੁੱਛਿਆ ਨਾ ਮਹਾਰਾਜ ਨੇ ਕਿਉਂ ਇੰਨੀ ਜਲਦੀ ਆ ਗਿਆ ਡਲਿਆ ਵਾਪਸ? ਕਹਿਣ ਲੱਗਾ ਮਹਾਰਾਜ ਮੈਂ ਕੀ ਕਰਾਂ, ਸੱਚਾ ਬੰਦਾ ਸੀ ਨਾ, ਸੱਚ ਦੱਸ ਦਿੱਤਾ ਉਹਨੇ। ਸਾਡੇ ਵਰਗਾ ਹੁੰਦਾ ਤੇ ਸ਼ਾਇਦ ਛੁਪਾ ਜਾਂਦਾ ਕਿ ਝੂਠ ਨਾ ਦੱਸੋ, ਉਹਨੇ ਦੱਸ ਦਿੱਤਾ ਸੱਚ ਇਹ ਗੱਲ ਹੋਈ, ਤੁਸੀਂ ਕਿਹਾ ਸੀ ਜਾਓ, ਮੈਂ ਗਿਆ ਬਾਹਰ, ਮਾਮਾ ਮਿਲ ਪਿਆ, ਉਹਨਾਂ ਨੇ ਇਹ ਗੱਲ ਕਹਿਤੀ ਮੈਨੂੰ। ਕਹਿਣ ਦਾ ਮੇਰਾ ਮਤਲਬ ਉਹ ਹੈ ਕਿ ਸਤਸੰਗ ਦਾ ਅਸਰ ਹਮੇਸ਼ਾ ਤੁਹਾਡੀ ਜ਼ਿੰਦਗੀ 'ਚ ਬਹੁਤ ਪਾਵਰਫੁਲੀ ਆਉਂਦਾ ਹੈ ਤੇ ਮਨਮੁਖਾਂ ਦਾ ਵੀ ਅਸਰ ਆਉਂਦਾ ਹੈ। ਪਰ ਇੱਥੇ ਇਤਨੇ ਪਿਆਰ ਨਾਲ ਸਮਝਾਉਂਦੇ ਹਨ ਗੁਰੂ, ਇੱਥੇ ਕੋਈ ਨੈਗੇਟਿਵ ਗੱਲ ਨਹੀਂ ਆਈ। ਇਹ ਨਹੀਂ ਕਿਹਾ ਕਿ ਮਨਮੁਖਾਂ ਦੀ ਜ਼ਿੰਦਗੀ ਉਹਨਾਂ ਨਾਲ ਨਾ ਬੈਠੋ, ਇੱਥੇ ਸਿਰਫ ਤੁਹਾਨੂੰ ਹਮੇਸ਼ਾ ਪੋਜ਼ਿਟਿਵਿਟੀ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਕਿ ਸੰਤ ਜਨਾਂ ਨਾਲ ਮੇਲ ਰੱਖੋ, ਉਹਨਾਂ ਪਿਆਰਿਆਂ ਨਾਲ ਮੇਲ ਵਧਾਓ। ਸੰਤ ਜਨਾਂ ਵਡਭਾਗੀ ਪਾਇਆ ਹਰ ਕਥੀਏ ਅਖਤ ਕਹਾਣੀ, ਹਿਰਦੇ ਹਰ ਹਰ ਤੁਨ ਉਪਜੀ ਮਸਤਕ ਭਾਗ ਜਿਓ। ਫਿਰ ਇਹੋ ਜਿਹਾ ਵਿਰਾਗ ਵਾਲੀ ਅਵਸਥਾ ਵਿੱਚ ਬੰਦਾ ਗਿਆ ਹੋਇਆ, ਇਹੋ ਜਿਹੀ ਵਿਰਾਗ ਦੀਆਂ ਧੁਨੀਆਂ ਜਿਹਦੇ ਅੰਦਰ ਚੱਲ ਰਹੀਆਂ ਹੋਣ, ਇਹੋ ਜਿਹੀ ਸੈਪਰੇਸ਼ਨ ਦੀ ਪੇਨ ਜਿਹਦੇ ਅੰਦਰ ਹੋਵੇ, ਉਹਦੇ ਅੰਦਰ ਫਿਰ ਪ੍ਰਮਾਤਮਾ ਦੀ ਹਰ ਧੁਨੀ ਉਪਜਦੀ। ਹਾਂਜੀ ਆਪਣੇ ਆਪ ਨੂੰ ਸਾਰੇ ਕਰ ਲਓ, ਗੁਰਮੀਤ ਜੀ ਤੁਸੀਂ ਵੀ ਮਿਊਟ ਕਰ ਲਓ ਆਪਣੇ ਆਪ ਨੂੰ ਜੀ। ਹਾਂਜੀ ਮਿਊਟ, ਹਾਂਜੀ ਹਾਲੇ ਵੀ ਕੋਈ ਮਿਊਟਡ ਨਹੀਂ ਹੈ, ਤਾਂ there are certain noises that are coming though। ਹਿਰਦੇ ਹਰ 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 ਤੁਨ ਉਪਜੀ, ਹਰ ਜਪੀਏ ਮਸਤਕ ਭਾਗ ਜਿਓ। ਇਹ ਫਿਰ ਉਹਦੇ ਅੰਦਰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉੱਥਾ ਦੇ ਮੱਥੇ ਦੇ ਭਾਗ ਲੱਗੀ ਜਾਂਦੇ ਨੇ, ਪ੍ਰਮਾਤਮਾ ਕਿਰਪਾ ਕਰਦਾ ਉਹਨਾਂ ਦੇ ਉੱਤੇ। ਜਨ ਨਾਨਕ ਬੋਲੇ ਤੀਜੀ ਲਾਵੇਂ, ਹਰ ਉਪਜੈ ਮਨ ਬੈਰਾਗ ਜਿਓ। ਜਦੋਂ ਗੁਰੂ ਨਾਨਕ ਦੇ ਚੌਥੇ ਗੁਰੂ ਰਾਮਦਾਸ ਪਾਤਸ਼ਾਹ ਤੀਜੀ ਲਾਮ ਬਖਸ਼ਦੇ ਹਨ, ਜਦੋਂ ਦੰਪਤੀ ਤੀਸਰੀ ਵਾਰੀ ਮੱਥਾ ਟੇਕਦੇ ਹਨ, ਤੀਜੀ ਪ੍ਰੋਮਿਸ ਜਦੋਂ ਕਰਦੇ ਹਨ, ਜਦੋਂ ਉਹਨਾਂ ਦੇ ਹਿਰਦੇ ਵਿੱਚ ਵਿਰਾਗ ਉਤਪੰਨ ਹੋ ਜਾਂਦਾ ਹੈ। ਤੇ ਇਹ ਨਵੇਂ ਵਿਆਹਣ ਵਾਲੇ ਇਹ ਪ੍ਰੋਮਿਸ ਕਰਦੇ ਹਨ ਆਪਣੇ ਗੁਰੂ ਨੂੰ ਕਿ ਅਸੀਂ ਵੀ ਆਪਣੇ ਜੀਵਨ ਦੇ ਅੰਦਰ ਵਿਰਾਗ ਵਾਲੀ ਅਵਸਥਾ ਪ੍ਰਾਪਤ ਕਰਾਂਗੇ। ਅਸੀਂ ਤੁਹਾਨੂੰ ਪ੍ਰੋਮਿਸ ਕਰਦੇ ਹਾਂ ਕਿ ਜਿੱਥੇ ਪ੍ਰਵਿਰਤੀ ਮਾਰਗ ਨੂੰ ਦ੍ਰਿੜ ਕਰਾਵਾਂਗੇ, ਧਰਮ ਬਾਣੀ ਨੂੰ ਦ੍ਰਿੜ ਕਰਾਂਗੇ,
ਜਿੱਥੇ ਸਤਿਗੁਰੂ ਪੁਰਖ ਨੂੰ ਆਪਣੀ ਜਗ੍ਹਾ ਦੇਾਂਗੇ, ਜਿੱਥੇ ਨਿਰਭਉ ਭਏ ਮਨ ਹੋਏ ਵਾਲੀ, ਜਿੱਥੇ ਨਿਰਮਲ ਭਉ ਵਾਲੀ ਅਵਸਥਾ, ਹਜ਼ੂਰੀ ਵਾਲਾ ਜੀਵਨ ਬਤੀਤ ਕਰਨ ਦੀ ਪ੍ਰੋਮਿਸ ਕਰਦੇ ਹਾਂ, ਅਸੀਂ ਤੀਸਰੀ ਪ੍ਰੋਮਿਸ ਇਹ ਵੀ ਕਰਦੇ ਹਾਂ ਕਿ ਆਪਣੇ ਜੀਵਨ ਵਿੱਚ ਵਿਰਾਗ ਲੈ ਕੇ ਆਵਾਂਗੇ। ਕਿਉਂਕਿ ਮਹਾਰਾਜ ਨੂੰ ਪਤਾ ਹੈ ਵਿਰਾਗ ਬਿਨਾ, ਸੈਪਰੇਸ਼ਨ ਦੀ ਪੇਨ ਬਿਨਾ, ਉਸ ਤੋਂ ਉਥੋਂ ਪਿਆਰ ਬਿਨਾ ਸਕਸੈਸਫੁਲ ਜੀਵਨ ਹੋਣਾ ਅਸੰਭਵ ਹੈ। ਹਾਂਜੀ, ਇਹ ਤੀਸਰੀ ਲਾਮ ਦਾ ਭਾਵ ਹੈ। Sorry if I was still not very clear. It is a little difficult to explain because concepts ਜਿਹੜੇ ਹਨ ਬੜੇ ਮੈਚੁਰ ਹਨ ਇਸਲਾਮ ਦੇ, as opposed to ਪਹਿਲੀਆਂ ਦੋਵਾਂ ਲਾਵਾਂ ਨਾਲੋਂ ਤੀਜੀ ਲਾਮ ਦੇ ਕਨਸੈਪਟ ਜਿਹੜਾ ਹੈ ਜ਼ਿਆਦਾ ਮੈਚੁਰ ਹੈ ਔਰ ਜ਼ਿਆਦਾ ਗੰਭੀਰ ਹੈ, ਬਹੁਤ ਸੀਰੀਅਸਨੈਸ ਹੈ ਇਸ ਦੇ ਵਿੱਚ। ਸੋ ਇਹਦੇ ਵਿੱਚ ਸਮਝਣ ਵਾਸਤੇ ਵੀ ਸੁਰਤ ਨੂੰ ਉੱਚਾ ਕਰੋ ਤੇ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਤੁਹਾਡੇ ਜੀਵਨ ਵਿੱਚ ਵੀ ਪ੍ਰਮਾਤਮਾ ਇਹ ਵਿਰਾਗ ਦੀ ਅਵਸਥਾ ਦੇਵੇ ਸਭ ਨੂੰ, ਤੇ ਉਹ ਵਿਰਾਗ ਦੇਵੇ ਤੇ ਉਹ ਸੈਪਰੇਸ਼ਨ ਜਿਹੜੀ ਤੁਹਾਨੂੰ ਹੁਣ ਫੀਲ ਨਹੀਂ ਹੁੰਦੀ, ਜਿਹੜੇ ਤੱਕ ਗੁਰੂ ਤੋਂ ਵਿਛੜਨ ਦਾ ਜਿਹੜੀ ਪੇਨ ਜਿਹੜੀ ਪੇਨ ਤੁਹਾਨੂੰ ਬਾਦਰ ਨਹੀਂ ਕਰਦੀ ਹੁਣ ਤੱਕ, ਪ੍ਰਮਾਤਮਾ ਕਰੇ ਇਹ ਪੇਨ ਤੁਹਾਨੂੰ ਬਾਦਰ ਕਰੇ ਕਿ ਇਹ 2 ਦਿਨ ਤੋਂ ਮੈਨੂੰ ਮਿਲਿਆ ਨਹੀਂ, ਕਿ ਮੈਨੂੰ ਕਦੋਂ ਮਿਲੇਗਾ, ਜਾਂ ਮੇਰੀ ਉਮਰ ਇਤਨੀ ਹੋ ਗਈ ਹੈ, ਕਿਤਨਾ ਟਾਈਮ ਬਾਕੀ ਹੈ ਮੇਰੇ ਕੋਲ, ਹਾਲੇ ਤੁਸੀਂ ਮਿਲੇ ਨਹੀਂ, ਹਾਲੇ ਤੱਕ ਮੈਨੂੰ ਕਦੋਂ ਮਿਲੋਗੇ, ਤੁਹਾਨੂੰ ਮਿਲੇ ਬਗੈਰ ਮੈਂ ਜਾਣਾ ਨਹੀਂ ਇੱਥੋਂ। ਇਹ ਜਿਹੀਆਂ ਫੀਲਿੰਗਸ, ਇਹੋ ਜਿਹਾ ਵਿਰਾਗ ਦੀ ਭਾਵਨਾ ਤੁਹਾਡੇ ਅੰਦਰ ਉਤਪੰਨ ਹੋਵੇ। ਇਸ ਲਾਮ ਵਿੱਚ ਗੁਰੂ ਇਹਦੀ ਅਰਦਾਸ ਨਵੇਂ ਦੰਪਤੀ ਵਾਸਤੇ ਵੀ ਕਰਦੇ ਹਨ ਤੇ ਭਗਤ ਜਨਾਂ ਵਾਸਤੇ ਵੀ ਕਰਦੇ ਹਨ ਇਹ ਅਰਦਾਸ। ਹਾਂਜੀ, ਇਹ ਭਾਵ ਹੈ ਤੀਜੀ ਲਾਮ ਦਾ। I'll wait for a few minutes to see if somebody has to say something. Viji, I have a question. Viji, Vairag de stages hunde ne. How do you know that you're moving in the right direction, or you are static, or you're moving in the wrong direction? It's not an all or none phenomena, is it? No, it's not all or none. Absolutely not. It's the stages on Virji. And मैं एक exercise देना होता कई बारी class ਵਿੱਚ, ਤੁਸੀਂ ਵੀ ਕਰਕੇ ਦੇਖੋ ਸ਼ਾਇਦ ਤੁਹਾਨੂੰ ਫਰਕ ਪਵੇ। ਇੱਕ ਨੋਟਬੁੱਕ ਨਵੀਂ ਲਵੋ ਤੇ ਉਸ ਨੋਟਬੁੱਕ ਵਿੱਚ ਸੌਣ ਤੋਂ ਪਹਿਲੇ ਰਾਤੀ ਜਦੋਂ whenever you go to sleep, 10 o'clock, 9 o'clock, whatever your sleeping time is, note it down on that book. ਅੱਜ ਕਿੰਨੀ ਵਾਰੀ ਪ੍ਰਮਾਤਮਾ ਨੂੰ ਮੈਨੂੰ ਯਾਦ ਆਇਆ ਮੈਂ। ਹਾਂਜੀ, while doing part it doesn't count. तो जपजी पढ़िया याद आया और that doesn't count. रहरास पढ़िया याद आया, that doesn't count. कीर्तन सोहलिया याद आया और that doesn't count. बगैर पाठ कीते हुए पूरा दिन मैं जो हॉस्पिटल विच सी, when I was performing my surgery or whatever, I was seeing a patient, or when I was eating my breakfast, or when I was talking to my wife or children, or when I was walking outside, मैंने आज कितनी बारी याद आया परमात्मा। ਹਾਂਜੀ, ਜੇ ਤੇ ਆਨਸਰ ਹੋਵੇ 2 ਵਾਰੀ ਯਾਦ ਆਇਆ ਅੱਜ ਮੈਨੂੰ, ਉਹ ਵੀ ਯਾਦ ਆਇਆ ਬਿਕਾਜ਼ ਮੈਨੂੰ ਸੱਚੀ ਪਿਆਰ ਹੈ। ਤੇ ਜੇ ਆਨਸਰ ਹੋਵੇ 1 ਵਾਰੀ ਵੀ ਯਾਦ ਨਹੀਂ ਆ ਰਿਹਾ ਤੇ ਅਗਲੇ ਤੇ ਪੂਰੇ ਹਫਤੇ ਦੀ ਡਾਇਰੀ ਖਾਲੀ ਪਈ ਹੈ ਹੁਣ। ਹਾਂਜੀ, 1 ਵਾਰੀ ਵੀ ਯਾਦ ਨਹੀਂ ਆਉਂਦਾ। ਮੈਨੇ ਪੂਰਾ ਦਿਨ ਨਿਕਲ ਜਾਏ ਤੇ ਜੇ ਮੈਂ ਪਾਠ ਨਾ ਕਰਾਂ ਜਾਂ ਕੀਰਤਨ ਨਾ ਕਰਾਂ ਜਾਂ ਕਥਾ ਨਾ ਸੁਣਾ ਜਾਂ ਕੀਰਤਨ ਨਾ ਸੁਣਾ ਤੇ ਫਿਰ ਮੈਨੂੰ ਨਹੀਂ ਯਾਦ ਆਉਂਦਾ। ਹਾਂ, ਜੇ ਮੈਂ ਪਾਠ ਕਰਾਂ ਜੇ ਮੈਂ ਕੀਰਤਨ ਕਰਾਂ ਤੇ ਫਿਰ ਮੈਨੂੰ ਯਾਦ ਆਉਂਦਾ ਹੈ। ਉਹ ਵੀ ਠੀਕ ਹੈ, ਪਰ ਉਹ ਅਵਸਥਾ ਬਣੀ ਨਹੀਂ ਹਾਲੇ। ਫਿਰ ਹਾਲੇ ਦੂਸਰੀ ਗੱਲ ਹੈ ਵੀਰ ਜੀ ਕਿ ਗੁਣ ਧਾਰਨ ਕਰਨ ਦੀ ਕੋਸ਼ਿਸ਼ ਕਰੇ ਬੰਦਾ। ਵੈਰਾਗ ਤੋਂ ਪਹਿਲੇ ਦੀ ਅਵਸਥਾ ਹੈ ਕਿ ਭਗਤੀ ਦੇ ਗੁਣ ਧਾਰਨ ਕਰੇ, ਆਪਣੇ ਐਂਗਰ ਦਾ ਲੈਵਲ ਐਗਜ਼ਾਮਿਨ ਕਰੇ ਨਾ ਵੀਰ ਜੀ, ਐਵਰੀ 4 months 5 months, ਹੈ ਨਾ। ਆਪਣੇ ਦੇਖੇ ਵੀ ਐਂਗਰ ਮੇਰਾ 1 to 10 ਦਾ ਲੈਵਲ ਪਹਿਲੇ 4 ਸੀ ਤੇ ਹੁਣ 3 ਹੋ ਗਿਆ ਜੀ, ਜਾਂ ਪਹਿਲੇ ਬਹੁਤ 8 ਸੀ, ਬੜਾ ਬਹੁਤ ਜ਼ਬਰਦਸਤ, ਜਰਾ ਕੋਈ ਗੱਲ ਕਵੇ ਤੇ ਗੁੱਸਾ ਚੜ ਜਾਂਦਾ ਮੈਨੂੰ, ਹੁਣ ਮੈਨੂੰ ਘਟ ਗਿਆ ਗੁੱਸਾ ਮੇਰਾ। ਜਾਂ ਪਹਿਲੇ ਮੇਰੀ ਗ੍ਰੀਡ ਦਾ ਲੈਵਲ ਉਹਨਾਂ 1 to 10 7 ਸੀ, ਪਰ ਇਸ ਜਦੋਂ ਦਾ ਯਾਰ ਮੈਂ ਕੀਰਤਨ ਦੀਆਂ ਕਲਾਸਿਸ ਜੁਆਇਨ ਕੀਤੀਆਂ ਜਾਂ ਕੀਰਤਨ ਬੜਾ ਕਰਨਾ ਸ਼ੁਰੂ ਕੀਤਾ ਹੈ ਜਾਂ ਸਤਸੰਗਤ ਆਣਾ ਸ਼ੁਰੂ ਕੀਤਾ ਹੈ ਜਾਂ ਕਲਗੀਧਰ ਚਮਤਕਾਰ ਪੜ੍ਹਨੀ ਸ਼ੁਰੂ ਕੀਤੀ ਹੈ, ਤਦ ਤੱਕ ਯਾਰ ਜੀ ਮੇਰਾ ਗਿਰ ਗਿਆ ਬੜਾ ਗ੍ਰੀਡ ਦਾ ਲੈਵਲ ਬੜਾ। ਅਚਾਨਕ ਮੈਨੂੰ ਹੁਣ ਦੁਨਿਆਵੀ ਪਦਾਰਥਾਂ ਦੀ ਭੁੱਖ ਨਹੀਂ ਰਹੀ ਬਹੁਤੀ। ਹੁਣ ਮੈਨੂੰ ਪਤਾ ਲੱਗਿਆ ਅਸਲੀ ਚੀਜ਼ ਕਿਹੜੀ ਹੈ ਜਿਹਦੀ ਭੁੱਖ ਹੋਣੀ ਚਾਹੀਦੀ ਸੀ। ਹਾਂਜੀ, ਇਹ ਸਾਰੀਆਂ ਚੀਜ਼ਾਂ ਰਾਈਟ ਡਾਇਰੈਕਸ਼ਨ ਤੇ ਆਪਣਾ ਬੰਦਾ ਸੈਲਫ ਐਗਜ਼ਾਮਿਨ ਕਰ ਸਕਦੇ ਹੋ ਤੁਸੀਂ। ਤੇ ਵਿਰਾਗ ਦਾ ਲੈਵਲ ਹੈ ਤੁਹਾਨੂੰ ਕਿੰਨੀ ਵਾਰੀ। ਹੁਣ ਅਗਰ ਉਸ ਕਾਪੀ ਵਿੱਚ ਇਹ ਲਿਖਿਆ ਆਏ ਕਿ ਮੈਨੂੰ ਤੇ 1 ਪਲ ਵੀ ਨਹੀਂ ਸੀ ਉਹ ਜਿਹੜਾ ਯਾਦ ਨਹੀਂ ਆਇਆ ਮੈਨੂੰ, ਸਵੇਰ ਤੋਂ ਲੈ ਕੇ ਰਾਤ ਤੱਕ 1 ਬ੍ਰੈਥ ਨਹੀਂ ਮੈਂ ਲਿੱਤਾ ਜਿਸ ਬ੍ਰੈਥ ਤੋਂ ਯਾਦ ਨਾ ਆਇਆ ਹੋਵੇ, ਤੇ ਵੀਰ ਜੀ ਜਦੋਂ ਉਹ ਅਵਸਥਾ ਪ੍ਰਾਪਤ ਹੋ ਜਾਏ, ਜੋ ਸਮਝ ਲਓ ਕਿ ਫਿਰ ਕੰਮ ਹੋ ਗਿਆ ਤੁਹਾਡਾ। ਫਿਰ
ਤੇ ਜੇ 12 ਵਾਰੀ ਯਾਦ ਆਇਆ ਦਿਨ ਵਿੱਚ ਤਾਂ ਵੀ ਮੈਂ ਕਹਿੰਦਾ ਸ਼ਾਬਾਸ਼ ਹੈ ਉਸ ਬੰਦੇ ਨੂੰ, ਧੰਨ ਹੈ ਜਿਹੜੇ ਨੂੰ ਦਿਨ ਚ ਦੁਪਹਿਰੇ 12 ਵਾਰੀ ਪ੍ਰਮਾਤਮਾ ਕਿਸੇ ਕਾਰਨ ਬਿਨਾ ਯਾਦ ਆ ਗਿਆ, ਕਿਉਂਕਿ ਤੁਸੀਂ ਇਤਨਾ ਮਿਸ ਕਰਦੇ ਹੋ ਉਸ ਨੂੰ। ਸੋ ਔਰ ਮੈਂ ਇੱਕ ਗੱਲ ਹੋਰ ਕਹਿ ਦਿਆਂ, ਵਿੱਚ ਤੁਸੀਂ ਕੁਐਸਚਨ ਕੀਤਾ ਨਾ, ਇਸ ਯਾਦ ਬਿਨਾ ਬਾਕੀ ਕੰਮ ਨਿਹਫਲ ਹਨ ਵੀਰ ਜੀ, ਸਾਰੇ ਕਿਸੇ ਕੰਮ ਦੇ ਨਹੀਂ। ਉਹ ਕੰਮ ਕੋਈ ਕਿਸੇ ਕੰਮ ਦਾ ਨਹੀਂ ਆਉਣਾ, ਐਂਡ ਵਿੱਚ ਆ ਕੇ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਤੁਹਾਡੇ ਇੱਜ਼ਤ ਮਾਨ ਤਦ ਤੱਕ ਹੈ ਜਦ ਤੱਕ ਤੁਹਾਡੇ ਹੱਥ ਪੈਰ ਚੱਲਦੇ ਹਨ, ਤੁਸੀਂ ਠੀਕ ਹੋ, ਤਦ ਤੱਕ ਤੁਹਾਡਾ ਘਰ ਪਹਿਲੇ ਆਪਣੇ ਘਰ ਵਾਲਿਆਂ ਨਹੀਂ ਹੈ, ਬੁਰਾ ਨਾ ਮਨਾਣਾ ਇਸ ਗੱਲ ਦਾ, ਆਪਣੇ ਘਰ ਵਾਲਿਆਂ ਨੇ ਮੂੰਹ ਮੋੜ ਲੈਣੇ ਹਨ ਥੋੜੀ ਦੇਰ ਬਾਅਦ। ਜਿਨ੍ਹਾਂ ਨੂੰ ਬਹੁਤਾ ਕੋਲ ਸਮਝਦੇ ਹੋ, ਜਿਨ੍ਹਾਂ ਨੂੰ ਸੋਚਦੇ ਕਿ ਮੇਰਾ ਹਸਬੈਂਡ ਹੈ, ਮੇਰੇ ਤੋਂ ਕਦੀ ਦੂਰ ਨਹੀਂ ਜਾ ਸਕਦਾ, ਮੇਰੇ ਨਾਲ ਕਦੀ, ਤੁਹਾਡੇ ਆਪਣੇ ਘਰ ਵਾਲਿਆਂ ਨੇ ਤੁਹਾਡੇ ਨਾਲੋਂ ਤੁਹਾਡੇ ਵਾਸਤੇ ਅਰਦਾਸ ਕਰਨਗੇ ਕਿ ਇਹ ਹੁਣ ਜਾਣ ਇਥੋਂ। ਮੈਂ ਬੜੀ ਵਾਰੀ ਲੋਕਾਂ ਨੂੰ ਸੁਣਿਆ ਸੰਭਾਲੇ ਜਾਣ ਹੁੰਦੇ, ਮਤਲਬ ਜਾਣ ਇਥੋਂ, ਚਲੇ ਜਾਣ ਇਥੋਂ ਵਾਪਸ, ਅਸੀਂ ਨਹੀਂ ਟੇਕ ਕੇਅਰ ਕਰ ਸਕਦੇ ਇਹਨਾਂ ਦੇ। ਇਹ ਅਨਫੋਰਚੂਨੇਟਲੀ ਸੋ ਵੀਰ ਜੀ ਬੜੇ ਲੈਵਲ ਹਨ, ਯੂ ਆਰ ਰਾਈਟ। ਤੇ ਐਕਸਪੈਰੀਮੈਂਟ ਕਰਕੇ ਦੇਖੋ, ਨਵੀਂ ਨੋਟਬੁੱਕ ਤੋਂ ਲੈ ਕੇ ਲਿਖਣਾ ਸ਼ੁਰੂ ਕਰੋ, ਤੇ ਮੈਨੂੰ ਨਾ ਦੱਸੋ ਇਹਦਾ ਰਿਜ਼ਲਟ, ਮੈਨੂੰ ਨਹੀਂ ਚਾਹੀਦਾ ਤੁਹਾਡੇ ਰਿਜ਼ਲਟ, ਤੁਸੀਂ ਕਿਸੇ ਨਾਲ ਸ਼ੇਅਰ ਨਾ ਕਰੋ ਇਹ ਵਾਲੇ ਰਿਜ਼ਲਟ। ਜੇ ਮੇਰੇ ਨਾਲ ਸ਼ੇਅਰ ਕਰਨੇ ਹਨ ਤੇ ਕਰੋ ਬੇਸ਼ੱਕ, ਪਰ ਸ਼ੇਅਰ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਰਿਜ਼ਲਟ ਆਪੇ ਦੇਖ ਲਓਗੇ ਕਿ ਮੈਨੂੰ ਕਿਤਨਾ ਕੋਈ ਵਿਰਾਗ ਮੇਰੇ ਮਨ ਚ ਹੈ, ਮੇਰੇ ਕਿਤਨਾ ਕੋਈ ਮਿਸ ਹੁੰਦਾ ਮੈਨੂੰ ਪਰਮਾਤਮਾ ਮੇਰੇ ਅੰਦਰ। ਸ਼ੌਕਿੰਗ ਰਿਜ਼ਲਟ ਆਣਗੇ ਪਹਿਲੇ ਤੁਹਾਨੂੰ ਬੜੇ, ਜਿਨ੍ਹਾਂ ਨੇ ਕਦੀ ਐਕਸਰਸਾਈਜ਼ ਕੀਤੀ ਨਹੀਂ ਹੈ ਨਾ, ਉਹਨਾਂ ਦੀ ਕਈ ਵਾਰੀ ਤੁਹਾਡਾ ਪੇਜ ਬਿਲਕੁਲ ਖਾਲੀ ਰਹੇਗਾ ਜੇ ਤੁਸੀਂ ਯੂਜ਼ ਟੂ ਨਹੀਂ ਹੋ। ਤੁਹਾਨੂੰ ਇਸ ਪਾਸੇ ਤਾਂ ਹੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇੱਕ ਲਾਈਨ ਪੰਕਤੀ ਆਂਦੀ ਹੈ ਕਿ ਮਨ ਪ੍ਰਬੋਧੋ ਹਰ ਕੇ ਨਾਹੀ। ਮਨੇ ਇੱਥੇ ਐਕਟਿਵ ਪਰਸੂਟ ਹੈ ਵੀਰ ਜੀ ਵਿਰਾਗ ਦੀ, ਪੈਸਿਵ ਪਰਸੂਟ ਨਹੀਂ ਹੈ ਕਿ ਮੇਰੇ ਕੋਲ ਟਾਈਮ ਹੋਏਗਾ ਤੇ ਮੈਂ ਕੀਰਤਨ ਸਿੱਖਾਂਗਾ, ਮੇਰੇ ਕੋਲ ਟਾਈਮ ਹੋਏਗਾ ਤੇ ਮੈਂ ਕਲਗੀਧਰ ਚਮਤਕਾਰ ਪੜਾਂਗਾ, ਮੇਰੇ ਕੋਲ ਟਾਈਮ ਹੋਏਗਾ ਤੇ ਮੈਂ ਗੁਰੂ ਨਾਨਕ ਚਮਤਕਾਰ ਪੜਾਂਗਾ, ਜਾਂ ਸੰਥਿਆ ਪੜਾਂਗਾ, ਜਾਂ ਭਾਈ ਗੁਰਦਾਸ ਦੀਆਂ ਵਾਰਾਂ ਪੜਾਂਗਾ। ਇਹ ਉਹਨਾਂ ਵਾਸਤੇ ਨਹੀਂ ਹੈ, ਇਹ ਹੈ ਮੈਂ ਟਾਈਮ बढ़ावांगा, ਮੈਂ ਹੋਰ ਚੀਜ਼ਾਂ ਘੱਟ ਕਰ ਦਿਆਂਗਾ, ਇਹ ਚੀਜ਼ ਨੂੰ ਅੱਗੇ ਰੱਖਾਂਗਾ ਜੀ। ਇਹ ਪਰਸੂਟ ਜਿਹੜੀ ਹੈ, ਜਿਹੜੀ ਕਰਿਓ ਵੀਰ ਜੀ ਐਕਸਰਸਾਈਜ਼। ਮੈਨੂੰ ਫਿਰ ਮੈਨੂੰ ਦੱਸਿਓ ਨਾ ਦੱਸਿਓ, ਲੇਕਿਨ ਮੈਨੂੰ ਦੱਸੋ ਕਿ ਤੁਸੀਂ ਕਰ ਰਹੇ ਹੋ। I would love to hear if anybody does that. I recommend that. A lot of people ਮੈਂ ਕਲਾਸ ਵੀ ਕਹਿੰਦਾ ਹੁੰਦਾ ਕਰਨ ਨੂੰ ਇਹ ਐਕਸਰਸਾਈਜ਼। ਵੀਰ ਜੀ, I just want to say one thing ਕਿ ਵਿਰਾਗ ਤੇ ਕਈ ਵਾਰੀ ਲੋਕੀ ਹੁਣ ਵਿਰਾਗ ਤੇ ਨਿਰਾਸ਼ਤਾ ਨੂੰ they can confuse the two things. Nirashta is difficult. Kai bari nahi mil raha, loki depressed ho jande hain, they feel some frustration and they become sad. So I think Bhai Veer Singh mentions that a lot of the time in his book ki nirash nahi hona, chaah hona chahiye, man vich chaah hove, virag hove. Virag is not the same as nirashta. ਔਰ ਜਿਹੜਾ ਇਹ ਜਿਸ ਨੂੰ ਲੱਗ ਜਾਂਦਾ ਹੈ ਨਾ, ਜਿਸ ਨੂੰ ਉਹਦੇ ਅੰਦਰ, ਉਹ ਫਿਰ ਨਿਰਾਸ਼ ਵਾਲੀ ਅਵਸਥਾ ਤੋਂ ਬਹੁਤ ਉੱਚਾ ਉੱਠ ਜਾਂਦਾ ਉਸਨੂੰ। ਹੁਣ ਵੀ ਮੈਨੂੰ ਕਈ ਵਾਰੀ ਕੋਈ ਲੋਕ ਆ ਕੇ ਕਲਾਸ ਬਾਰ ਕਹਿੰਦੇ ਹੁੰਦੇ ਜੀ ਡਿਪਰੈਸ਼ਨ ਦੀ ਇਸ਼ੂ ਹੈ ਜਾਂ ਸਮਥਿੰਗ ਹੈ, ਤੇ ਮੈਂ ਕਹਿੰਦਾ ਦੋ ਗੱਲਾਂ ਕਰਨੀਆਂ ਸ਼ੁਰੂ ਕਰ ਦੇ ਕੱਲ ਤੋਂ, ਗੁਰਦੁਆਰੇ ਆ ਜਾਏ ਤੇ ਸੇਵਾ ਕਰਨੀ ਸ਼ੁਰੂ ਕਰ ਦੇਵੇ, ਲੱਗ ਜਾਏ ਕਿਸੇ ਪਾਸੇ, ਗੁਰਬਾਣੀ ਚ ਲੱਗ ਜਾਏ, ਕੀਰਤਨ ਸਿਖਾਉਣ ਵਿੱਚ ਲੱਗ ਜਾਏ, ਜੇ ਮਿਊਜ਼ਿਕ ਦੀ ਨੌਲੇਜ ਹੈ ਤੇ ਲੰਗਰ ਦੀ ਸੇਵਾ ਕਰੇ, ਜੋੜੇ ਝਾੜੇ ਬਾਹਰ ਜਾ ਕੇ, ਜਾਂ ਹਸਪਤਾਲਾਂ ਵਿੱਚ ਜਾ ਕੇ ਗਰੀਬਾਂ ਦੀ ਸੇਵਾ ਕਰੇ। ਇੱਕ ਇਹ ਚੀਜ਼ ਕਰੇ ਤੇ ਦੂਸਰਾ ਕੀਰਤਨ ਕਰਨਾ ਸ਼ੁਰੂ ਕਰ ਦੇਵੇ, ਤੇ ਦੇਖੋ ਫਿਰ ਡਿਪਰੈਸ਼ਨ ਨੂੰ ਰਸਣ ਦਾ ਨਾਂ ਨਹੀਂ ਲੱਭੇਗਾ, ਕਿੱਥੇ ਜਾਏਗੀ ਡਿਪਰੈਸ਼ਨ। ਸੋ ਇਹ ਇਸ ਘਰ ਦੀਆਂ ਵਡਿਆਈਆਂ ਹਨ। ਤੇ ਥੈਂਕ ਯੂ ਵੀਰ ਜੀ ਫॉर ਪੁਆਇੰਟਿੰਗ ਦੈਟ ਆਊਟ, ਦ ਡਿਫਰੈਂਸ ਬਿਟਵੀਨ ਡਿਪਰੈਸ਼ਨ ਐਂਡ ਵਿਰਾਗ। ਸੋ ਵਿਰਾਗ ਦੀ ਅਵਸਥਾ ਜਿਹੜੀ ਹੈ ਇਹ ਇੱਕ ਡੀਪ ਲੌਂਗਿੰਗ ਦੀ ਅਵਸਥਾ ਹੈ ਪ੍ਰਮਾਤਮਾ ਦੇ ਮਿਲਣ ਵਾਸਤੇ। ਜਿਹੜੇ ਬੜੇ ਘੱਟ ਦੁਨੀਆ ਦੇ ਨਸੀਬ ਬੰਦੇ ਘੱਟ ਹਨ ਜਿਨ੍ਹਾਂ ਦੇ ਝੋਲੀ ਚ ਪੈਂਦੀ ਹੈ, ਉਹ ਜਨਰਲੀ ਸਪੀਕਿੰਗ ਅਸੀਂ ਬੜੀ ਸਰਫੇਸ ਲੈਵਲ ਤੇ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ। ਜਪਜੀ ਪੜਨ ਵਾਲੇ ਯਾਦ ਆਂਦਾ ਹੈ, ਉਹ ਵੀ ਕਈ ਵਾਰੀ ਨਹੀਂ ਯਾਦ ਆਂਦਾ, ਕਈ ਵਾਰੀ ਉਹ ਵੀ ਕੰਮ ਚਲਾਊ ਕੰਮ ਹੈ ਬੜਾ, ਕਦਨ ਪਹਿਲੀ ਪੌੜੀ ਆਈ ਤੇ ਕਦਨ 24th ਆ ਗਈ ਤੇ ਕਦਨ ਲਾਸਟ ਪੌੜੀ ਆਈ, ਪਤਾ ਨਹੀਂ ਲੱਗਦਾ ਕਈ ਵਾਰੀ। ਕਈ ਉਸ ਵਾਲੇ ਵੀ ਯਾਦ ਨਹੀਂ ਆਉਂਦੇ, ਕਈ ਕੀਰਤਨ ਕਰਨ ਦੇ ਟਾਈਮ ਧਿਆਨ ਕਿਧਰੇ ਹੋਰ ਚਲਾ ਜਾਏ ਤਾਂ ਵੀ ਨਾ ਯਾਦ ਆਇਆ। ਸੋ ਯਾਦ ਬੜੀ ਕ੍ਰਿਟੀਕਲ ਹੈ, ਯਾਦ ਖਸਮ ਦੀ ਯਾਦ ਬਹੁਤ ਇੰਪੋਰਟੈਂਟ ਹੈ, ਤੇ ਸਰਫੇਸ ਲੈਵਲ ਦੀ ਜੀਵਨ ਵਿੱਚ ਇਹ ਨਹੀਂ ਮਿਲ ਸਕਦਾ। ਵੀਰ ਜੀ
ਤੁਸੀਂ ਕਿਹਾ ਸੀ ਕਿ ਬੈਰਾਗ ਲਿਆਉਣ ਵਾਸਤੇ ਦੋ ਚੀਜ਼ਾਂ ਦੀ ਲੋੜ ਹੈਗੀ ਹੈ. there are two sources. one is satsang. what's the other one you said? ਅਰਦਾਸ, ਉਹਦੀ ਮਿਹਰ, okay. ਉਹਦੀ ਮਰਜ਼ੀ ਤੇ ਉਹਦੀ ਹੈ ਨਾ ਫਿਰ ਲਾਸਟ ਵਿੱਚ। ਤੇ ਮੈਂ ਕੱਲ ਵੀਰ ਜੀ ਨਾਲ ਕੀਰਤਨ ਸੈਸ਼ਨ ਮੈਂ ਕਿਹਾ ਸੀ ਵੀ ਇਹ ਨੱਕ ਰਗੜਨ ਵਾਲਾ ਰਸਤਾ ਹੈ ਇਹ ਵਾਲਾ। ਕਿਤਨੀ ਵਾਰੀ ਨੱਕ ਰਗੜਿਆ ਹੈ ਤੁਸੀਂ, ਉਹ ਕਿਤਨੀ ਵਾਰੀ ਬਿਨੇ ਕੀਤੀ ਹੈ ਭਿਖਾਰੀਆਂ ਵਾਂਗੂ, ਹਾਂ ਝੋਲੀ ਅੱਟ ਕੇ। ਜਿਸਾ ਭਿਖਾਰੀ ਕਰਦਾ ਹੈ ਨਾ, ਬਿਲਕੁਲ ਬਨੇ ਅੜ ਜਾਂਦਾ ਇੱਕ ਜਗ੍ਹਾ ਕਿ ਮੈਂ ਜਾਣਾ ਨਹੀਂ ਇੱਥੋਂ ਜਦ ਤੱਕ ਮੈਨੂੰ ਖੈਰ ਨਹੀਂ ਪਾਓਗੇ ਮੇਰੀ, ਮੈਂ ਇੱਥੋਂ ਲੰਘਣਾ ਨਹੀਂ, ਇੱਥੋਂ ਜਾਣਾ ਨਹੀਂ, ਇੱਥੋਂ ਮੇਰੀ ਝੋਲੀ ਜਦ ਤੱਕ ਨਾਮ ਦੀ ਦਾਤ ਪਾਓਗੇ ਨਹੀਂ ਤੁਸੀਂ, ਮੈਂ ਤੁਹਾਡੇ ਦਰੂ ਕਰੂੰ ਨਾਮ ਦੀ ਦਾਤ ਤੁਸੀਂ ਮੈਨੂੰ ਦਿਓ, ਮੈਂ ਖੜਾ ਤੁਹਾਡੇ ਅੱਗੇ ਝੋਲੀ ਅੱਡ ਕੇ, ਮੈਂ ਨਹੀਂ ਲੈਣ ਜੋਗਾ ਤੁਸੀਂ ਦੇਣ ਵਾਲੇ ਦਿਓ ਮੈਨੂੰ। ਤੇ ਇਹੋ ਜੀ ਬਿਰਤੀ ਵਾਲਾ ਫਿਰ ਸਿਮੀ ਜੀ ਜੋ ਜਾਂਦਾ ਹੈ ਨਾ ਸਾਹਮਣੇ, ਫਿਰ ਅਗਲਾ ਵੀ ਪਤੀਜ ਜਾਂਦਾ ਨਾ, ਅਗਲਾ ਵੀ ਕੀ ਕਰੇ ਫਿਰ, ਅਗਲਾ ਕਹਿੰਦਾ ਯਾਰ ਇਹ ਇਸ ਤਰ੍ਹਾਂ ਆਇਆ ਮੇਰੇ ਕੋਲ ਤੇ ਮੈਂ ਕੀ ਕਵਾਂ, ਪਿਆ ਦੇ ਹੀ ਦਿਆਂ ਇਹਨੂੰ ਸਤਸੰਗਤ ਨੂੰ, ਦੇ ਹੀ ਦਿਆਂ ਇਹਨੂੰ ਉਹਨਾਂ ਬੰਦਿਆਂ ਦਾ ਸੰਗ, ਦੇ ਹੀ ਦਿਆਂ ਮਿਲਾ ਹੀ ਦਿਆਂ ਉਹਨਾਂ ਨੂੰ ਮੈਂ ਇਹਨਾਂ ਨਾਲ। ਜਿਹੜਾ ਮੰਗਦਾ ਫਿਰ ਜਿਹੜਾ ਮੰਗੇ ਇਸ ਤਰ੍ਹਾਂ, ਫਿਰ ਇਹੋ ਜਿਹੇ ਮੰਗਣ ਵਾਲੇ ਘੱਟ ਹਨ ਨਾ ਸਿਮੀ ਜੀ, ਬੜੇ ਪੁੱਤਰਾਂ ਧੀਆਂ ਮੰਗਣ ਵਾਲੇ ਬੜੇ ਹਨ, ਪੈਸੇ ਮੰਗਣ ਵਾਲੇ ਬੜੇ ਹਨ, ਚੀਜ਼ਾਂ ਦੀ ਲਿਸਟ ਲੰਬੀ ਬਣਾ ਕੇ ਗੁਰੂ ਅੱਗੇ ਰੱਖਣ ਵਾਲੇ ਬੜੇ ਹਨ। ਉਹਨਾਂ ਦੀ ਤੇ ਕੋਈ ਲਾਈਨ ਦੀ ਕਮੀ ਨਹੀਂ ਹੈ ਕੋਈ। ਗੁਰਦੁਆਰੇ ਚਲੇ ਜਾਓ, you ask those people, most of them come for that reason, ਪਰ ਉਹਨੂੰ ਮੰਗਣ ਵਾਲੇ ਕਿੰਨੇ ਹਨ, ਉਹਨੂੰ ਲੈਣ ਵਾਲੇ ਕਿੰਨੇ ਹਨ? ਬਹੁਤ ਘੱਟ ਹੈ, ਬਹੁਤ ਘੱਟ। ਜਦੋਂ ਉਹਨੂੰ ਲੈਣ ਵਾਲੇ, ਉਸ ਸੰਗਤ ਜਾਣ ਵਾਲੇ, ਉਹ ਅੱਗੇ ਝੋਲੀ ਅੱਡ ਕੇ ਇਹ ਅਰਦਾਸ ਕਰਕੇ ਭੀਖ ਮੰਗਣ ਇਸ ਗੱਲ ਦੀ, ਤੇ ਫਿਰ ਉਹ ਭੀਖ ਫਿਰ ਕਬੂਲ ਹੋਏਗੀ ਇੱਕ ਦਿਨ ਜ਼ਰੂਰ। ਇਹ ਮੇਰਾ ਵਿਸ਼ਵਾਸ ਹੈ ਆਪਣਾ, ਬਾਣੀ ਵਿੱਚ ਹੀ ਬੜੀ ਵਾਰੀ ਇਸ ਗੱਲ ਦਾ ਜ਼ਿਕਰ ਆਇਆ ਹੈ। ਸੁਰਿੰਦਰ ਜੀ ਫਰੀਦ ਸਾਹਿਬ ਤੇ ਬੜਾ ਕਲੀਅਰ ਕਹਿੰਦੇ ਨੇ, ਖੈਰ ਦੀਜੇ ਬੰਦਗੀ, ਖੈਰਾਤ ਹੀ ਦੇ ਦੇ ਮੈਨੂੰ ਬੰਦਗੀ। ਸਹੀ ਗੱਲ ਹੈ, ਖੈਰ ਵਿੱਚ ਜਦੋਂ ਬੰਦਗੀ ਖੈਰਾਤ ਵਿੱਚ ਮਿਲ ਜਾਏ ਜਦੋਂ ਤਾਂ ਗੱਲ ਹੈ। ਔਰ ਬੰਦਗੀ ਮਿਲ ਵੀ ਨਹੀਂ ਸਕਦੀ, ਭਗਤੀ ਨਹੀਂ ਮਿਲ ਸਕਦੀ, ਚੀਜ਼ਾਂ ਮਿਲ ਸਕਦੀਆਂ, ਚੀਜ਼ਾਂ ਮਿਲ ਸਕਦੀਆਂ, ਚੀਜ਼ਾਂ ਦੀ ਕੋਈ ਪ੍ਰੋਬਲਮ ਨਹੀਂ। ਜਪਜੀ ਸਾਹਿਬ ਦੀ ਉਹ ਬੜੀ ਲਾਈਨ ਬੜੀ ਕਮਾਲ ਦੀ ਹੈ ਕਿ ਕਰਮੀ ਆਵੇ ਕੱਪੜਾ, ਕਰਮੀ ਆਵੇ ਕੱਪੜਾ ਬਿਲਕੁਲ ਠੀਕ ਹੈ ਗੱਲ, ਪਰ ਮੋਖ ਦੁਆਰ ਨਾ ਜੇ ਮੰਗੇ ਹੋ ਕਰਮੀ ਨਾਲ, ਉਹ ਨਦਰੀ ਹੈ। ਕਰਮੀ ਆਵੇ ਕਪੜਾ ਜੂਰ ਹੈ, ਲੇਕਿਨ ਮੋਖ ਦੁਆਰ ਨਦਰੀ ਹੈ, ਨਦਰੀ ਮੋਖ ਦੁਆਰ ਹੈ, ਮੋਖ ਦੁਆਰ ਨਹੀਂ ਹੈ ਕਰਮਾ ਦੁਆਰ। ਸੋ ਆਈ ਐਮ ਸੋ ਗਲੈਡ ਕਿ ਇਸ ਘਰ ਵਿੱਚ, ਇਸ ਫਿਲਾਸਫੀ ਵਿੱਚ ਹਰ ਗੱਲ ਦੀ ਬਿਲਕੁਲ ਕਲੈਰਿਟੀ ਹੈ, ਥਾਟ ਪ੍ਰੋਸੈਸ ਦੀ, ਕਿਧਰੇ ਕੋਈ ਧੁੰਦਲਾਪਨ ਨਹੀਂ ਹੈ, ਕਿਧਰੇ ਇਹ ਨਹੀਂ ਹੈ ਕਿ ਉਹ ਦਿਸ ਮਾਈਟ ਬੀ ਦਾ ਕੇਸ, ਦੈਟ ਮਾਈਟ ਨਾਟ ਬੀ ਦਾ ਕੇਸ, ਉਹ ਜੀ ਕੋਈ ਗੱਲ ਨਹੀਂ। ਤੇ ਹੁਣ ਜਦੋਂ ਵੈਰਾਗ ਮਿਲ ਗਿਆ, ਇੱਕ ਰਿਕੁਐਸਟ ਕਰਨੀ ਸੀ ਜੀ, ਇੱਕ ਹੋਰ ਕੁਐਸਚਨ ਆ ਰਿਹਾ ਮਨ ਵਿੱਚ, ਸੌਰੀ ਟੂ ਇੰਟਰਰਪਟ, ਤੁਸੀਂ ਬਹੁਤ ਆਲਰੇਡੀ ਬਹੁਤ ਸੋਹਣਾ ਦੱਸਤਾ ਹੈਗਾ, ਪ੍ਰਿਸਕ੍ਰਿਪਸ਼ਨ ਦੇ ਦਿੱਤੀ ਹੈ, ਸੋ ਥੈਂਕ ਯੂ ਫॉर दैट। ਮੈਂ ਜਿਹੜਾ ਵਿਰਾਗ ਪ੍ਰਾਪਤ ਕਰਨਾ ਹੈ ਜਾਂ ਵਿਰਾਗ ਦੇ ਵਿੱਚ ਜਾਣਾ ਹੈ, ਇੰਡੀਵਿਜੂਅਲ ਤੌਰ ਤੇ ਵੀ ਜਾਇਆ ਜਾ ਸਕਦਾ, ਮਤਲਬ ਸੋ ਬਟ ਵਾਈ bring it into the marriage ceremony, why bring it into the lama? ਇਹ ਮੈਂ ਥੋੜਾ ਜਿਹਾ, ਹਾਂ ਬਸ ਮੈਂ ਇਸੇ ਗੱਲ ਤੇ ਆ ਰਿਹਾ ਸੀ। I was going to answer this question now. I was coming to this point with ਤੁਸੀਂ ਜੋ ਰੇਜ਼ ਕੀਤਾ ਜਿਹੜਾ ਇਸ਼ੂ ਹੁਣ ਹੈ ਕਿ ਇਹ ਵਿਰਾਗ ਦਾ ਇਸ਼ੂ, ਜਿਹੜਾ ਸੈਪਰੇਸ਼ਨ ਦਾ ਇਸ਼ੂ ਹੈ, ਇੱਕ ਮੈਰਿਜ ਦੀ ਸੈਰੇਮਨੀ, ਜਿਹੜੀ ਮਿਲਾਣ ਵਾਲੀ ਸੈਰੇਮਨੀ ਵਿੱਚ ਵਿਰਾਗ ਦਾ ਇਸ਼ੂ ਕਿਉਂ ਰੇਜ਼ ਕੀਤਾ ਨੇ? This is what ਵੀਰ ਜੀ asked, and I was going to, ਵੀਰ ਜੀ ਸਾਡੀ ਦੋਨਾਂ ਦੀ telepathy ਹੈ, you know, I was going to say the exact same thing I was going to bring up the next, you know. ਇਹ ਇਸ ਵਾਸਤੇ ਹੈ ਕਿ ਚੌਥੀ ਲਾਮ ਵਿੱਚ, ਮੈਂ ਆਨਸਰ ਕਰਾਂਗੇ ਵੀਰ ਜੀ ਕੁਐਸਚਨ, ਜਸਟ ਗਿਵ ਮੀ few minutes though before I get to that point. ਚੌਥੀ ਲਾਮ ਦਾ ਭਾਵ ਜਿਹੜਾ ਹੈ ਉਹ ਮਿਲਨ ਦਾ ਹੈ, ਮਿਲਾਪ ਦਾ ਭਾਵ ਹੈ। ਇਸ ਵੈਸੇ ਚੌਥੀ ਲਾਮ ਦੀ ਕੀ ਕੋਈ ਵਿਆਖਿਆ ਕਰੇਗਾ? ਯੂ ਨੋ, ਪਹਿਲੀ ਲਾਈਨ ਹੀ, ਚੌਥੀ ਲਾਮ ਦੀ ਪਹਿਲੀ ਲਾਈਨ ਹੀ ਟੋਨ ਸੈੱਟ ਕਰ ਦਿੰਦੀ ਹੈ ਸਾਰੀ। ਉਹ ਕੀ ਟੋਨ ਹੈ? ਉਹ ਟੋਨ ਹੈ, ਹਰ ਚੌਥੜੀ ਲਾਮ ਮਨ ਸਹਿਜ ਬਿਆ, ਹਰ ਪਾਇਆ ਬਲਰਾਮ ਜੀਓ। ਇੱਥੇ ਹਰ ਪਾਇਆ ਵਰਡ ਆਏ ਹਨ, ਪ੍ਰਮਾਤਮਾ ਦਾ ਮਿਲਨ ਹੋ ਗਿਆ, ਪ੍ਰਮਾਤਮਾ ਮਿਲ ਗਿਆ, ਨਾਮ ਦੀ ਪ੍ਰਾਪਤੀ ਹੋ ਗਈ, ਸਹਿਜ ਅਵਸਥਾ ਵਿੱਚ ਹੋਈ, ਮਤਲਬ ਕਿਸੇ ਕੋਈ ਹੱਠ ਜੋਗ ਨਾਲ ਨਹੀਂ ਹੋਈ,
ਘਰ-ਬਾਰ ਛੋੜ ਕੇ ਜੰਗਲਾਂ ਵਿੱਚ ਜਾ ਕੇ ਨਹੀਂ ਹੋਏ, ਹਾਂਜੀ, ਕੋਈ ਤੀਰਥਾਂ ਦੇ ਜਾ ਕੇ ਨਹੀਂ ਹੋਏ, ਕੋਈ व्रत ਰੱਖਣ ਨਾਲ ਨਹੀਂ ਹੋਈ, ਕੋਈ ਇਹ ਨਹੀਂ ਹੋਈ ਕਿ ਮੈਂ ਇਹ ਕੰਮ ਕੀਤੇ ਤਾਂ ਹੋ ਗਏ ਮੇਰਾ ਕੰਮ, ਹਾਂਜੀ, ਕੋਈ ਕਿਧਰੇ ਕੋਈ ਤੀਰਥਾਂ ਤੇ ਕੋਈ ਹਜ ਤੇ ਨਹੀਂ ਗਿਆ, ਕੋਈ ਤੀਰਥਾਂ ਤੇ ਨਹੀਂ ਗਿਆ, ਕੋਈ ਇਹ ਨਹੀਂ ਹੈ ਕਿ ਇਹ ਪ੍ਰਾਪਤੀ ਨਨਕਾਣਾ ਸਾਹਿਬ ਜਾ ਕੇ ਹੀ ਹੋਣੀ ਹੈ ਜਾਂ ਦਰਬਾਰ ਸਾਹਿਬ ਜਾ ਕੇ ਹੀ ਹੋਣੀ ਹੈ ਜਾਂ ਕੋਈ ਕੰਮ ਕਰਕੇ ਹੋਣੀ ਹੈ। ਇਹ ਹੋਈ ਹੈ ਉਹਦੇ ਪਿਆਰ ਨਾਲ, ਤੇ ਉਹ ਜਦੋਂ ਟੁੱਟਦਾ ਹੈ, ਉਹ ਜਦੋਂ ਮਿਹਰਬਾਨ ਹੁੰਦਾ ਹੈ, ਤੇ ਉਸ ਮਿਹਰਬਾਨ ਹੋਣ ਦੇ ਵਜ੍ਹਾ ਨਾਲ ਸਹਿਜ ਅਵਸਥਾ ਵਿੱਚ ਭਾਵ ਨੈਚੁਰਲ ਵੇ ਨਾਲ ਹੋਈ ਹੈ। ਉਹ ਨੈਚੁਰਲ ਵੇ ਜਿਹੜਾ ਮਾਂ ਤੇ ਬੱਚੇ ਦਾ ਪਿਆਰ ਆਪਸ ਨੈਚੁਰਲ ਹੈ। ਉਹ ਮਾਂ ਦਾ ਪਿਆਰ ਜਦੋਂ ਬੱਚਾ ਦੂਰ ਚਲਾ ਜਾਏ ਤੇ ਬੱਚੇ ਨੂੰ ਯਾਦ ਕਰਦੀ ਹੈ ਮਾਂ, ਤੇ ਮਾਂ ਬੱਚੇ ਨੂੰ ਯਾਦ ਕਰਦਾ ਹੈ, ਉਹ ਨੈਚੁਰਲ ਪਿਆਰ ਵਰਗਾ ਪਿਆਰ ਪ੍ਰਮਾਤਮਾ ਨਾਲ ਹੋ ਗਿਆ ਇਸ ਨੂੰ। ਤੇ ਪੂਰੀ ਚੌਥੀ ਲਾਮ ਵਿੱਚ ਇੱਕ ਸੈਲੀਬ੍ਰੇਸ਼ਨ ਹੈ, ਚੌਥੀ ਲਾਮ ਪੂਰੀ ਲਾਮ ਸੈਲੀਬ੍ਰੇਸ਼ਨ ਹੈ। ਚੌਥੀ ਮਿਲਾਪ ਦਾ ਖੁਸ਼ੀ ਹੈ ਨਾ, ਮਿਲਾਪ ਦੀ, ਮਿਲਣ ਦੀ ਇੱਕ ਚਾਹ ਦੀ ਖੁਸ਼ੀ ਹੈ ਹੁਣ, ਕਿ ਜਿਹੜਾ ਵਿਰਾਗ ਪਹਿਲੇ ਉਤਪੰਨ ਹੋਇਆ ਸੀ, ਇਹ ਵਿਰਾਗ ਹੁਣ ਦੇਖੋ ਕੀ ਰੰਗ ਲੈ ਕੇ ਆਇਆ ਹੈ। ਹੁਣ ਜਦੋਂ ਇਸ ਸੈਪਰੇਸ਼ਨ ਜਿਹੜੀ ਮੈਨੂੰ ਪਹਿਲੇ ਬਾਦਰ ਕਰਦੀ ਸੀ, ਹੁਣ ਮਿਲਾਪ ਇੱਕ ਹੋ ਗਿਆ ਹੈ, ਖੁਸ਼ੀ ਦੇ ਰੰਗ ਨਾਲ ਰੰਗਿਆ ਗਿਆ ਹੈ। ਦੇਖੋ ਕਿਤਨੇ ਵਰਡ ਆਏ ਹਨ, ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ, ਪਾਣੀ ਮਿੱਠੀ ਲੱਗਣੀ ਸ਼ੁਰੂ ਹੋ ਗਈ, ਹਰ ਮੀਠਾ ਲਾਇਆ। ਤੇ ਬਾਣੀ ਹਮੇਸ਼ਾ ਮਿੱਠੀ ਨਹੀਂ ਹੁੰਦੀ, ਜਪਜੀ ਪੜਨ ਦੀ ਚਾਹ ਅੰਦਰੋਂ ਹਾਲੇ ਤੱਕ ਸ਼ਾਇਦ ਮਿਠਾਸ ਨਾ ਹੋਵੇ ਉਹਦੇ ਵਿੱਚ ਕੋਈ, ਸ਼ਾਇਦ ਹਾਲੇ ਤੱਕ ਇੱਕ what's the right word to use, ਇੱਕ like a ਚੋਰ ਹੈ, maybe you know, रूटीन है, चोर है जपजी पढ़ना। जपजी च मिठापन नहीं आया शायद हाले, जपजी दियां पौड़ियां पढ़ के मिठास ना महसूस होंदी होवे हाले। जपजी में भी चोर ऐसा कि कम करना है, एक मैनू कम करना है, एक रूटीन टाइप दा कम मेरा जड़ा है, जैसा खाना खाना है फॉर एग्जांपल, है जी। लेकिन जदों परमात्मा दा प्यार बहुता बन जाए, फिर बाणी ते उदा प्यार मिठी लगनी हो जाती है। सुखमनी दी 23rd अष्टपदी तक वेट करनी पेगी ਤੁਹਾਨੂੰ ਉਸ ਸਟੇਜ ਆਣਗੇ, ਉਸ ਸਟੇਜ 'ਚ ਆਣਗੇ। ਉੱਥੇ ਮਿੱਠਾ ਵਰਡ ਯੂਜ਼ ਕੀਤਾ ਨੇ ਪਹਿਲੀ ਵਿੱਚ, ਹਾਂਜੀ, ਉੱਥੇ ਆਇਆ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਗਿਆ, ਪਹਿਲੇ ਪਦੇ ਵਿੱਚ ਇਹ ਵਰਡ ਆਏ ਹਨ ਉੱਥੇ। ਤੇ ਇਹ ਹੁਣ ਮਿਲਾਪ ਦੀ ਘੜੀ ਜਿਹੜੀ ਚੌਥੀ ਲਾਮ ਵਿੱਚ ਡਿਸਕਸ ਕੀਤੀ ਨੇ, ਤੇ ਵਿਰਾਗ ਦੀ ਅਵਸਥਾ ਜਿਹੜੀ ਪਹਿਲੇ ਤੀਜੀ ਲਾਮ ਵਿੱਚ ਡਿਸਕਸ ਕੀਤੀ ਨੇ, ਕਿ ਇਹ ਵਿਆਹ ਦੇ ਨਾਲ ਕੀ ਸੰਬੰਧ ਇਹਦਾ। Veji pointed out the right question. ਵਿਆਹ ਦੇ ਨਾਲ ਇਹ ਸੰਬੰਧ ਹੈ ਕਿਉਂਕਿ ਗੁਰਮਤ ਵਿੱਚ ਵਿਆਹ ਦੋ ਸ਼ਰੀਰਾਂ ਦਾ ਮੇਲ ਨਹੀਂ, ਵਿਆਹ ਦਾ ਪ੍ਰਯੋਜਨ ਬੱਚੇ ਪੈਦਾ ਕਰਨੇ ਨਹੀਂ, ਵਿਆਹ ਦਾ ਪ੍ਰਯੋਜਨ ਪੈਸੇ ਕਮਾਉਣਾ ਨਹੀਂ, ਵਿਆਹ ਦਾ ਪ੍ਰਯੋਜਨ ਅੱਗੇ ਸੰਤਾਨ ਹੋਵੇ ਤੇ ਤੁਹਾਡੀ ਅੰਸ਼ ਟੁਰੇ, ਅੱਗੇ ਇਹ ਪ੍ਰਯੋਜਨ ਨਹੀਂ ਹੈ ਵਿਆਹ ਦਾ। ਹੈਰਾਨ ਹੋ ਜਾਓਗੇ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘਾਂ ਨੂੰ ਜਾਂ ਕਿਸੇ ਵੱਡੇ ਆਥਰ ਨੂੰ ਪੜ੍ਹੋਗੇ, ਵਿਆਹ ਦਾ ਪ੍ਰਯੋਜਨ ਹੈ ਤੁਹਾਡੇ, ਕਿਉਂਕਿ ਸਤਸੰਗ ਕੱਲਿਆਂ ਹੋਣਾ ਮੁਸ਼ਕਿਲ ਹੈ। ਵਿਆਹ ਦਾ ਪ੍ਰਯੋਜਨ ਹੈ ਕਿ ਹੁਣ ਦੋ ਮਿਲਣਗੇ, ਦੋ ਮਿਲ ਕੇ ਸਤਸੰਗ ਕਰਨਗੇ ਪ੍ਰਮਾਤਮਾ ਦਾ, ਹੁਣ ਸਤਸੰਗੀ ਬਣਨਗੇ ਦੋਨੋਂ ਇਕੱਠੇ। ਇੱਕ ਪ੍ਰੇਰੇਗਾ ਦੂਸਰੇ ਨੂੰ, ਜੇ ਇੱਕ ਥਿੜਕੇਗਾ ਦੂਸਰਾ ਰਿਮਾਈਂਡ ਕਰਾਏਗਾ ਉਸਨੂੰ। ਜੇ ਇੱਕ ਥਿੜਕੇਗਾ ਕਹੇਗਾ ਤੈਨੂੰ ਤੂੰ ਅੱਜ ਪੜ੍ਹੀ ਨਹੀਂ ਜਪਜੀ, या तू परमात्मा के नेड़े नहीं आंदा, दूसरा इनकरेज करेगा, ये बंद करेगा ते ये इनकरेज करेगा उसको। इसी वास्ते मैं हमेशा कहता हूं कि दुनिया की कोई किसी धर्म की मैरिज सैरेमनी नू आनंद कारज नहीं किया जाता। आनंद कारज ना ही आनंद कारज है, क्योंकि इहदा एंड रिजल्ट आनंद है, इहदा एंड रिजल्ट मिलाप है परमात्मा दा, इहदा एंड रिजल्ट बच्चे पैदा करने की अवस्था नहीं, इहदा एंड रिजल्ट कोई शारीरिक संबंध फिजिकल रिलेशनशिप एस्टैब्लिश करने का नहीं है, इहदा कोई संबंध दो परिवारां दा मिलन नहीं, इहदा संबंध कोई अंश टोरन का नहीं है, शरीर टोरन का कोई अंदर टोरन का नहीं है, वो भी है लेकिन वो मेन नहीं है, मेन है परमात्मा दे मिलन का। इसी वास्ते पूरी सैरेमनी का ना ही आनंद कारज है, ਉਹ ਕਾਰਜ ਉਹ ਵਿਆਹ ਜਿਹਦੇ ਨਾਲ ਪ੍ਰਮਾਤਮਾ ਮਿਲਣ ਦਾ ਆਨੰਦ ਪੈਦਾ ਹੋਵੇ, ਪ੍ਰਮਾਤਮਾ ਮਿਲਣ ਦੀ ਆਨੰਦ ਦੀ ਅਨੁਭੂਤੀ ਹੋਵੇ। ਲੈਟ ਮੀ ਰੀਡ ਅ ਚੈਪਟਰ, ਇਹ ਮੈਂ ਹੁਣ ਪੜ੍ਹਨ ਲੱਗਾ ਇੱਕ ਪੈਰਾਗ੍ਰਾਫ, ਇਹ ਅੰਡਰ ਕੋਟੇਸ਼ਨ ਹੈ ਜੀ, ਮੇਰੇ ਵਰਡ ਨਹੀਂ ਹੈ। ਭਾਈ ਸਾਹਿਬ ਭਾਈ ਵੀਰ ਸਿੰਘਾਂ ਦੀ ਵਿਆਖਿਆ ਜਿਹੜੀ ਕੀਤੀ ਹੈ ਲਾਵਾਂ ਦੀ, ਉਹਨਾਂ ਵਿੱਚੋਂ ਮੈਂ ਇੱਕ ਪੈਰਾਗ੍ਰਾਫ ਪੜ੍ਹਨ ਵਾਲਾ ਹਾਂ। ਕਮਾਲ ਦੀ ਵਿਆਖਿਆ ਭਾਈ ਸਾਹਿਬ ਕਰਦੇ ਹਨ
ਔਰ ਇਤਨੀ ਉੱਚੀ ਸੁਰਤ ਦੇ ਮਾਲਕ ਹਨ ਕਿ ਵਿਆਹ ਦੇ ਅਸਲੇ ਪ੍ਰਯੋਜਨ ਵੀਰ ਜੀ ਤੁਹਾਡਾ ਜਵਾਬ ਭਾਈ ਸਾਹਿਬ ਨੇ ਬਹੁਤ ਖੂਬਸੂਰਤੀ ਨਾਲ ਇਸ ਪੈਰਾਗ੍ਰਾਫ ਵਿੱਚ ਦਿੱਤਾ ਹੈ ਤੇ ਮੈਂ ਬੁੱਕ ਦਾ ਵੀ ਦਿਖਾ ਦਿਆਂ ਉੱਤੇ ਤੇ ਕਿ ਇਹ ਨਾ ਮਹਿਸੂਸ ਹੋਏ ਕਿ ਮੈਂ ਆਪਣੇ ਕੋਲੋਂ ਕੋਈ ਵਰਡ ਨਾ ਬਣਾਏ ਹੋਣ ਕੋਈ ਗੱਲ ਜੀ paragraph बड़ा लंबा है so I've chosen a part that is more relevant to this one है जी so भाई साहब कहते हैं अंडर कोटेशन है जी मैं slowly पढ़ांगा क्योंकि लैंग्वेज थोड़ी डिफिकल्ट हो जाती है कई बारी ਆਪਣੇ ਸੰਜੋਗ ਨੂੰ ਸਰੀਰਕ ਲੋੜਾਂ ਬਿਮਾਰੀਆਂ ਦੁੱਖਾਂ ਸੁੱਖਾਂ ਵੇਲੇ ਸਾਂਝੀਵਾਲ ਹੋਣਾ ਸਮਝਣ ਪਰਉਪਕਾਰ ਵੇਲੇ ਗ੍ਰਸਤ ਦਾ ਨਾਤਾ ਸਮਝਣ ਪਰਸਪਰ ਮਨ ਸੰਬੋਧਨ ਕਥਾ ਕੀਰਤਨ ਵਿਚਾਰ ਦੇ ਵੇਲੇ ਸਤਸੰਗ ਸਮਝਣ ਔਰ ਆਤਮ ਅਰੂੜਤਾ ਦੀ ਪ੍ਰਾਪਤੀ ਲਈ ਆਤਮ ਸੰਜੋਗ ਸਮਝਣ ਵਿਆਹ ਦੇ ਪ੍ਰਯੋਜਨ ਹਨ ਇੱਕ ਦੂਸਰੇ ਨੂੰ ਸਿਰਫ ਦੂਸਰਿਆਂ ਦੇ ਦੁੱਖਾਂ ਦੇ ਸਾਖੀ ਤੇ ਬਣਨ ਨਹੀਂ ਉਹ ਤੇ ਪ੍ਰਵਿਰਤੀ ਕਰਨ ਵਿੱਚ ਆ ਗਿਆ ਦੁੱਖਾਂ ਦੇ ਸਾਖੀ ਬਣਨਾ ਦੁੱਖ ਸੁੱਖ ਵੇਲੇ ਸਾਂਝੀਵਾਲ ਬਣਨਾ ਪ੍ਰਵਿਰਤੀ ਕਰਮ ਚ ਆ ਗਿਆ ਪਹਿਲੀ ਲਾਮ ਚ ਦੱਸਦਾ ਹੈ now you realize ਕਿ ਲਾਵਾਂ ਦੀ ਡੈਪਥ ਕਿਤਨੀ ਹੈ ਬਾਣੀ ਦੀ ਅੰਦਰੋਂ ਹਾਂਜੀ ਕਿਤਨੀ ਮਹਾਰਾਜ ਦੀ ਅੰਦਰੋਂ ਡੈਪਥ ਦੇਖੋ ਤੁਸੀਂ ਸੋਚਣ ਦੀ ਅੰਦਰੋਂ ਤੇ ਲੋੜਾਂ ਸਰੀਰਕ ਲੋੜਾਂ ਫਿਜ਼ੀਕਲ ਜਿਹੜੀਆਂ ਰਿਲੇਸ਼ਨਸ਼ਿਪ ਬਿਮਾਰੀਆਂ ਜਿਹੜੀਆਂ ਏਲਮੈਂਟਸ ਆ ਜਾਂਦੀਆਂ ਦੁੱਖ ਜਿਹੜੇ ਆ ਜਾਂਦੇ ਨੇ ਇਨਸਾਨ ਨੂੰ ਇਹ ਤੇ ਹੈ ਹੀ ਹੈ ਪਰ ਜਿਹੜੀ ਵੱਡੀ ਹੈ ਉਹ ਹੈ ਪਰਉਪਕਾਰ ਵੇਲੇ ਗ੍ਰਸਤ ਦਾ ਨਾਤਾ ਸਮਝਣ ਪਰਸਪਰ ਮਨ ਸੰਬੋਧਨ ਕਥਾ ਕੀਰਤਨ ਵਿਚਾਰ ਦੇ ਵੇਲੇ ਸਤਸੰਗ ਸਮਝਣ ਆਪਸ ਸਤਸੰਗ ਹੋਵੇ ਔਰ ਆਤਮ ਉਰੂੜਤਾ ਦੀ ਪ੍ਰਾਪਤੀ ਲਈ ਆਤਮ ਸੰਜੋਗ ਸਮਝਣ ਨੈਕਸਟ ਸੈਂਟੈਂਸ ਅਗੇਨ ਅੰਡਰ ਕੋਟੇਸ਼ਨ ਅਗੇਨ ਵਿਵਾਹ ਵਿਸ਼ੇ ਵਿਕਾਰਾਂ ਦਾ ਛੂਟ ਪੱਤਰ ਨਹੀਂ ਵਿਵਾਹ ਠੇਕੇਦਾਰੀ ਨਹੀਂ ਵਿਵਾਹ ਕੇਵਲ ਬੱਚੇ ਉਤਪਤ ਕਰਨ ਲਈ ਨਹੀਂ ਵਿਵਾਹ ਗੁਲਾਮੀ ਤੇ ਕੈਦ ਨਹੀਂ ਵਿਵਾਹ ਇੱਕ ਭੁੱਲ ਕੇ ਜੁੜ ਜਾਣ ਵਾਲੀ ਫਾਹ ਨਹੀਂ ਤੇ ਵਿਵਾਹ ਕੀ ਹੈ ਫਿਰ ਸ਼ਾਦੀ ਕੀ ਹੈ ਹੁਣ ਅਗਲੀ ਲਾਈਨ ਦੱਸਣ ਕੀ ਹੈ ਵਿਵਾਹ ਪਵਿੱਤਰ ਸੰਬੰਧ ਹੈ ਸੁਖ ਤੇ ਖੁਸ਼ੀ ਦਾ ਮੂਲ ਹੈ ਇਹ ਧਰਮ ਪਾਵਨ ਨਾਤਾ ਹੈ ਇਹ ਪੁਨੀਤ ਸੰਜੋਗ ਹੈ ਜਿਸ ਦਾ ਸੁਖ ਪ੍ਰਯੋਜਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਪ੍ਰਾਪਤੀ ਹੈ ਉਸ ਪ੍ਰਾਪਤੀ ਲਈ ਸਤਸੰਗ ਦੀ ਲੋੜ ਹੈ ਸਤਸੰਗ ਤੋਂ ਬਿਨਾਂ ਉਹ ਪ੍ਰਾਪਤੀ ਨਹੀਂ ਹੋ ਸਕਦੀ ਸੋ ਵਿਵਾਹ ਸਤਸੰਗ ਹੈ ਭਾਈ ਸਾਹਿਬ ਭਾਈ ਵੀਰ ਜੀ ਦੀ ਇਹ ਅੰਡਰ ਕੋਟੇਸ਼ਨ ਹੈ ਸੋ ਵਿਵਾਹ ਸਤਸੰਗ ਹੈ ਸੰਸਾਰਿਕ ਬੁਲਾਵਾਂ ਤੋਂ ਦੋਵੇਂ ਇੱਕ ਦੂਜੇ ਦੇ ਰਾਖੇ ਹੋ ਕੇ ਉਪਕਾਰ ਕਰਨ ਦਾ ਰਸਤਾ ਹੈ ਜੇ ਇੱਕ ਭੁੱਲ ਜਾਏ ਤਾਂ ਦੂਸਰਾ ਰਿਮਾਈਂਡ ਕਰੇ ਕਿ ਸੇਵਾ ਕੀਤੀ ਹੈ ਕਿ ਨਹੀਂ ਕੀਤੀ ਅੱਜ ਜੋੜੇ ਝਾੜੇ ਕਿ ਨਹੀਂ ਝਾੜੇ ਕਿਸੇ ਗਰੀਬ ਨੂੰ ਪੜਾਇਆ ਕਿ ਨਹੀਂ ਪੜਾਇਆ ਕਿਤਨੀ ਕਮਾਈ ਹੈ ਸਾਡੀ ਉਹਦਾ ਦਸਵੰਧ ਕੱਢਦੇ ਆ ਕਿ ਨਹੀਂ ਕੱਢਦੇ ਅਸੀਂ ਦੂਸਰਿਆਂ ਦੀ ਮਦਦ ਕਰਦੇ ਜੇ ਇੱਕ ਭੁੱਲ ਜਾਏ ਦੂਸਰਾ ਰਿਮਾਈਂਡ ਕਰੇ ਦੂਸਰਾ ਭੁੱਲ ਜਾਏ ਪਹਿਲਾ ਰਿਮਾਈਂਡ ਕਰੇ ਉਸ ਅੱਗੇ ਦੇਖੋ ਅਰੇ ਖਤਮ ਨਹੀਂ ਹੋਈ ਵਿਵਾਹ ਸਤਸੰਗ ਹੈ ਰਾਖੇ ਹੋ ਕੇ ਉਪਕਾਰ ਕਰਨ ਦਾ ਰਸਤਾ ਹੈ ਇਕੱਲਾ ਮਨੁੱਖ ਕਈ ਸ਼ੁਭ ਕਰਮਾਂ ਤੋਂ ਰੁਕ ਜਾਂਦਾ ਹੈ ਤੀਵੀਂ ਰੁਕ ਜਾਂਦੀ ਹੈ ਪਰ ਧਰਮ ਨਾਲ ਜੋੜੇ ਗਏ ਇਸਤਰੀ ਪੁਰਖ ਹਰ ਤਰ੍ਹਾਂ ਦੇ ਉਪਕਾਰ ਕਰ ਸਕਦੇ ਹਨ ਕੱਲਾ ਬੰਦੇ ਦੀ ਗਲਤੀਆਂ ਹੋ ਸਕਦੀਆਂ ਕੱਲੇ ਕੋਲੋਂ ਕੱਲਾ ਬੰਦਾ ਸ਼ਾਇਦ ਭੁੱਲ ਜਾਏ ਨਾ ਕਰਨਾ ਪਾਠ ਨਾ ਕਰੇ ਭੁੱਲ ਜਾਏ ਦੂਸਰਾ ਰਿਮਾਈਂਡ ਕਰਾਏ ਇੱਕ ਬੰਦਾ ਕੀਰਤਨ ਨਾ ਕਰੇ ਦੂਸਰਾ ਰਿਮਾਈਂਡ ਕਰਾਏ ਕੀਰਤਨ ਕੀਤਾ ਕਿ ਨਹੀਂ ਕੀਤਾ ਅੱਜ ਤੁਸੀਂ ਜ਼ਰੂਰ ਕਰੋ ਜੀ ਸੇਵਾ ਕੀਤੀ ਕਿ ਨਹੀਂ ਕੀਤੀ ਗੁਰਦੁਆਰੇ ਗਏ ਕਿ ਨਹੀਂ ਗਏ ਇਹ ਸਤਸੰਗ ਹੈ ਇੱਕ ਮਨੁੱਖ ਕਈ ਸ਼ੁਭ ਕਰਮਾਂ ਤੇ ਰੁਕ ਜਾਂਦਾ ਹੈ ਇਕੱਲੀ ਤੀਵੀਂ ਰੁਕ ਜਾਂਦੀ ਹੈ ਪਰ ਧਰਮ ਨਾਲ ਜੋੜੇ ਹੋਏ ਇਸਤਰੀ ਪੁਰਖ ਹਰ ਤਰ੍ਹਾਂ ਦਾ ਉਪਕਾਰ ਕਰ ਸਕਦੇ ਹਨ ਜੇ ਚਿੱਤ ਉੱਚ ਭਾਵਾਂ ਤੋਂ ਕਦੇ ਕਿਸ ਕਾਰਨ ਹਿਲੇ ਤਦ ਇੱਕ ਦੂਜੇ ਦੀ ਪੱਤ ਤੋਂ ਦੋਵੇਂ ਆਸਰਾ ਦੇਣ ਮੈਂ ਕਹਿੰਦਾ ਇਸ ਤੋਂ ਬੈਟਰ ਕੋਈ ਨਾ ਲਿਖ ਸਕਿਆ ਕੋਈ ਤੇ ਨਾ ਲਿਖਣ ਜੋਗਾ ਜੰਮੇਗਾ ਕੋਈ ਜੋ ਵਿਆਖਿਆ ਭਾਈ ਸਾਹਿਬ ਜੀ ਨੇ ਸੰਥਿਆ ਵਿੱਚ ਕੀਤੀ ਹੈ ਜਿੱਥੋਂ ਮੈਂ ਪੜ੍ਹ ਕੇ ਤੁਹਾਨੂੰ ਮੈਂ ਇੱਕ ਪੈਰਾਗ੍ਰਾਫ ਸੁਣਾਇਆ ਮੈਂ there are 20 pages written ਜਿਨ੍ਹਾਂ ਤੋਂ ਉਹ ਜੋ ਮੈਂ ਅੱਜ ਬੋਲਿਆ ਜੋ ਕੀਤਾ ਹੈ ਇਹਨਾਂ ਦੇ ਸਦਕੇ ਹੀ ਬੋਲਿਆ ਇਹਨਾਂ ਤੋਂ ਹੀ ਸਿੱਖ ਕੇ ਬੋਲਿਆ ਮੈਂ ਮੇਰੀ ਆਪਣੇ ਕੋਈ ਸਾਰੀ ਸੈਕੰਡ ਹੈਂਡ ਨੌਲੇਜ ਮੇਰੀ ਇਹਨੂੰ ਸਾਰੀ ਸੁਣੀ ਸੁਣਾਈ ਗੱਲ ਹੈ ਜੋ ਸੁਣਦੇ ਆ ਮੈਂ ਉਹ ਤੁਹਾਨੂੰ ਸੁਣਾਇਆ ਅੱਗੇ ਮੈਂ ਤੁਹਾਨੂੰ ਸੋ ਵੀਰ ਜੀ ਤੁਹਾਡੇ ਜਵਾਬ ਵਿਵਾਹ ਸਤਸੰਗ ਹੈ ਅਨੰਦ ਕਾਲ ਸਤਸੰਗ ਹੈ ਦਾ ਸਤਸੰਗ ਜਿਹੜੇ ਜੀਵਨ ਭਰ ਰਹੇਗਾ ਸਤਸੰਗ ਮਹਾਰਾਜ ਨੇ ਸੰਗੀ ਮਿਲਦਾ ਸੰਗੀ ਦੇ ਦਿੰਦੀ ਹੈ ਨਾਲ
दोनों मिलके दोनों एक दूसरे को प्रेरो तुसी। हाँ जी, I will wait for somebody had to. I hope you found your answer. You were breaking up a lot. Can you repeat, please? अच्छा जी, मैं दोबारा पढ़ देना. I will read that paragraph one more time. Thank you. हाँ जी. Maybe internet connection शायद अच्छा नहीं होवे तां ही शायद I am breaking up. ਆਪਣੇ ਸੰਜੋਗ ਨੂੰ ਸਰੀਰਕ ਲੋੜਾਂ, ਬਿਮਾਰੀਆਂ, ਦੁੱਖਾਂ, ਸੁੱਖਾਂ ਵੇਲੇ ਸਾਂਝੀਵਾਲ ਹੋਣਾ ਸਮਝਣ, ਪਰਉਪਕਾਰ ਵੇਲੇ ਗ੍ਰਹਿਸਥ ਦਾ ਨਾਤਾ ਸਮਝਣ, ਪਰਸਪਰ ਮਨ ਸੰਬੋਧਨ, ਕਥਾ ਕੀਰਤਨ ਵਿਚਾਰ ਦੇ ਵੇਲੇ ਸਤਸੰਗ ਸਮਝਣ, ਔਰ ਆਤਮ ਅਰੂੜਤਾ ਦੀ ਪ੍ਰਾਪਤੀ ਲਈ ਆਤਮ ਸੰਜੋਗ ਸਮਝਣ, ਵਿਵਾਹ ਵਿਸ਼ੇ ਵਿਕਾਰਾਂ ਦਾ ਛੂਟ ਪੱਤਰ ਨਹੀਂ। ਮਨ ਇਹ ਨਹੀਂ ਕਿ ਵਿਆਹ ਹੋ ਗਿਆ ਤੇ all I have done marriage for is having a physical relationship with somebody. ਇਹ ਕੋਈ ਉਹਦੀ ਕੋਈ ਛੂਟ ਪੱਤਰ ਨਹੀਂ ਹੈ ਤੁਹਾਨੂੰ। ਵਿਵਾਹ ਠੇਕੇਦਾਰੀ ਨਹੀਂ, ਵਿਵਾਹ ਕੇਵਲ ਬੱਚੇ ਉਤਪਤ ਕਰਨ ਲਈ ਨਹੀਂ, ਵਿਵਾਹ ਗੁਲਾਮੀ ਤੇ ਕੈਦ ਨਹੀਂ, ਵਿਵਾਹ ਇੱਕ ਭੁੱਲ ਕੇ ਜੁੜ ਜਾਣ ਵਾਲੀ ਫਾਹ ਨਹੀਂ, ਵਿਵਾਹ ਪਵਿੱਤਰ ਸੰਬੰਧ ਹੈ, ਸੁਖ ਤੇ ਖੁਸ਼ੀ ਦਾ ਮੂਲ ਹੈ। ਦੇਖੋ ਕਿਤਨੀ ਵੱਡੀ ਦਰਜਾ ਦਿੱਤਾ ਹੈ ਗ੍ਰਸਥ ਆਸ਼ਰਮ ਨੂੰ ਇਸ ਗੁਰੂ ਨਾਨਕ ਦੇ ਘਰ ਵਿੱਚ। ਜਿਸ ਚੀਜ਼ ਨੂੰ ਧਰਮਾਂ ਨੇ ਧਿਕਾਰ ਦਿੱਤਾ ਕਿ ਇਹ ਹੋ ਜਾਏ ਤੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਗੁਰੂ ਨਾਨਕ ਦੀ ਫਿਲਾਸਫੀ ਠੀਕ ਉਲਟ ਹੈ ਉਸ ਤੋਂ। ਤੇ ਇਹ ਮੂਲ ਦਸੀਏ ਵੀ ਇਹ ਹੋਏਗਾ ਤੇ ਤੈਨੂੰ ਪ੍ਰਾਪਤੀ ਹੋਏਗੀ, ਸਤਸੰਗ ਤੇਰਾ ਬਣੇਗਾ। ਇਹ ਧਰਮ ਪਾਵਨ ਨਾਤਾ ਹੈ। ਪਾਵਨ ਨਾਤਾ ਕਿਹਾ ਹੈ ਇਸ ਨੂੰ ਭਾਈ ਸਾਹਿਬ ਨੇ। ਇਹ ਧਰਮ, ਇਹ ਪਰਮ ਪਾਵਨ ਨਾਤਾ ਹੈ, ਇਹ ਪੁਨੀਤ ਸੰਜੋਗ ਹੈ ਜਿਸ ਦਾ ਸੁਖ ਪ੍ਰਯੋਜਨ ਵਾਹਿਗੁਰੂ ਦੀ ਚਰਨ ਕਮਲਾਂ ਦੀ ਪ੍ਰਾਪਤੀ ਹੈ। ਉਸ ਪ੍ਰਾਪਤੀ ਲਈ ਸਤਸੰਗ ਦੀ ਲੋੜ ਹੈ। ਸੋ ਵਿਵਾਹ ਸਤਸੰਗ ਹੈ। ਸੰਸਾਰਿਕ ਬੁਲਾਵਾਂ ਤੋਂ ਦੋਵੇਂ ਇੱਕ ਦੂਜੇ ਦੇ ਰਾਖੇ ਹੋ ਕੇ ਉਪਕਾਰ ਕਰਨ ਦਾ ਰਸਤਾ ਹੈ। ਇੱਕ ਦੂਸਰੇ ਦੇ ਉੱਤੇ ਉਪਕਾਰ ਕਰਨ। ਇਕੱਲਾ ਮਨੁੱਖ ਕਈ ਸ਼ੁਭ ਕਰਮਾਂ ਤੋਂ ਰੁਕ ਜਾਂਦਾ ਹੈ, ਇਕੱਲੀ ਤੀਵੀ ਰੁਕ ਜਾਂਦੀ ਹੈ, ਪਰ ਧਰਮ ਨਾਲ ਜੋੜੇ ਗਏ ਗ੍ਰਹਸਥੀ ਪੁਰਖ ਹਰ ਤਰ੍ਹਾਂ ਦਾ ਉਪਕਾਰ ਕਰ ਸਕਦੇ ਹਨ। ਜੇ ਚਿੱਤ ਉੱਚ ਭਾਵਾਂ ਤੋਂ ਕਦੇ ਕਿਸ ਕਾਰਨ ਹਿਲੇ, ਤਦ ਇੱਕ ਦੂਜੇ ਦੀ ਪਤ ਤੋਂ ਦੋਵੇਂ ਆਸਰਾ ਹਨ। ਸੋ ਇੱਕ ਦੂਸਰੇ ਦੇ ਆਸਰਾ ਬਣਦੇ ਹਨ। ਤੇ ਆਨੰਦ ਕਾਰਜ ਵਿੱਚ ਆਨੰਦ ਇਸ ਵਾਸਤੇ ਹੈ ਕਿਉਂਕਿ ਹੁਣ ਦੋ ਸਰੀਰ ਹੀ ਨਹੀਂ ਮਿਲੇ, ਦੋ ਆਤਮਾਵਾਂ ਹੀ ਨਹੀਂ ਮਿਲੀਆਂ, ਸਤਸੰਗੀ ਮਿਲੇ ਹਨ ਦੋ, ਜਿਨ੍ਹਾਂ ਨੇ ਪ੍ਰਵਿਰਤੀ ਕਰਮ ਤੋਂ ਲੰਘ ਕੇ, ਸਤਿਗੁਰ ਪੁਰਖ ਮਿਲਾਇਆ ਤੋਂ ਲੰਘ ਕੇ, ਨਿਰਬਲ ਭਉ ਵਾਲੀ ਅਵਸਥਾ ਤੋਂ ਪ੍ਰਾਪਤ ਕਰਕੇ, ਵੈਰਾਗ ਦੀ ਅਵਸਥਾ ਲੈ ਕੇ, ਸਹਿਜ ਦੀ ਅਵਸਥਾ ਵਿੱਚ ਆ ਕੇ ਸਤਸੰਗੀ ਬਣ ਕੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਦੇਖੋ ਕਿਤਨੀ ਉੱਚ ਕੋਟੀ ਦੀ ਸੋਚ, ਕਿਤਨੀ ਗਹਿਰਾਈ। ਔਰ ਇਹ ਗੱਲ ਜਿਹੜੀ ਹਰ ਵਿਆਹਣ ਵਾਲੇ ਨੂੰ ਸਮਝਾਣੀ ਚਾਹੀਦੀ ਹੈ। ਸਾਡੇ ਬਦਕਿਸਮਤੀ ਹੈ ਸਾਡੇ ਗੁਰਦੁਆਰਿਆਂ ਵਿੱਚ ਕਿ ਅਸੀਂ ਸਮਝਾਉਣ 'ਚ ਅਸਮਰਥ ਰਹੇ ਹਾਂ ਹੁਣ ਤੱਕ ਇਸ ਗੁਰੂ ਨਾਨਕ ਦੀ ਫਿਲਾਸਫੀ ਨੂੰ। ਔਰ ਇਹ ਨਹੀਂ ਕਿ ਕੋਈ ਅਵੇਲੇਬਲ ਨਹੀਂ ਹੈ ਇਨਫੋਰਮੇਸ਼ਨ, ਇਹ ਨਹੀਂ ਕਿ ਕੋਈ ਦੁਰਲਭ ਹੈ ਵਾਲੀ ਇਨਫੋਰਮੇਸ਼ਨ। ਜੇ ਮੈਂ ਕਰ ਸਕਦਾ ਤੇ ਕੋਈ ਵੀ ਕਰ ਸਕਦਾ ਹੈ। ਇਹ ਨਹੀਂ ਕੋਈ ਰਾਕਟ ਸਾਇੰਸ ਹੈ ਕੋਈ ਹਾਂਜੀ, ਸਾਰੇ ਕਰ ਸਕਦੇ ਹਨ। ਔਰ ਸਾਰਿਆਂ ਦਾ ਜ਼ਿੰਮਾ ਹੈ ਜਿਹੜੇ ਸੁਣਦੇ ਪਏ ਹੋਣ, ਜਿੱਥੇ ਜਿੱਥੇ ਕੋਈ ਬੈਠਾ ਹੋਇਆ। ਆਈ ਨੋ ਵੀ ਹੈਵ ਅ ਆਡੀਅੰਸ, ਪੀਪਲ ਆਲ ਓਵਰ ਦ ਵਰਲਡ ਆਰ ਲਿਸਨਿੰਗ। ਜਿੱਥੇ ਜਿੱਥੇ ਕੋਈ ਬੈਠਾ ਹੋਇਆ, ਜਿੱਥੇ ਜਿੱਥੇ ਗੁਰਦੁਆਰੇ ਤੁਹਾਡੇ, ਉਹਨਾਂ ਸਾਰਿਆਂ ਨੂੰ ਸਮਝਾਣ ਕਿ ਇਹਨਾਂ ਲਾਵਾਂ ਦਾ ਸੰਦੇਸ਼ ਹੈ, ਇਹ ਸਾਰਿਆਂ ਨੂੰ ਦੇਣ ਪ੍ਰਮਾਤਮਾ। ਇਹ ਜਿਹੜਾ ਸੰਦੇਸ਼ ਲਾਵਾਂ ਜਿਹੜਾ ਹੈ ਅੱਗੇ ਉਹ ਅੱਗੇ ਪਹੁੰਚਾਣ। ਤੇ ਲੈਟ ਮੀ ਫਿਨਿਸ਼ ਦ ਚੌਥੀ ਲਾਵਾਂ ਦਾ ਸਾਰਾ, ਕਿਉਂਕਿ ਇੱਕ ਦੋ ਪੁਆਇੰਟ ਮੈਂ ਹੋਰ ਪੁਆਇੰਟਡ ਕਰਨਾ ਚਾਹੁੰਦਾ ਇੱਥੇ ਕਿ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅਨ ਦਿਨ ਹਰ ਲਿਵ ਲਾਈ। ਨੋਟਿਸ ਕਰੋਗੇ ਵੀਰ ਜੀ, ਤੁਸੀਂ ਕੁਐਸਚਨ ਪੁੱਛਿਆ ਸੀ ਨਾ ਵਿਰਾਗ ਦਾ ਪਹਿਲੇ। ਇੱਥੇ ਦੇਖੋ ਹੁਣ ਵਿਰਾਗ ਦੀ ਅਵਸਥਾ ਵਿੱਚੋਂ ਜਦੋਂ ਨਿਕਲ ਕੇ ਜੋ ਤੁਹਾਡੀ ਬੁੱਕ ਵਿੱਚ ਆਏ ਲਿਖਿਆ ਮਿਲੇ ਕਿ ਮੈਨੂੰ ਹੁਣ 24,000 ਵਾਰੀ ਪ੍ਰਮਾਤਮਾ ਯਾਦ ਆਇਆ ਹੈ। ਇੱਥੇ ਵਰਡ ਆਏ ਹਨ, ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅਨ ਦਿਨ ਹਰ ਲਿਵ ਲਾਈ। ਹਮੇਸ਼ਾ ਹਰ ਦਿਨ ਪ੍ਰਮਾਤਮਾ ਦੇ ਨਾਲ ਮੇਰੀ ਲਿਵ ਲੱਗੀ ਗਈ ਹੈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ ਹੈ। ਮੇਰੇ ਸੁਆਮੀ, ਮੈਨੂੰ ਹੁਣ ਮੇਰੇ ਮਨ ਦਾ ਤੁਸੀਂ ਸਭ ਤੋਂ ਵੱਡਾ ਜਿਹੜਾ ਚਿੰਦਿਆ ਫਲ ਭਾਵ ਨਾਮ ਦਾ ਦਾਨ ਮੈਨੂੰ ਬਖਸ਼ ਦਿੱਤਾ ਹੈ। ਸਿੱਖ ਰੋਜ਼ ਅਰਦਾਸ ਕਰਦਾ ਹੈ, ਬੜੇ ਦਾਨ ਮੰਗੇ ਹਨ ਅਰਦਾਸ। ਵਿਵੇਕ ਦਾ ਦਾਨ ਮੰਗਦਾ ਹੈ, ਭਰੋਸੇ ਦਾ ਦਾਨ ਮੰਗਦਾ ਹੈ, ਸਾਰੇ ਦਾਨ ਮੰਗ ਕੇ ਲਾਸਟ ਚ ਕਹਿੰਦੇ ਹਾਂ ਦਾਨਾ ਸਿਰ ਦਾਨ ਨਾਮ ਦਾਨ। ਇਹ ਨਾਮ ਦਾਨ ਦੀ ਪ੍ਰਾਪਤੀ ਮੇਰੇ ਤੇ ਇਹ ਕਿੱਥੋਂ ਹੈ ਕਿ ਜਿੱਥੇ ਜਿੱਥੇ ਜਹਾਂ ਜਹਾਂ ਖਾਲਸਾ ਜੀ ਰਾਏ ਤਾਂ
ਜਿੱਥੇ ਜਿੱਥੇ ਉਹ ਬੈਠਾ ਹੈ ਉੱਥੇ ਉੱਥੇ ਵਾਹਿਗੁਰੂ ਕਵੇ, ਹੈ ਨਾ, ਜਿੱਥੇ ਜਿੱਥੇ ਬੈਠਾ ਹੋਇਆ ਉਹ। ਤੇ ਮਨ ਚਿੰਦਿਆ ਫਲ ਪਾਇਆ ਸੁਆਮੀ। ਤੇ ਮੈਂ ਇੱਥੇ ਇੱਕ ਭਾਈ ਸਾਹਿਬ ਬੜਾ ਵੱਡਾ ਨੋਟ ਲਿਖਿਆ ਹੈ ਸੰਥਿਆ ਵਿੱਚ, ਹਰ ਨਾਮ ਵਜੀ ਵਧਾਈ ਦੇ ਉੱਤੇ, ਨਾਮ ਦੀ ਪ੍ਰਾਪਤੀ ਦੇ ਉੱਤੇ ਪਹਿਲੇ ਜਿੱਥੇ ਨਾਮ ਇੱਕ ਅਰਜ਼ ਰੂਪ ਵਿੱਚ ਸੀ, ਨਾਮ ਇੱਕ ਅਰਦਾਸ ਰੂਪ ਵਿੱਚ ਸੀ, ਨਾਮ ਇੱਕ ਵੈਰਾਗ ਰੂਪ ਵਿੱਚ ਸੀ, ਅੱਜ ਨਾਮ ਵੈਰਾਗ ਰੂਪ ਵਿੱਚ ਨਹੀਂ ਰਿਹਾ। ਹੁਣ ਇੱਥੇ ਵਰਡ ਆਏ ਹਨ ਵਜੀ ਵਧਾਈ। ਇੱਥੇ ਪ੍ਰਮਾਤਮਾ ਦੀ ਪ੍ਰਾਪਤੀ ਦੀ ਨਾਮ ਦੀ ਵਧਾਈ ਹੈ, ਭਾਵ ਮਿਲਣ ਤੋਂ ਬਾਅਦ ਹੀ ਵਧਾਈਆਂ ਹਨ, ਮਿਲਣ ਤੋਂ ਬਾਅਦ ਹੀ ਬਸ ਨਹੀਂ ਹੈ। ਪ੍ਰਮਾਤਮਾ ਮੇਰਾ ਨਿਤ ਨਵਾਂ ਹੈ, ਹਮੇਸ਼ਾ ਇੱਥੇ ਅਰਜ਼ੋਈ ਨਹੀਂ, ਇੱਥੇ ਵਧਾਈ ਹੈ, ਭਾਵ ਹੁਣ ਵੀ ਪਿਆਰ ਵਿੱਚ ਡੁੱਬ ਕੇ ਉਸ ਪ੍ਰਮਾਤਮਾ ਦੇ ਸ਼ੁਕਰ ਵਿੱਚ ਆਉਂਦਾ ਹੈ। ਪਹਿਲੇ ਮਿਲਣ ਦੀ ਆਸਰਾ ਕਰਦਾ ਸੀ, ਪਹਿਲੇ ਅਰਦਾਸ, ਪਹਿਲੇ ਭੀਖ ਮੰਗਦਾ ਸੀ ਮਿਲਣ ਦੀ, ਤੇ ਹੁਣ ਭੀਖ ਮੰਗਦਾ ਹੈ ਸ਼ੁਕਰ ਦੀ, ਹੁਣ ਭੀਖ ਮੰਗਦਾ ਹੈ ਵਜੀ ਵਧਾਈ ਦੀ। ਇੱਥੇ ਸਿੱਖ ਇਸ ਉੱਚ ਕੋਟੀ ਦਾ ਜਗਿਆਸੂ ਗੁਰੂ ਨਾਨਕ ਨੇ ਬਣਾਇਆ ਹੈ, ਜਿਹੜਾ ਪੂਰਨ ਪ੍ਰਾਪਤੀ ਤੋਂ ਬਾਅਦ ਵੀ ਰਾਵਣ ਵਰਗੀ ਪ੍ਰਾਪਤੀ ਨਹੀਂ ਹੈ ਕਿ ਹਾਂ ਸ਼ਿਵ ਜੀ ਨੂੰ ਖੁਸ਼ ਕਰਕੇ ਲੰਕਾ ਮੰਗ ਲਿੱਤੀ ਤੇ ਫਿਰ ਥੱਲੇ ਚਲਾ ਗਿਆ, ਫਿਰ ਜਾ ਕੇ ਉਹੀ ਕਰਨਾ ਸ਼ੁਰੂ ਕਰਦਾ ਜੋ ਪਹਿਲੇ ਕਰਦਾ ਸੀ ਉਹ ਜਾ ਕੇ। ਇਹੋ ਜਿਹਾ ਸਿੱਖ ਕਬੂਲ ਨਹੀਂ, ਇਹੋ ਜਿਹੀ ਫਿਲਾਸਫੀ ਨਹੀਂ ਮਨਜ਼ੂਰ ਹੋਈ ਇਸ ਘਰ ਵਿੱਚ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਪ੍ਰਮਾਤਮਾ ਨੇ ਇਹ ਵਿਆਹ ਦਾ ਕਾਰਜ ਰਚਾਇਆ। ਤਨ ਹਿਰਦੇ ਨਾਮ ਵਿਗਾਸੀ। ਦੇਖੋ ਵਿਆਹ ਦੇ ਕਾਰਜ ਨਾਲ, ਇੱਕ ਵਿਆਹ ਦੇ ਕਾਰਜ ਨਾਲ ਮੇਰੇ ਅੰਦਰ ਨਾਮ ਦੇ ਮੰਮੇ ਨੂੰ ਸਿਹਾਰੀ ਹੈ। ਇੱਥੇ ਨਾਮ ਦੇ ਮੰਮਾ ਮੁਕਤਾ ਨਹੀਂ ਹੈ, ਨਾਮ ਦੇ ਮੰਮੇ ਨੂੰ ਔਕੜ ਨਹੀਂ ਹੈ, ਨਾਮ ਦੇ ਮੰਮੇ ਨੂੰ ਸਿਹਾਰੀ ਹੈ। ਨਾਮ ਵਿੱਚ ਨਾਮ ਦੁਆਰਾ, ਨਾਮ ਦੁਆਰਾ ਨਾਮ ਵਿੱਚ ਮੇਰਾ ਹਿਰਦੇ ਵਿਗਸ ਜਾਣਾ, ਪ੍ਰਫੁੱਲਿਤ ਹੋ ਜਾਣਾ, ਫੁੱਟ ਜਾਣਾ ਵਿੱਚੋਂ। ਨਾਮ ਮੇਰੇ ਹਿਰਦੇ ਦੇ ਵਿੱਚੋਂ ਫੁੱਟ ਗਿਆ ਹੈ, ਪ੍ਰਮਾਤਮਾ ਦਾ ਪਿਆਰ ਮੇਰੇ ਹਿਰਦੇ ਵਿੱਚੋਂ ਫੁੱਟ ਗਿਆ ਹੈ। ਇਹ ਕਿਸ ਤਰ੍ਹਾਂ ਫੁੱਟਿਆ ਹੈ? ਕਿਉਂਕਿ ਮੈਂ ਵਿਆਹ ਕਰਾਇਆ ਹੈ, ਕਿਉਂਕਿ ਮੈਂ ਸਤਸੰਗੀ ਬਣਿਆ ਹਾਂ, ਕਿਉਂਕਿ ਮੈਂ ਪ੍ਰਵਿਰਤੀ ਕਰਮ ਦ੍ਰਿੜਾਇਆ ਹੈ, ਸਤਿਗੁਰ ਪੁਰਖ ਮਿਲਾਇਆ ਹੈ, ਨਿਰਮਲ ਭਉ ਦੀ ਅਵਸਥਾ ਪ੍ਰਾਪਤ ਕੀਤੀ ਹੈ। ਮੈਂ ਆਪਣੇ ਅੰਦਰ ਵੈਰਾਗ ਦੀ ਅਵਸਥਾ ਪ੍ਰਾਪਤ ਕਰਕੇ, ਹੇ ਮੇਰੇ ਗੁਰੂ ਦੇਖੋ ਹੁਣ ਮੈਨੂੰ ਤੁਸੀਂ ਤਨ ਹਿਰਦੇ ਨਾਮ ਵਿਗਾਸੀ ਵਾਲੀ ਅਵਸਥਾ ਪ੍ਰਾਪਤ ਤੁਸੀਂ ਮੈਨੂੰ ਦੇ ਦਿੱਤੀ ਹੈ। ਜਨ ਨਾਨਕ ਬੋਲੇ ਚੌਥੀ ਲਾਵੇਂ, ਹਰ ਪਾਇਆ ਬਲਰਾਮ ਜੀਓ, ਹਰ ਪਾਇਆ ਬਲਰਾਮ, ਹਰ ਪਾਇਆ ਪ੍ਰਭ ਅਬਨਾਸੀ। ਮੇਰੇ ਅੰਦਰ ਪ੍ਰਮਾਤਮਾ ਮਿਲਣ ਦੀ ਅਵਸਥਾ ਪ੍ਰਾਪਤ ਤੁਸੀਂ ਮੈਨੂੰ ਦੇ ਦਿੱਤੀ ਹੈ। ਇਹ ਇੱਕ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਚੌਥੀ ਲਾਮ ਹੈ, ਤੇ ਇਹ ਚੌਥੀ ਲਾਮ ਦੀ ਪ੍ਰੋਮਿਸ ਵੀ ਨਵੇਂ ਵਿਆਹਣ ਵਾਲੇ ਦੰਪਤੀ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ, ਕਿ ਅਸੀਂ ਇਸ ਅਵਸਥਾ 'ਚ ਪਹੁੰਚਾਂਗੇ ਇੱਕ ਦਿਨ। ਅਸੀਂ ਪ੍ਰੋਮਿਸ ਕਰਦੇ ਹਾਂ ਹਰ ਲਾਮ ਵਿੱਚੋਂ ਅਸੀਂ ਲੰਘਾਂਗੇ। ਹਰ ਲਾਮ ਦੀਆਂ ਜਿਹੜੀਆਂ ਤੁਸੀਂ ਚੀਜ਼ਾਂ ਲਿਖੀਆਂ ਹਨ, ਇਹ ਚੀਜ਼ਾਂ ਵਿੱਚੋਂ ਅਸੀਂ ਲੰਘ ਕੇ ਤੇ ਨਾਮ ਵਜੀ ਵਧਾਈ ਵਾਲੀ ਅਵਸਥਾ ਪ੍ਰਾਪਤ ਕਰਾਂਗੇ। ਹੈ ਮੇਰੇ ਗੁਰੂ ਜੇ ਤੁਹਾਡੇ, ਜੇ ਤੁਸੀਂ ਸਾਨੂੰ ਬਖਸ਼ਿਸ਼ ਕਰੋ ਸਾਡੇ ਤੇ। ਪਰ ਰਿਐਲਿਟੀ ਇਹ ਹੈ ਕਿ ਪਹਿਲੇ ਤੇ ਕਿਸੇ ਨੂੰ ਸਮਝ ਨਹੀਂ ਕੀ ਪੜ੍ਹਦੇ ਪਏ ਨੇ, ਤੇ ਜਿਹੜੇ ਨੂੰ ਥੋੜੀ ਬਹੁਤ ਸਮਝ ਵੀ ਹੈ ਉਹ ਵੀ ਅੱਗੇ ਦੱਸਦੇ ਨਹੀਂ, ਤੇ ਜਿਹੜੇ ਦੱਸ ਵੀ ਦਿੰਦੇ ਹਨ ਉਹ ਇਹਨਾਂ ਰਸਤਿਆਂ ਤੇ ਚੱਲਦੇ ਨਹੀਂ ਹਨ। ਸੋ I hope this was something that you got a lot out of it. I hope we are all understood. And I will stop speaking now. Maybe bol ke thak gaya hona. Let me see what others have to say. If not, then we will end the class. Thank you. Fatehveer ji, Jyot bol rahe hain. Thank you. First of all, thank you for your time and your patience. Baba ji ਮੇਰ ਰੱਖਣ ਤੁਹਾਡੇ ਤੇ। ਵੀਰ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਤੁਸੀਂ ਗੱਲ ਕਰ ਰਹੇ ਸੀ earlier virag ਤੇ depression. Narendra ji brought that up. If I'm not taking you off track, can you elaborate on that thought? There is no actually I take it back though. virag ਹੈ, depression ਹੁੰਦੀ ਹੈ ਜਦੋਂ ਬੰਦਾ ਨਿਰਾਸ਼ ਹੋ ਜਾਏ। ਤੇ ਇਹਦੇ ਨਾਲ ਕੋਈ ਮਤਲਬ ਨਹੀਂ ਆ ਆਪਸ ਕੋਈ ਦੋਨੋਂ ਚੀਜ਼ਾਂ ਦਾ। ਪਰਮਾਤਮਾ ਨੂੰ ਪਿਆਰ ਕਰਨ ਵਾਲੇ ਕਦੀ ਡਿਪਰੈਸ਼ਨ ਹੁੰਦੀ ਹੀ ਨਹੀਂ ਉਹਨਾਂ ਨੂੰ। ਸੋ ਜਿਨ੍ਹਾਂ ਨੂੰ ਉਹ ਫਿਰ ਜੇ ਇਹਨਾਂ ਨੂੰ ਡਿਪਰੈਸ਼ਨ ਹੈ ਤੇ ਵਿਰਾਗ ਨਹੀਂ ਹੈ। ਸੋ ਕਈ ਲੋਕ ਸਮਝਦੇ ਹਨ ਕਿ ਸੈਪਰੇਸ਼ਨ ਐਂਜ਼ਾਈਟੀ ਜਿਹੜੀ ਹੈ, ਪੇਨ ਜਿਹੜੀ ਹੈ, ਉਹ ਪੇਨ ਜਿਹੜੀ ਹੈ ਕਈ ਵਾਰੀ ਡਿਪਰੈਸ਼ਨ ਹੈ। ਡਿਪਰੈਸ਼ਨ ਨਹੀਂ ਹੈ ਉਹ ਪੇਨ। ਸੋ I think it was little ਥੋੜਾ confusing ਹੋ ਗਿਆ। ਸੋ ਉਸ ਗੱਲ ਨੂੰ ਮਨੋਂ ਕੱਢ ਦਿਓ। there is no relationship. The two words have no relationship with each other. You know, ਡਿਪਰੈਸ਼ਨ ਜਿਹਨੂੰ ਹੋਵੇ ਉਹ ਪ੍ਰਮਾਤਮਾ ਦਾ, ਪਹਿਲੇ ਜਿਹਨੂੰ ਪ੍ਰਮਾਤਮਾ ਨਾਲ ਬਹੁਤਾ ਪਿਆਰ ਹੋਵੇ ਉਹਨੂੰ ਡਿਪਰੈਸ਼ਨ ਹੋ ਹੀ ਨਹੀਂ ਸਕਦੀ। ਉਸ ਜਿਹੜਾ ਇੱਕ ਮਨ ਚ ਡੁੱਬਿਆ ਹੋਵੇ ਜਿਹੜਾ, ਹਾਂਜੀ। ਤੇ ਡਿਪਰੈਸ਼ਨ ਵਾਲਾ ਜਿਹੜਾ ਹੋਵੇ ਉਹ ਪ੍ਰਮਾਤਮਾ ਨਾਲ ਪਿਆਰ ਕਰਨਾ ਬੜਾ ਮੁਸ਼ਕਿਲ ਹੈ ਉਹਦੇ ਵਾਸਤੇ, ਕਿਉਂਕਿ ਵਿਚਾਰਾ ਆਪਣੇ ਚ ਡੁੱਬਿਆ ਹੋਇਆ ਹੋ। ਸੋ देयर इज नो रिलेशनशिप दो आपस
ਪਿਆਰ ਇੱਥੇ ਪਿਆਰ ਤਾਂਗ ਹੈ। ਸੋ ਹਾਂਜੀ, ਤੁਸੀਂ ਵੀਰ ਜੀ ਪੋਜ਼ਿਟਿਵ ਚੀਜ਼ਾਂ ਤੇ ਫੋਕਸ ਕਰੋ ਵੀ ਤੁਸੀਂ ਕਿਸਾਂ ਪਹੁੰਚਣਾ ਚੌਥੀ ਲਾਂਘ ਤੇ, ਡਿਪਰੈਸ਼ਨ ਤੇ ਫੋਕਸ ਨਾ ਕਰੋ ਵੀਰ ਜੀ। ਯਾ ਹਾਂਜੀ ਠੀਕ ਹੈ। ਹਾਂਜੀ 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 ਹਾਂਜੀ। Anybody has any other questions though on the 4 very distinct stages that Guru has defined though? The first 2 and the last 2 are related. Last wali is the union the stage hai. Last wali Sachkhand hai, last wali union hai, last wali milap hai, te pehliyan 3 stages ਜਿਹੜੀਆਂ ਹਨ ਪ੍ਰਮਾਤਮਾ ਦੇ ਮਿਲਣ ਦੀ ਤੱਕ ਦੀ ਰਸਤਾ ਜਿਹੜਾ ਡਿਫਾਈਨ ਕੀਤਾ ਉਹਨਾਂ ਨੇ ਉੱਥੇ। ਹਾਂਜੀ ਕਮਲਵੀਰ ਜੀ, ਹੁਣ ਕੋਈ ਤਸੱਲੀ ਹੋ ਗਈ ਜੀ? ਕੋਈ ਕੁਐਸਚਨ ਹੋਵੇ ਤਾਂ ਦੱਸੋ। ਕੁਐਸਚਨ ਇੱਕ ਥੋੜਾ ਜਿਹਾ ਛੋਟਾ ਜਿਹਾ ਮਨ ਚ ਆ ਰਿਹਾ ਹੈ ਕਿ 4 ਸਟੇजेस, ਕਿਉਂਕਿ 4 ਲਾਵਾਂ ਰੱਖੀਆਂ ਤੇ ਉਹ ਇੱਕ ਵੇਲੇ ਕਿਸੇ ਵੇਲੇ ਇਹ ਵੀ ਕਹਿੰਦੇ ਨੇ ਕਿ ਜੀ 4 ਸਟੇजेस ਆਫ ਲਾਈਫ ਨੇ। ਇਜ਼ देयर ਐਨੀਥਿੰਗ ਟੂ ਡੂ ਵਿਦ ਦੈਟ ਟੂ, ਔਰ ਬਿਕਾਜ਼ ਨਹੀਂ ਲਾਵਾਂ ਚ ਕੋਈ 4 ਸਟੇजेस ਆਫ ਲਾਈਫ ਦੀ ਕੋਈ ਗੱਲ ਨਹੀਂ ਹੈ। ਠੀਕ ਹੈ, ਇੱਥੇ ਸਿਰਫ ਗੋਲ ਇੱਕੋ ਹੀ ਹੈ ਕਿ ਤੁਹਾਨੂੰ ਨਾਮ ਵਜੀ ਵਧਾਈ ਵਾਲੀ ਅਵਸਥਾ ਚੌਥੀ ਲਾਮ ਵਿੱਚ ਪ੍ਰਾਪਤ ਹੋ ਜਾਵੇ ਉਸ ਨਵੇਂ ਵਿਆਹ ਵਾਲੇ ਦੰਪਤੀ ਨੂੰ। ਭਗਤ ਜਨਾਂ ਵਾਸਤੇ ਵੀ ਸੇਮ ਹੈ ਤੇ ਨਵੇਂ ਵਿਆਹਣ ਵਾਲਿਆਂ ਵਾਸਤੇ ਵੀ ਸੇਮ ਅਵਸਥਾ ਪ੍ਰਾਪਤ ਹੋਵੇ। ਤਾਂ ਸਤਸੰਗ ਦੇ ਰੂਪ ਵਿੱਚ ਦੇਖੋ ਵੀਰ ਜੀ, ਨਾਮ ਹੀ ਸੈਰੇਮਨੀ ਦਾ ਉਹਨਾਂ ਨੇ ਆਨੰਦ ਕਾਰਜ ਰੱਖਿਆ। ਦੇਖੋ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਕਿਸੇ ਰਿਲੀਜਨ ਵਿੱਚ ਵਿਆਹ ਦੀ ਸੈਰੇਮਨੀ ਨੂੰ ਆਨੰਦ ਕਾਰਜ ਨਹੀਂ ਕਿਹਾ ਗਿਆ, ਜਾਂ ਪ੍ਰਮਾਤਮਾ ਨੂੰ ਮਿਲਣ ਦਾ ਤੇ ਰਸਤਾ ਵਿਆਹ ਦੱਸਿਆ ਹੀ ਨਹੀਂ ਗਿਆ, ਠੀਕ ਉਲਟਾ ਦੱਸਿਆ ਗਿਆ ਕਿ ਵਿਆਹ ਕਰਾਉਣ ਦੇ, ਵਿਆਹ ਹੋਣ ਤੋਂ ਬਾਅਦ, ਬੱਚੇ ਹੋਣ ਤੋਂ ਬਾਅਦ ਬੰਦਾ ਸਗੋਂ ਮੁੜ ਜਾਂਦਾ ਇਸ ਰਸਤੇ ਤੋਂ। ਤੇ ਦੇਖੋ ਇੱਥੇ ਕਿਤਨਾ ਨਵਾਂ ਇੱਕ ਨਵੇਕਲਾ ਉਹਨਾਂ ਨੇ ਇੱਕ ਦ੍ਰਿਸ਼ਟੀਕੋਣ ਦਿੱਤਾ, ਨਵਾਂ ਇੱਕ it's amazing to me how the gurus really put this all together, you know। ਸਾਡਾ ਬਦਕਿਸਮਤੀ ਬਤ ਇਹ ਹੈ ਕਿ ਅਸੀਂ ਦੱਸ ਨਹੀਂ ਸਕੇ, ਨਾ ਆਪਣੇ ਆਪ ਨੂੰ ਨਾ ਹੋਰਨਾਂ ਨੂੰ ਦੱਸ ਨਹੀਂ ਸਕੇ ਅਸੀਂ। that is our bad luck or whatever you want to call it, you know। ਵੀਰ ਜੀ ਕੁਐਸਚਨ ਹੈਗਾ, ਸੌਰੀ। ਹਾਂਜੀ yeah, go ahead, I'm listening। I just wanted to say thank you ji for taking such a illuminating class। hopefully 27-25 ਸਾਲ ਪਹਿਲਾਂ ਸੁਣੀ ਵੀ ਹੁੰਦੀ ਤੇ ਫਿਰ ਥੋੜਾ ਜਿਹਾ ਹੋਰ ਬੈਟਰ ਰਹਿਣਾ ਸੀ, ਪਰ ਕੋਈ ਗੱਲ ਨਹੀਂ, that's okay, still a few years left। that's right, that's fine। ਦੇਰ ਆਏ ਦੁਰਸਤ ਆਏ। ਹਾਂਜੀ ਮੈਨੂੰ ਹੀ ਤਾਂ ਤੁਹਾਡਾ ਕੁਐਸਚਨ ਹੈਗਾ ਵੀਰ ਜੀ ਮੇਰਾ। ਹਾਂ ਇੱਕ ਕੁਐਸਚਨ ਸੀਗਾ ਕਿ ਅੱਜ ਕੱਲ in the modern time people are staying together and they're not getting married, right? How does Sikhi explain that? I don't think so Sikhi explains that anywhere। I don't think so this issue was there us wale, a issue nahi si us wale। so I don't think so address kita gaya ki people who live, you mean to say people who live with each other without getting married? ਹਾਂਜੀ ਹਾਂਜੀ, ਉਹ ਇਸ਼ੂ ਤੇ ਗੁਰਬਾਣੀ ਚ ਐਡਰੈਸ ਆਫ ਕੋਰਸ ਸਿੱਖੀ ਦੇ ਹਿਸਾਬ ਦੇ ਨਾਲ ਵਿਆਹ ਤੋਂ ਪਹਿਲੇ ਉਹ ਜੇ ਸੰਬੰਧ ਨਹੀਂ ਹੋਣੇ ਚਾਹੀਦੇ, ਯੂ نو that is what ਗੁਰਸਿੱਖੀ is। ਮੈਂ ਤੇ ਕਹਾਂਗਾ I will say out loud whether you accept it or not or it does or not। ਪਰ ਇਹ ਇਸ਼ੂ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਐਡਰੈਸ ਨਹੀਂ ਹੋਇਆ ਕਿ ਹਾਂਜੀ ਤੁਹਾਡਾ ਵਿਆਹ ਨਹੀਂ ਹੋਇਆ ਤੇ what do we do now। ਉਸ ਵੇਲੇ ਨਹੀਂ ਸੀ ਇਹ ਵਾਲਾ, ਹੁਣ ਹੈ। ਤੇ ਹੁਣ ਜਿਹੜੇ ਕਰਦੇ ਹਨ ਮੇਰੇ ਹਿਸਾਬ ਦੇ ਨਾਲ ਗੁਰੂ ਨਾਨਕ ਦੇ ਅਲਾਉ ਨਹੀਂ ਕਰਨਗੇ ਜੋ ਆਪ ਹੋਣ ਇੱਥੇ ਤੇ, ਕਿਉਂਕਿ ਇਸ ਘਰ ਵਿੱਚ ਵਿਆਹ ਦਾ ਅਨੰਕਾਰਜ ਦਾ ਬੜਾ ਵੱਡਾ ਇੱਕ ਰਿਹਾ ਹੈ ਜਗ੍ਹਾ ਕਿ ਯੂ نو ਇਕੱਠਿਆਂ ਹੋ ਕੇ ਤੁਸੀਂ ਜਿਹੜਾ ਵੇ ਫਾਰਮਲੀ ਇੱਕ ਦੂਸਰੇ ਨੂੰ ਐਕਸੈਪਟ ਬੜਾ ਇੰਪੋਰਟੈਂਟ ਹੈ। ਪਰ ਅੱਜ ਕੱਲ ਵਕਤ ਬਦਲ ਗਿਆ ਹੁਣ, ਯੂ نو ਮੇਰੇ ਹਿਸਾਬ ਦੇ ਨਾਲ ਜਿਹੜਾ ਗੁਰਸਿੱਖੀ ਵਿੱਚ ਪਰਪੱਕ ਹੋਏਗਾ, ਜਿਹਦੇ ਨਾਲ ਪ੍ਰਮਾਤਮਾ ਦਾ ਪਿਆਰ ਥੋੜਾ ਬਹੁਤ ਹੋਏਗਾ, ਜਿਹੜਾ ਗੁਰਬਾਣੀ ਤੇ ਵਿਸ਼ਵਾਸ ਰੱਖਣ ਵਾਲਾ ਹੋਏਗਾ, ਉਹ ਪ੍ਰੋਬਬਲੀ ਇਹ ਨਹੀਂ ਕਰੇਗਾ ਕੰਮ ਮੇਰੇ ਹਿਸਾਬ ਨਾਲ। I have yet to find somebody who will do this who is a ਪੂਰਨ ਗੁਰਸਿੱਖ ਦੋ, ਜਿਹੜਾ ਜਪਜੀ ਪੜਨ ਵਾਲਾ ਹੋਵੇ, ਬਾਣੀ ਪੜਨ ਵਾਲਾ ਹੋਵੇ, ਬਾਣੀ ਮੰਨਣ ਵਾਲਾ ਹੋਵੇ, ਸਿੱਖ ਹੋਵੇ। ਤੇ most probably he will probably not venture into that path, but ਗੁਰਬਾਣੀ ਨਹੀਂ ਐਡਰੈਸ ਕਰਦੀ ਵਿਦ ਇਸ ਇਸ਼ੂ। I'm sorry। ਠੀਕ ਹੈ, okay, thank you Vijay, thank you। No problem। You know, I also have these kind of questions, and when I brought them up to you historically, the path that you have shared with me is upon negativity wale passe nahi jana, appa apna goal lagawa appa guru naal milna। so right। all these things are one-off kind of questions that are out there, but our focus needs to be how we're going to get closer to God।
That's the path. I think that's the right answer for us. I could be wrong. You can correct me if I'm wrong, but I think that's where we need to spend the energy. मैं हमेशा कहना ਹੁੰਦਾ कि हमेशा पॉजिटिव विच रहे बंदा नेगेटिविटी अपने आप चली जाएगी जे पॉजिटिव गुण इकट्ठे करोगे ते यू नो ते दूसरी गल है कि मैं थोड़ी शर्म भी आंदी है कहंदी होई है गल कि मैं लास्ट वेडनेसडे दा सैशन कैंसल कर दिता ते मनजीत जी मेरी गल सुनदे पे इन शिकागो तो आई रिमेंबर द कन्वर्सेशन दैट हैपेंड इन द फर्स्ट की सेकंड क्लास व्हिच व्हेन शी सेड विजी तुसी कैंसल ते नहीं करोगे वेडनेसडे वाली क्लास ते मैं किया सी उस वेले नहीं मैं नहीं कैंसल करांगा ਤੁਸੀਂ ਨਾ ਆਓ ਮੈਂ ਜ਼ਰੂਰ ਆਵਾਂਗਾ ਤੇ ਮੈਂ ਹੁਣ ਆਪਣੇ ਕਹੇ ਹੋਏ ਗੱਲਾਂ ਤੋਂ ਆਪੇ ਹੀ ਪਿੱਛੇ ਹੋ ਗਿਆ ਮਨਜੀਤ ਜੀ ਇਸ਼ੂ ਇਹ ਨਹੀਂ ਹੈ ਕਿ ਮੇਰਾ ਮਨ ਨਹੀਂ ਕਰਦਾ ਕਰਨ ਨੂੰ ਆਈ ਹੈਵ ਟੇਕਨ ਅਪ ਟੂ ਮਚ ਔਨ ਮਾਈ ਪਲੇਟ ਉਹ ਬਿਗਨਰਸ ਦੀਆਂ ਕੀਰਤਨ ਜਿਹੜੀਆਂ ਕਲਾਸਿਸ ਸ਼ੁਰੂ ਹੋਈਆਂ that has taken up so much of my time I have to spend individually ਦੋ ਕੀਰਤਨ ਦੀਆਂ ਕਲਾਸਿਸ and ਮਨਜੀਤ ਜੀ ਦੂਸਰੀ ਗੱਲ ਇਹ ਹੈ ਕਿ people might not realize this ਕਿ just to prepare even though मैं लावां ते पहले बड़ी बड़ी बोलिया होया है पर ए सेशन नु prepare करन वास्ते 1 घंटे बोलन वास्ते घट्टो घट नहीं ते 5 तो लेके 6 घंटे दी तैयारी चाहिदी होंदी है at least मैनू ते करनी पैंदी है you know 2 घंटे बोलना होवे ते 10 घंटे तो उत्ते दी तैयारी चाहिए है 10-12 घंटे दी you have to have all your notes together you need to have your thought process cleared up people ask so many questions हर एक question ਦਾ ਉੱਤਰ ਤੁਹਾਨੂੰ ਆਣਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ तो मनजीत जी मेरा इशू ये आ रहा ਹੁਣ कि ਮੈਨੂੰ ਵੈਡਨਸਡੇ ਵਾਲੀ ਕਲਾਸ ਦੀ preparation time ਮੇਰੇ ਕੋਲ ਨਹੀਂ ਰਿਹਾ ਮੇਰੇ ਕੋਲ prep ਨਹੀਂ ਸੀ this Wednesday I was ready to speak I thought I will finish the third and fourth on Wednesday क्योंकि वो preparation मेरी हुई हुई थी already then some people said no don't do it on Wednesday do it on Sunday because many of us cannot come on Wednesdays so once we changed that then became the issue कि दूसरी गल है कि उन्होंने अनफॉर्चुनेटली कोरोना वायरस का असर हुण घटदा पिया slowly in the sense कि the work pressure has tremendously increased not people are not giving me breaks anymore कि ओ जी हुण कोरोना वायरस है कोई गल नहीं अगले हफ्ते हो जाएगा काम नो so the full work pressure has come back और Wednesday दी क्लास दी मैनू prep time नहीं मेरे कोल रहा मेरे कोल prep time घट गया मेरे कोल ते जे बगैर preparation कीते आवांगा मनजीत जी तुहानू भी चंगा नहीं लगेगा ਤੁਸੀਂ ਮਹਿਸੂਸ ਕਰੋ ਕਿ ਦੇਖੋ ਜੀ ਇਹ ਆ ਤੇ ਗਿਆ ਬੋਲਣ ਵਾਸਤੇ ਕਿ ਆਪੇ ਹੀ ਨਹੀਂ ਪਤਾ ਕੀ ਬੋਲ ਰਿਹਾ ਹੈ ਆਪੇ ਕਲੈਰਿਟੀ ਨਹੀਂ ਹੈ ਥਾਟ ਪ੍ਰੋਸੈਸ ਦੀ ਔਰ ਤੁਸੀਂ ਨੋਟਿਸ ਕੀਤਾ ਹੋਣਾ ਕਿ ਇਹ ਚੀਜ਼ਾਂ ਇੰਨੀਆਂ ਆਸਾਨ ਨਹੀਂ ਹਨ ਬੋਲਣੀਆਂ ਕਹਾਣੀਆਂ ਨਹੀਂ ਸੁਣਾਉਣੀਆਂ ਕਿਸੇ ਨੂੰ ਕੋਈ ਸਟੋਰੀਜ਼ ਨਹੀਂ ਹਨ ਸੁਣਾਉਣ ਵਾਲੀਆਂ ਯੂ نو ਹਿਸਟਰੀ ਤੇ ਬੋਲਣਾ ਬੜਾ ਈਜ਼ੀ ਹੈ ਯੂ نو ਸਾਖੀ ਸੁਣਾਣੀ ਈਜ਼ੀ ਹੈ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਇੰਨੀ ਈਜ਼ੀ ਨਹੀਂ ਹੈ ਇਟ ਟੇਕਸ ਟਾਈਮ ਦੋ ਤਾਂ ਮੈਂ ਹੱਥ ਜੋੜ ਕੇ ਮਾਫੀ ਹੈ ਮੇਰੀ ਯੂ نو ਕਿ ਮੈਂ ਆਪਣੇ ਬਚਨ ਤੋਂ ਆਪੇ ਹੀ ਮੁੱਕਰ ਗਿਆ पर ਜਦੋਂ ਮੈਨੂੰ ਮਹਿਸੂਸ ਹੋਇਆ ਕਿਸੇ ਵੀ ਵੈਡਨਸਡੇ ਨੂੰ ਮੈਨੂੰ ਮਹਿਸੂਸ ਹੋਇਆ ਕਿ ਉਹ ਵੈਡਨਸਡੇ ਮੇਰੇ ਵਾਸਤੇ ਖਾਲੀ ਹੈ ਮੈਂ 2 ਦਿਨ ਪਹਿਲੇ ਨੋਟਿਸ ਭੇਜਿਆ ਕਰਾਂਗਾ ਕਿ ਇਸ ਵੈਡਨਸਡੇ ਗੁਰਬਾਣੀ ਦੀ ਕਲਾਸ ਹੋਏਗੀ ਐਂਡ ਹੋਪਫੁਲੀ ਪੀਪਲ ਵਿਲ ਬੀ ਏਬਲ ਟੂ ਜੁਆਇਨ ਯੂ نو ਪਰ ਮੈਨੂੰ ਲੱਗਦਾ ਹੈ ਕਿ ਨੈਕਸਟ ਕਪਲ ਆਫ ਵੈਡਨਸਡੇਜ਼ ਵਾਸਤੇ ਮੈਨੂੰ ਮੁਸ਼ਕਿਲ ਹੋਏਗੀ ਮੈਨੂੰ ਹਾਂਜੀ ਸੋ ਆਈ ਐਮ ਰੀਲੀ ਸੌਰੀ ਅਬਾਊਟ ਦੈਟ ਔਰ ਮੈਂ ਮਾਫੀ ਮੰਗਦਾ ਇਸ ਗੱਲ ਦੀ ਹਾਂਜੀ You don't have to apologize. I know how much work must go into each lesson and each class. ਅਸੀਂ ਤੇ ਆ ਕੇ ਬੈਠ ਜਾਂਦੇ ਹਾਂ ਤੁਸੀਂ ਸਾਰੀ ਟਾਈਮ ਇੰਨਾ ਅਸੀਂ ਤੇ ਆ ਕੇ ਸੁਣ ਲੈਂਦੇ ਹਾਂ so please do not apologize we are the fortunate ones thank you no problem but I still want to say this because I am the one who said that you know boldly and now I am the one who's tracking back so I had to say this to clear off my chest you know so I feel much better now so yeah so ਹਾਂਜੀ ਕੋਈ ਹੋਰ ਕੁਐਸਚਨ ਹੋਏ ਜੀ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ੰਕਾ ਜਾਂ ਕੋਈ ਇਸ਼ੂ ਜਾਂ ਕੋਈ ਡਾਊਟ ਜਾਂ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਜਾਂ ਲਾਵਾਂ ਦੇ ਆਸ-ਪਾਸ ਕੋਈ ਡਿਸਕਸ਼ਨ ਇੱਕ ਟਾਈਮ ਆਇਆ ਜਦੋਂ ਤੇ ਮੈਂ ਮੇਬੀ ਘੋੜੀਆਂ ਬਾਰੇ ਵੀ ਇੱਕ ਦਿਨ ਡਿਸਕਸ ਕਰਾਂਗੇ ਉਹ ਵੀ ਰਿਲੇਟਡ ਟੌਪਿਕ ਹੈ ਦੇ ਹਾਂਜੀ Shruti you had a question you want to say something sure that is nice ਘੋੜੀਆਂ ਹਾਂਜੀ ਘੋੜੀਆਂ ਬਾਰੇ ਵੀ ਮੈਂ ਕਰਾਂਗਾ ਮੈਂ I will find a Sunday ਤੋਂ next Sunday ਜਾਂ ਉਸ ਤੋਂ ਅਗਲੇ Sunday ਜਾਂ ਉਸ ਤੋਂ ਅਗਲੇ Sunday I will prepare myself and I will talk ਘੋੜੀਆਂ ਲੰਬਾ ਚੈਪਟਰ ਹੈ ਬੜਾ so I will not go through the entire Bani maybe what I'll do is I'll bring out the gist of the Bani in front ਜੇ ਘੋੜੀਆਂ ਦੀ ਪੂਰੀ ਡਿਸਕਸ਼ਨ ਕਰਾਂਗੇ ਤੇ 2 ਮਹੀਨੇ ਲੱਗਣਗੇ ਹਾਂਜੀ ਫਿਰ ਉਹ ਤੁਹਾਡੇ ਵਾਸਤੇ ਫਿਰ ਲੰਬਾ ਵੀ ਹੋ ਜਾਏਗਾ ਬੜਾ ਕੰਮ ਸੋ ਉਹ ਨਾ ਕਰਕੇ ਮੈਂ ਘੋੜੀਆਂ ਦੇ ਉੱਤੇ ਇੱਕ ਸ਼ਾਰਟ ਸਮਰੀ ਫਾਰਮ ਵਿੱਚ ਤੁਹਾਨੂੰ ਦੱਸਾਂਗਾ
ਤੇ ਇੱਕ ਮੈਂ ਹੋਰ ਲਾਸਟ ਇੱਕ ਗੱਲ ਕਹਿ ਦਿਆਂ ਕਿ ਵਿਆਹ ਦੇ ਟਾਈਮ ਜਦੋਂ ਬਰਾਤ ਟੁਕਦੀ ਹੈ, ਜਦੋਂ ਤੇ ਇੱਕ ਪੁਰਾਤਨ ਰਵਾਇਤ ਰਹੀ ਹੈ ਇਸ ਘਰ ਵਿੱਚ ਰਹੀ ਹੈ ਸ਼ੁਰੂ ਤੋਂ ਕਿ ਜਦੋਂ ਮਿਲਾਪ ਦੇ ਟਾਈਮ ਤੋਂ ਪਹਿਲਾਂ ਜਦੋਂ ਬਰਾਤ ਆਂਦੀ ਹੈ ਤੇ ਇੱਕ ਸ਼ਬਦ ਪੜ੍ਹਦੇ ਹਾਂ ਅਸੀਂ ਕਿ ਹਮ ਕਰ ਸਾਜਨ ਆਏ। ਇਹ ਪੁਰਾਤਨ ਗੁਰਸਿੱਖ ਪੜ੍ਹਦੇ ਆਏ ਹਨ, ਹੁਣ ਤੱਕ ਪੜ੍ਹਦੇ ਹਾਂ ਅਸੀਂ। ਤੇ ਘਰ ਜਾ ਕੇ ਅੱਜ ਉਸ ਸ਼ਬਦ ਦੀ ਵਿਆਖਿਆ ਦੇਖਣਾ, ਘਰ ਜਾ ਕੇ ਉਸ ਸ਼ਬਦ ਨੂੰ ਐਗਜ਼ਾਮਿਨ ਕਰਨਾ ਕਿ ਕੌਣ ਕਿਹਦੇ ਘਰ ਆਇਆ ਹੈ, ਅੱਜ ਕੌਣ ਆਇਆ ਹੈ, ਕਿਸ ਦੇ ਘਰ, ਕਿਹੜਾ ਸਾਜਨ ਹੈ ਤੇ ਕੌਣ ਕਿਹਦੇ ਸਾਜਨ ਕਿਹੜੇ ਘਰ ਆਇਆ ਹੈ, ਕਿਹਦੇ ਘਰ ਪੰਜ ਦੁਨੀਆ ਵਜੀਆਂ ਹਨ ਉਸ ਦਿਨ। ਕਿਹੜੇ ਸਾਜਨ ਦੀ ਗੱਲ ਪੇ ਕਰਦੇ ਹਨ, ਕਿਹੜੇ ਹਿਰਦੇ ਦੀ ਗੱਲ ਪੇ ਕਰਦੇ ਹਨ। ਤੇ ਇਹ ਟੋਨ, ਲਾਵਾਂ ਦੀ ਟੋਨ, ਮਿਲਾਪ ਦੇ ਬਰਾਤ ਦੇ ਢੁੱਕਣ ਦੇ ਉਸ ਟੋਨ ਉੱਥੇ ਹੀ ਸੈੱਟ ਹੋ ਜਾਂਦੀ ਹੈ। ਟੋਨ ਹਮ ਕਰ ਸਾਜਨ ਆਏ ਵਾਲੇ ਸ਼ਬਦ ਤੋਂ ਇਹ ਟੋਨ ਚਾਰ ਲਾਵਾਂ ਦੀ ਉਸ ਵਿਆਹ ਦੇ ਇਸ ਪਾਵਨ ਆਨੰਦ ਕਾਰਜ ਦੀ ਸੈਰੇਮਨੀ ਦੀ ਟੋਨ, ਉਸ ਮਿਲਾਪ ਦੀ ਘੜੀ ਟੋਨ ਨੂੰ ਸੈੱਟ ਕਰ ਦਿੰਦੇ ਹਨ। ਟੋਨ I just want to point that out। ਕਦੀ ਉਹ ਸ਼ਬਦ, ਉਸ ਵੈਰਾਗ ਵਾਲੇ ਸ਼ਬਦ, ਇਤਨਾ ਵੈਰਾਗ ਹੈ ਉਸ ਸ਼ਬਦ 'ਚ ਕਿ ਉਸ ਸ਼ਬਦ ਦੀ ਅਗਰ ਤੁਸੀਂ ਸ਼ਬਦ ਨੂੰ ਤੁਸੀਂ ਅਗਰ ਦੇਖੋ ਧਿਆਨ ਨਾਲ ਤੇ ਤੁਹਾਨੂੰ ਪਤਾ ਲੱਗਿਆ ਵੀ ਕਿਹੜੇ ਮਿਲਾਪ ਦੀ ਤੇ ਕੌਣ ਸਾਜਨ ਕਿਸ ਸਾਜਨ ਦੀ ਗੱਲ ਪੇ ਕਰਦੇ ਹਨ ਤੇ ਕਿਹੜਾ ਸਾਜਨ ਕਿਹਦੇ ਘਰ ਆਇਆ ਹੈ ਅੱਜ ਤੇ ਕੌਣ ਆਉਣ ਵਾਲਾ ਹੈ। ਇਹ ਉਸ ਸਾਜਨ ਦੀ ਆਣ ਦੀ ਬ੍ਰਿਥਾ ਜਿਹੜੀ ਹੈ ਸਾਜਨ ਦੀ, ਇਹ ਚਾਰ ਲਾਵਾਂ ਜਿਹੜੀਆਂ ਪੂਰੀਆਂ ਕਰਨਗੀਆਂ ਉਸ ਸ਼ਬਦ ਦੀ ਅਗਲਾ ਅੰਗ। ਜਦੋਂ ਅੰਦਰ ਲਾਵਾਂ ਦਾ ਪਾਠ ਜਦੋਂ ਭਾਈ ਸਾਹਿਬ ਕਰਨਗੇ, ਜਦੋਂ ਸਭ ਖਾ ਪੀ ਲੈਂਦੇ ਹਨ ਸਾਰੇ, ਹਾਂਜੀ ਉਸ ਵੇਲੇ ਵਿਆਹ ਦਾ ਮਾਹੌਲ ਹੁੰਦਾ ਹੈ, ਕੋਈ ਸ਼ਬਦ ਸੁਣਦਾ ਵੀ ਨਹੀਂ ਉਸ ਵੇਲੇ ਕੋਈ। ਪਰ ਪੁਰਾਤਨ ਗੁਰਸਿੱਖ ਬੜੇ ਕਰਨੀ ਵਾਲੇ ਸਨ ਜਿਨ੍ਹਾਂ ਨੇ ਇਹ ਰਵਾਇਤਾਂ ਜਿਹੜੀਆਂ ਹਨ ਬਣਾਈਆਂ, ਜਿਨ੍ਹਾਂ ਨੇ ਸੋਚਿਆ ਇਸ ਬਾਰੇ। ਪਰ ਅੱਜ ਘਰ ਜਾ ਕੇ ਉਸ ਸ਼ਬਦ ਨੂੰ ਦੇਖਣਾ ਇੱਕ ਵਾਰੀ, ਤੇ ਸ਼ਬਦ ਨੂੰ ਦੇਖ ਕੇ ਤੇ ਲਾਵਾਂ ਨੂੰ ਯਾਦ ਕਰਨਾ, ਫਿਰ ਸੋਚਣਾ ਵੀ ਇਹ ਕੀ ਕੀਤਾ ਨਹੀਂ ਉਸ ਵੇਲੇ, ਕਿਹੜਾ ਕੌਣ ਸਾਜਨ ਆਇਆ ਹੈ, ਕਿਹਦੇ ਘਰ, ਕਿਹੜੇ ਘਰ ਵਿੱਚ ਕਿਹਦਾ ਸਾਜਨ ਆ ਕੇ ਬੈਠਿਆ ਹੈ। ਹਾਂਜੀ, ਤੇ ਇਹ ਸਾਚੇ ਮੇਲ ਮਿਲਾਏ, ਇਹ ਕਿਹਦਾ ਮੇਲ ਹੋਇਆ ਹੈ ਅੱਜ, ਇਹ ਕੌਣ ਮਿਲ ਰਿਹਾ ਹੈ ਕਿਸੇ ਨਾਲ, ਕਿਸ ਮਿਲਾਪ ਦੀ ਗੱਲ ਕਰਦੇ ਪਏ, ਕੌਣ ਮਿਲ ਰਿਹਾ ਹੈ ਸਾਚੇ, ਇਹ ਕੌਣ ਮਿਲਾ ਰਿਹਾ ਇਹਨਾਂ ਨੂੰ ਤੇ ਕੌਣ ਮਿਲ ਰਹੇ ਨੇ ਆਪਸ ਵਿੱਚ ਅੱਜ। ਸੋਚਣਾ ਇਸ ਬਾਰੇ ਤੇ ਅਗਲੇ ਸੰਡੇ let's have a small discussion if people looked into it ਵੀ ਕੀ ਕੌਣ ਮਿਲਾਪ ਤੇ ਕਿਤ ਮਿਲਾਪ ਦੀ ਗੱਲ ਕਰਦੇ ਪਏ ਹਨ। just came ਮੈਂ ਕੱਲ ਵੀ ਸੋਚਦਾ ਪਈ ਸੀ ਇਸ ਬਾਰੇ, ਮੈਂ ਕਿਹਾ ਮੈਂ ਕਵਾਂਗਾ ਜ਼ਰੂਰ ਇੱਥੇ, ਸੋਚਣਾ ਇਸ ਬਾਰੇ। ਤੁਹਾਡਾ ਬਹੁਤ ਧੰਨਵਾਦ ਜੀ। ਮੇਰੇ ਦਿਮਾਗ ਵਿੱਚ ਇੱਕ ਤੁਸੀਂ ਜਿਹੜੀ ਗੱਲ ਕੀਤੀ ਹੈ ਉਹਦੇ ਇੱਕ ਆ ਰਿਹਾ, ਜਿਵੇਂ ਚਿੜੀ ਹੁੰਦੀ ਹੈ ਤੇ ਉਹ ਆਪਣੇ ਆਲਣੇ ਦੇ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਨੇ, ਤਾਂ ਵੀ ਆਰ ਲਾਈਕ ਦ ਛੋਟੇ ਛੋਟੇ ਬੱਚੇ ਜਿਹੜੇ ਮੂੰਹ ਟੱਡ ਕੇ ਬੈਠੇ ਹੋਏ ਹੈ, ਤੇ ਤੁਸੀਂ ਯੂ ਆਰ ਲਾਈਕ ਦ ਚਿੜੀ that goes and gets all the food and comes and puts it in the mouth। no don't say that। ਨਹੀਂ ਪਰ ਤੁਹਾਡੇ ਤੋਂ ਉੱਪਰ ਵੀ ਹੈ ਜਿੰਨੇ ਉਹ ਸਾਰਾ ਕੁਝ ਬਣਾਇਆ, ਜਿਹਨੂੰ ਚੁੱਕ ਕੇ ਲਿਆਂਦੀ ਹੈ, ਤੇ ਤੁਸੀਂ ਉਹ ਉੱਥੋਂ ਜਿਹੜਾ ਵਾਹਿਗੁਰੂ ਦੇ ਜਿਹੜਾ ਪ੍ਰੋਵਾਈਡ ਕੀਤਾ ਹੈ ਥਰੂ ਦ ਗੁਰੂ ਗ੍ਰੰਥ ਸਾਹਿਬ, ਤੁਸੀਂ ਚੁਣ ਕੇ ਲੈ ਕੇ ਆ ਰਹੇ ਹੋ, ਤੇ ਅਸੀਂ ਮੂੰਹ ਟੱਡ ਕੇ ਬੈਠੇ ਹਾਂ ਜਿਵੇਂ ਕਿ ਹਾਂਜੀ ਪਾਦ ਰਹੀ ਸਾਡੇ ਮੂੰਹ ਦੇ ਵਿੱਚ। ਸੋ ਥੈਂਕ ਯੂ ਸੋ ਮਚ। ਵੀਰ ਜੀ ਤੁਸੀਂ ਇਹ ਬਹੁਤ ਵੱਡੀ ਮੈਨੂੰ ਦੇ ਦਿੱਤੀ ਹੈ ਵਾਲੀ ਰਿਸਪੌਂਸਿਬਿਲਿਟੀ ਨੇ, ਮੈਂ ਉਸ ਜਗ੍ਹਾ ਨਹੀਂ ਹੈ, ਮੈਂ ਤੁਹਾਡੇ ਵਰਗਾ ਨਿਮਾਣਾ ਤੇ ਮੇਰੇ ਵਾਸਤੇ ਵੀ ਅਰਦਾਸ ਕਰਿਆ ਕਰੋ ਕਿ ਜੋ ਇਹ ਕਹਿੰਦਾ ਹੈ ਤੇ ਆਪ ਵੀ ਉਸ ਰਸਤੇ ਤੇ ਟੁਰੇ, ਜੇ ਆਪ ਨਾ ਟੁਰੇ ਜਿਹੜਾ ਨਾ ਬੰਦਾ, ਉਸ ਨੂੰ ਫਿਰ ਸਜ਼ਾ ਬਹੁਤ ਵੱਡੀ ਹੈ, ਅਵਰ ਉਪਦੇਸੇ ਆਪ ਨਾ ਕਰੇ, ਸੋ ਇਹ ਮੇਰੇ ਵਾਸਤੇ ਅਰਦਾਸ ਕਰਿਆ ਕਰੋ। ਤੇ ਜੇ ਹੋਰ ਕੋਈ ਕੁਐਸਚਨ ਨਾ ਕਿਸ ਦਾ ਹੋਵੇ then I would like to end the session today। ਜੇ ਕੋਈ ਕੁਐਸਚਨ ਹੈ ਜਾਂ ਕੋਈ ਕਮੈਂਟ ਹੈ ਤਾਂ I can still wait for a minute or two, ਤੇ ਉਸ ਤੋਂ ਬਾਅਦ ਫਿਰ ਮੈਂ 2-4 ਮਿੰਟ ਦੀ ਬ੍ਰੇਕ ਲਵਾਂਗਾ, 2-3 ਮਿੰਟ ਤੋਂ ਬਾਅਦ ਤੇ ਲੱਤਾਂ ਸੁਣੀਆਂ ਸਿੱਧੀਆਂ ਕਰਾਂਗਾ, ਤੇ because when we start on the next class then after that ਜੀ। ਵੀਰ ਜੀ ਕੁਐਸਚਨ ਹੈਗਾ ਇੱਕ ਮਾਈਂਡ ਵਿੱਚ। ਹਾਂਜੀ ਦੱਸੋ। ਜਿਵੇਂ ਵੀਰ ਜੀ ਤੁਸੀਂ ਕਿਹਾ ਬਈ ਜਿਹੜਾ ਵਿਆਹ ਹੈਗਾ, ਵਿਆਹ ਦੇ ਵੇਲੇ ਤੁਸੀਂ ਵਾਹਿਗੁਰੂ ਨਾਲ ਇੱਕ ਪ੍ਰੋਮਿਸ ਕਰਦੇ ਹੋ ਕਿ ਅਸੀਂ ਐਜ਼ ਕਪਲ ਇਹਨਾਂ ਚਾਰਾਂ ਅਵਸਥਾਵਾਂ ਦੇ ਵਿੱਚੋਂ ਨਿਕਲਾਂਗੇ ਔਰ ਮਤਲਬ ਅਲਟੀਮੇਟਲੀ ਉਸ ਵਾਹਿਗੁਰੂ ਦੇ ਮਿਲਨ ਤੱਕ ਪਹੁੰਚਾਂਗੇ।
ਹੁਣ ਜੇ ਕਪਲ ਨੂੰ ਪਹਿਲਾਂ ਹੀ ਇਹ ਗੱਲ ਸਮਝ ਹੋਵੇ ਜਾਂ ਪਤਾ ਹੋਵੇ ਕਿ ਹਾਂਜੀ ਇਹ ਚਾਰਾਂ ਅਵਸਥਾਵਾਂ ਦੇ ਵਿੱਚ ਨਿਕਲਣਾ, ਜਾਂ ਇੱਕ ਬੰਦੇ ਨੂੰ ਪਤਾ ਹੋਵੇ, ਤੇ ਉਹਦੇ ਲਈ ਫਿਰ ਮਤਲਬ ਉਹ ਜਿਹੜਾ ਪ੍ਰੋਸੈਸ ਹੈਗਾ ਬਈ ਜਦੋਂ ਤੁਸੀਂ ਆਪਣੇ ਲਈ ਮੁੰਡਾ ਲੱਭਣਾ ਹੈ ਜਾਂ ਕੁੜੀ ਲੱਭਣੀ ਹੈਗੀ ਹੈ, ਉਸ ਪ੍ਰੋਸੈਸ ਲਈ ਇਹ, ਕਿਉਂਕਿ ਅੱਜ ਇੰਟਰਸਟ, ਲਾਈਕਿੰਗ, ਪ੍ਰੈਫਰੈਂਸਿਸ ਬੜੇ ਡਿਫਰੈਂਟ ਹੁੰਦੇ ਆ, ਔਰ ਮੈਂ ਤਾਂ ਓਨੈਸਟਲੀ ਦੇਖਾਂ ਕਿ ਰੇਅਰਲੀ ਕੋਈ ਏਦਾਂ ਦਾ ਕਪਲ ਜਿਹੜਾ ਕੋਈ ਮਿਲਿਆ ਹੋਏਗਾ ਵੀ ਜਿਹਦਾ ਲਾਈਫ ਦਾ ਇੱਕ ਗੋਲ ਹੋਏਗਾ ਵੀ ਇਹ ਚਾਰੋਂ ਅਵਸਥਾਵਾਂ ਦੇ ਵਿੱਚ ਨਿਕਲ ਕੇ ਤਾਂ ਚੌਥੀ ਅਵਸਥਾ ਵੱਲ ਪਹੁੰਚਣਾ ਹੈਗਾ। ਇਹ ਤਾਂ ਬਸ ਇੱਕ ਵਾਰੀ ਉਹ ਸ਼ਬਦ ਪੜਿਆ ਲਾਵਾਂ ਦੇ ਵੇਲੇ, ਉਹਦੇ ਬਾਅਦ ਵੀ ਜਸਟ ਫੋਰਗੇਟ, ਵੀ ਡੋਂਟ ਈਵਨ ਕਮ ਬੈਕ ਟੂ ਇਟ ਔਰ ਰਿਅਲਾਈਜ਼, ਜਾਂ ਅਸੀਂ ਆਪਣੇ ਆਪ ਨੂੰ ਉਹ ਨਾਪਦੇ ਵੀ ਨਹੀਂ ਆ ਵੀ ਅਸੀਂ ਹੁਣ ਪਹਿਲੀ ਲਾਵਾਂ ਛੱਡ ਕੇ ਦੂਜੀ, ਤੀਜੀ, ਚੌਥੀ ਅਵਸਥਾ 'ਚ ਪਹੁੰਚੇ ਕਿ ਨਹੀਂ। ਸੋ ਡਜ਼ ਦੈਟ ਮੀਨ ਕਿ ਜੇ ਬੰਦਾ ਪਹਿਲਾਂ ਹੀ ਇਹ ਦੇਖੇ ਕਿ ਹਾਂ ਬਈ ਮੈਂ ਏਦਾਂ ਦਾ ਪਾਰਟਨਰ ਲੱਭਣਾ ਹੈ ਬਈ ਜਿਹੜਾ ਮੇਰੇ ਨਾਲ ਚੌਥੀ ਅਵਸਥਾ ਤੱਕ ਪਹੁੰਚ ਸਕਦਾ ਹੈ, ਫਿਰ ਤਾਂ ਵੀਰ ਜੀ ਕੋਈ ਲੱਭੇ ਹੀ ਨਾ ਤੁਹਾਨੂੰ ਏਦਾਂ ਦਾ, ਤੇ ਫਿਰ ਕਿੱਦਾਂ ਮਤਲਬ ਬੰਦਾ ਇਹ ਸੋਚੇਗਾ ਜਾਂ ਕਿਵੇਂ ਉਹ ਕਹੇਗਾ ਕਿ ਹਾਂਜੀ ਬਈ ਫਿਰ ਵਿਆਹ ਦਾ ਮਤਲਬ how would, ਮਤਲਬ ਜਿੰਨੇ ਵੀ ਤੁਸੀਂ ਕਪਲਸ ਦੇਖ ਲਓ, ਹਾਰਡਲੀ ਐਨੀਬਡੀ ਇਵਨ ਥਿੰਕਸ ਇਨ ਦਿਸ ਡਾਇਰੈਕਸ਼ਨ। ਫਿਰ ਕਿਸ ਤਰੀਕੇ ਨਾਲ ਵਿਆਹ ਹੋਣਗੇ ਤੇ ਕਿਸ ਤਰੀਕੇ ਨਾਲ ਚੱਲਾਂਗੇ? ਸੋ ਵੀਰ ਜੀ ਤੁਸੀਂ ਇਸ ਗੱਲ ਨੂੰ ਇਸ ਤਰ੍ਹਾਂ ਲਵੋ ਕਿ ਲੈਟਸ ਸੇ ਕਿ ਅੱਜ ਤੋਂ ਸਾਰੇ ਬੰਦੇ ਸ਼ੁਰੂ ਕਰ ਦੇਣ, ਜਦੋਂ ਬੱਚਾ ਪੈਦਾ ਹੋਵੇ ਘਰ ਤੇ ਇਹੋ ਜਿਹੀ ਸਿੱਖਿਆ ਦੇਣੀ ਸ਼ੁਰੂ ਕਰ ਦੇਣ ਸਾਰਿਆਂ ਨੂੰ, ਹਾਂਜੀ, ਸਮਝਾਉਣਾ ਸ਼ੁਰੂ ਕਰ ਦੇਣ ਕਿਤਨਾ ਇੰਪੋਰਟੈਂਟ ਹੈ ਚੀਜ਼ਾਂ। ਜੋ ਹੋ ਗਿਆ ਸੋ ਹੋ ਗਿਆ ਵੀਰ ਜੀ, ਨਥਿੰਗ ਵੀ ਕੈਨ ਡੂ ਨਾਓ, ਰਾਈਟ। ਤੇ ਮੈਂ ਵੀ ਪਿਛਲੀਆਂ ਗੱਲਾਂ ਤੇ ਭੁੱਲ ਕੇ ਅਗਲੇ ਤੇ ਜਾਣਾ ਹੈ ਤੁਸੀਂ, ਤੇ ਤੁਸੀਂ ਇਹ ਸੋਚੋ ਕਿ ਅੱਜ ਤੋਂ ਲੈ ਕੇ ਜਿੰਨੇ ਨਿਊ ਬੌਰਨ ਹੋਵਣ ਉਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ, ਤੇ ਅੱਜ ਤੋਂ 20 ਸਾਲ ਬਾਅਦ ਵੀਰ ਜੀ ਫਿਰ ਇਹੋ ਜਿਹੇ ਬੱਚੇ ਬੜੇ ਹੋਣਗੇ, ਰਾਈਟ, ਜਿਨ੍ਹਾਂ ਦਾ ਮਨ ਇਸ ਤਰ੍ਹਾਂ ਦਾ ਭਤੀਜਿਆ ਹੋਵੇ। ਮਨ ਅੱਜ ਕੱਲ ਘੱਟ ਹਨ ਉਸ ਵੇਲੇ, ਤੇ ਜੇ ਹੁਣ ਅਸੀਂ ਲੈ ਲਈਏ ਇਹ ਵਾਲੀ ਜ਼ਿੰਮੇਵਾਰੀ ਆਪਣੇ ਸਿਰ ਕਿ ਅਸੀਂ ਨਹੀਂ ਕੀਤਾ, ਚਲੋ ਅੱਗ ਜਿਹੜੇ ਵਿਆਹ ਹੋ ਰਹੇ ਨੇ ਉਹ ਨਹੀਂ ਹੋ ਰਹੇ ਉਂਝ, ਤੇ ਵਿਆਹ ਦੇ ਟਾਈਮ ਵੀ ਇਨਕਰੇਜ ਕੀਤਾ ਜਾ ਸਕਦਾ ਹੈ। ਜਿਹੜੇ ਨਹੀਂ ਵੀ ਪ੍ਰਮਾਤਮਾ ਨਾਲ ਜੁੜੇ ਹੋਏ, ਜਦੋਂ ਉਹਨਾਂ ਨੂੰ ਵਿਆਹ ਤੋਂ ਪਹਿਲੇ ਲਾਵਾਂ ਸਮਝਾਈਆਂ ਜਾਣ ਤੇ ਇਸ ਬਾਰੇ ਅਗਰ ਸਮਝਾਇਆ ਜਾਏ, ਤੇ ਸ਼ਾਇਦ 10 ਬੰਦਿਆਂ ਵਿੱਚੋਂ 2 ਇਹੋ ਜਿਹੇ ਹੋਣ ਜਿਹੜੇ ਇਸ ਬਾਰੇ ਅਟਰੈਕਟ ਹੋ ਜਾਣ। ਹੋ ਸਕਦਾ ਹੈ ਕਿ ਚੌਥੀ ਲਾਮ ਤੱਕ ਨਾ ਪਹੁੰਚਣ, ਹੋ ਸਕਦਾ ਹੈ ਤੀਜੀ ਲਾਮ ਤੱਕ ਨਾ ਪਹੁੰਚਣ, ਪਰ ਪਹਿਲੀਆਂ 2 ਲਾਵਾਂ ਤੱਕ ਪਹੁੰਚ ਜਾਣ, ਉਹ ਵੀ ਬੜੀ ਵੱਡੀ ਅਵਸਥਾ ਹੈ ਜੀ। ਨਿਰਮਲ ਭਉ ਵਾਲੀ ਅਵਸਥਾ ਪ੍ਰਾਪਤ ਕਰ ਲੈਣ, ਟਰਸਟ ਐਸਟੈਬਲਿਸ਼ ਕਰ ਲੈਣਗੇ, ਪ੍ਰਵਿਰਤੀ ਮਾਰਗ ਵੀ ਸਫਲ ਹੋ ਜਾਣਗੇ, ਉਹ ਵਾਲੀ ਅਵਸਥਾ ਪ੍ਰਾਪਤ ਕਰ ਲੈਣ, ਹੌਲੀ ਹੌਲੀ ਕੀ ਪਤਾ ਪਰਮਾਤਮਾ ਦੀ ਮਰਜ਼ੀ ਹੋਈ ਤੇ ਅੱਗੇ ਵੀ ਪਹੁੰਚ ਜਾਵਾਂਗੇ। ਸੋ ਵੀਰ ਜੀ ਨੂੰ ਇੱਥੋਂ ਅਸੀਂ ਧਿਆਨ ਦੀਆਂ ਗੱਲਾਂ ਲੈਂਦੇ ਹੋਏ ਪੋਜ਼ਿਟਿਵਿਟੀ ਵਿੱਚ ਲੈਣਾ ਹੈ ਕਿ ਜਿਹਦਾ ਵਿਆਹ ਹੋਣ ਤੋਂ ਪਹਿਲੇ ਉਹਨੂੰ ਸਮਝਾਓ, ਉਸਨੂੰ ਇਨਕਰੇਜ ਕਰੋ ਦੋਨਾਂ ਨੂੰ, ਹਾਂਜੀ। ਢੂੰਡੋ ਨਾ ਉਹ ਵਾਲੀ ਕੁਆਲਿਟੀ ਉਹਦੇ ਚ ਹੈ ਕਿ ਨਹੀਂ ਹੈ, ਉਹ ਮੁਸ਼ਕਿਲ ਹੋਏਗੀ ਕਰਨੀ ਇਸ ਵੇਲੇ, ਆਈ ਐਗਰੀ ਵਿਦ ਯੂ। ਪਰ ਵਿਆਹ ਤੋਂ ਪਹਿਲੇ ਤੇ ਬੰਦਾ ਵਿਆਹ ਦੇ ਟਾਈਮ ਜਾਂ ਵਿਆਹ ਤੋਂ ਮਹੀਨਾ ਪਹਿਲੇ, 2 ਮਹੀਨੇ ਪਹਿਲੇ, 2 ਹਫ਼ਤੇ ਪਹਿਲੇ ਮਿਲ ਕੇ ਉਸਨੂੰ ਸਮਝਾਓ ਔਰ ਉਹਨੂੰ ਇਨਕਰੇਜ ਕਰੋ। ਕਈ ਬੰਦੇ ਇਨਕਰੇਜ ਹੋ ਕੇ ਮੰਨ ਜਾਂਦੇ ਨੇ ਗੱਲ, ਕਈ ਨਹੀਂ ਮੰਨਣਗੇ ਉਹ ਜਿਨ੍ਹਾਂ ਦਾ ਜਿਹੜਾ ਬਚਪਨ ਤੋਂ ਇਸ ਪਾਸੇ ਜਿਹੜੇ ਪ੍ਰੇਰੇ ਗਏ ਹਨ ਜ਼ਿਆਦਾ, ਜਾਂ ਬਾਅਦ ਵਿੱਚ ਵੀ ਪ੍ਰੇਰੇ ਜਾਣਗੇ, ਜਿਨ੍ਹਾਂ ਦੇ ਫਰੈਂਡਸ ਉਸ ਤਰ੍ਹਾਂ ਦੇ ਹਨ, ਉਹ ਜ਼ਿਆਦਾ ਪ੍ਰੇਰੇ ਜਾਣਗੇ। ਤੇ ਜਿਹੜੇ ਨਹੀਂ ਪ੍ਰੇਰੇ ਜਾਣਗੇ, ਕੋਈ ਗੱਲ ਨਹੀਂ, ਘੱਟ ਪ੍ਰੇਰੇ ਜਾਣਗੇ, ਫਿਰ ਨਹੀਂ ਵੀ ਪਹਿਲੀ ਲਾਮ ਤੱਕ ਹੀ ਮੰਨ ਜਾਣ, ਨਹੀਂ ਵੀ ਪ੍ਰਵਿਰਤੀ ਮਾਰਗ ਐਕਸੈਪਟ ਕਰ ਲੈਣ, ਨਿਰਮਲ ਭਉ ਵਾਲਾ ਨਾ ਕਰ ਸਕਣ ਹਾਲੇ। ਪਰ ਜੇ ਅੱਗੋਂ ਅਸੀਂ ਆਪਣੇ ਆਪ ਨੂੰ ਪ੍ਰੋਮਿਸ ਕਰੀਏ ਕਿ all the newborn starting today we will give them this education though from the very beginning as mom and dad, then 20 years from now we will not have this issue, ਹਾਂਜੀ। ਸੋ ਤੁਸੀਂ ਉਹਨੂੰ ਨੈਗੇਟਿਵ ਨਾ ਲੈ ਕੇ ਪੋਜ਼ਿਟਿਵਿਟੀ ਵਿੱਚ ਲਵੋ, ਔਰ ਵਿਆਹ ਕਰਾਉਣ ਤੋਂ ਪਹਿਲੇ ਇਸ ਨਵੇਂ ਦੰਪਤੀ ਨੂੰ ਇਸ ਬਾਰੇ ਉਹਨਾਂ ਨੂੰ ਸੂਚਿਤ ਕਰਾਓ ਔਰ ਦੱਸੋ ਕਿ ਗੁਰੂ ਦੀ ਇਹ ਪ੍ਰੋਮਿਸਸ ਹਨ, ਤੁਸੀਂ ਕੋਸ਼ਿਸ਼ ਕਰੋ ਵੱਧ ਤੋਂ ਵੱਧ ਪ੍ਰੋਮਿਸਸ ਆਪਣੀਆਂ ਪੂਰੀ ਕਰੋ, ਹਾਂਜੀ। ਇਹ ਮੈਂ ਕਹਿ ਸਕਦਾ ਹਾਂ। ਠੀਕ ਹੈ ਵੀਰ ਜੀ, ਥੈਂਕ ਯੂ ਸੋ ਮਚ। ਤੇ ਇੱਕ ਦੂਜਾ ਕੁਐਸਚਨ ਇਹ ਸੀਗਾ, ਪਰਸਨਲ ਕੁਐਸਚਨ ਤੁਹਾਨੂੰ, ਵੀ ਤੁਸੀਂ ਕਿਹਾ ਸੀ ਬਈ ਇਹੋ ਜਿਹੇ ਸੰਗਤ ਵਾਲੇ, ਇਹੋ ਜਿਹੇ ਵਿਰਾਗ ਵਾਲੇ ਮਹਾਂਪੁਰਖਾਂ ਨੂੰ ਸਾਨੂੰ ਲੱਭਣਾ ਚਾਹੀਦਾ ਹੈ। ਤੇ ਵੀਰ ਜੀ ਤੁਹਾਡੇ ਲਾਈਫ 'ਚ, ਤੁਹਾਡੇ ਜੀਵਨ 'ਚ ਇਹੋ ਜਿਹੇ ਤੁਹਾਨੂੰ ਮਹਾਂਪੁਰਖ ਜਾਂ ਸੰਗਤ 'ਚ ਇਹੋ ਜਿਹੇ ਲੋਕ ਮਿਲੇ ਹੈਗੇ ਕੋਈ, ਤੇ ਉਹਦੇ ਨਾਲ ਸਾਨੂੰ ਵੀ ਇੰਟਰੋਡਕਸ਼ਨ ਹੋ ਸਕਦੀ ਹੈ? ਮੈਨੂੰ ਤਾਂ ਮਿਲੇ ਵੀਰ ਜੀ, ਮੇਰੀ ਕਿਸਮਤ ਅੱਛੀ ਹੈ, ਮੈਨੂੰ ਆਪਣੇ ਪਰਿਵਾਰ 'ਚ ਮਿਲ ਗਏ ਥੋੜੇ, so I was fortunate ਵੀਰ ਜੀ। so ਮਿਲੇ ਮੈਨੂੰ, ਮੇਰੇ ਜੀਵਨ 'ਚ ਆਏ ਨਹੀਂ ਉਹ ਜਿਹੇ ਬੰਦੇ ਜਿਨ੍ਹਾਂ ਨਾਲੋਂ ਮੈਂ ਬਹੁਤ ਇੰਪ੍ਰੈਸ ਹੋਇਆ। ਹਾਂ, ਤੇ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਵੀ ਜੀ, ਜਿਤਨੇ ਬੰਦੇ ਆਏ ਨਾ ਉਹਨਾਂ 'ਚੋਂ ਕੋਈ ਚੋਗੇ ਵਾਲਾ ਸੰਤ ਨਹੀਂ ਸੀ, ਇੱਕ ਉਹਨਾਂ ਵਿੱਚੋਂ ਇੱਕ ਉਹ ਵਾਈਟ ਕਲਰ ਵਾਲੇ ਸੰਤ ਵਾਲੇ ਦੀ ਕੋਈ, ਉਹਨਾਂ ਵਿੱਚੋਂ ਜ਼ਿਆਦਾ ਫੀਮੇਲ ਸਨ ਮੇਲ ਨਾਲੋਂ,
ਹੁਣ ਇਹ ਵੀ ਗੱਲ ਸੁਣ ਲਓ ਮੇਰੀ, ਤਾਂ ਮੈਂ ਵੀ ਇਹ ਵੀ ਗੱਲ ਵੀ ਕਲੈਰਿਟੀ ਕਰ ਦਿਆਂ ਕਿ ਇੱਥੇ ਕੋਈ ਜੈਂਡਰ ਸਪੈਸੀਫਿਕ ਕੁਝ ਨਹੀਂ ਹੈ ਇੱਥੇ, ਯੂ نو। ਇਹ ਨਾ ਸੋਚਿਓ ਕਿ ਉਹ ਜੀ ਉਹ ਮੇਲ ਹੋਣਗੇ ਜੀ ਉਹ, ਹਾਂਜੀ। ਸੋ ਇਹ ਆਤਮਾ ਦਾ ਕੋਈ ਜੈਂਡਰ ਨਹੀਂ ਹੈ ਤੇ ਨਾ ਆਤਮਾ ਦੀ ਕੋਈ ਰਿਲੀਜਨ ਹੈ, ਯੂ نو। ਇੱਕ ਪਿਤਾ ਇੱਕ ਕੇ ਹਮ ਬਾਰਕ ਹਾਂ। ਸੋ ਇਹ ਉੱਚੀ ਸੁਰਤ ਮਿਲਣ ਤੋਂ ਇਹ ਇਸ ਗੱਲ ਦੀ ਅਵਸਥਾ ਤੋਂ ਪ੍ਰਾਪਤ ਪਤਾ ਲੱਗਦਾ ਹੈ ਕਿ ਇਹ ਕਿਸੇ ਵੀ ਰੂਪ ਵਿੱਚ ਉਹ ਆਤਮਾ ਹੋ ਸਕਦੀ ਹੈ, ਕਿਸੇ ਵੀ, ਤੁਹਾਡੀ ਆਪਣੇ ਮਾਂ ਦੇ ਰੂਪ ਵਿੱਚ ਹੋ ਸਕਦੀ ਹੈ, ਕਿਸੇ ਇਸਤਰੀ ਦੇ ਰੂਪ ਚ ਹੋ ਸਕਦੀ ਹੈ, ਪੁਰਸ਼ ਦੇ ਰੂਪ ਵਿੱਚ ਹੋ ਸਕਦੀ ਹੈ, ਕਿਸੇ ਰੂਪ ਵਿੱਚ ਹੋ ਸਕਦੀ ਹੈ, ਤੁਹਾਡੇ ਬੱਚੇ ਦੇ ਰੂਪ ਵਿੱਚ ਹੋ ਸਕਦੀ ਹੈ, ਤੁਹਾਡੇ ਤੋਂ ਛੋਟਿਆਂ ਦੇ ਰੂਪ ਵਿੱਚ ਹੋ ਸਕਦੀ ਹੈ ਉਹ ਆਤਮਾ। ਬਸ ਟੈਸਟ ਇਹ ਹੀ ਹੈ ਕਿ ਉਹਨਾਂ ਨੂੰ ਮਿਲਦਿਆਂ ਸਾਰ ਪ੍ਰਮਾਤਮਾ ਯਾਦ ਆਏ, ਉਹਨਾਂ ਨੂੰ 5 ਮਿੰਟ ਬੈਠੋ ਉਹਨਾਂ ਕੋਲੋਂ ਤੇ ਤੁਹਾਨੂੰ ਅਚਨਚੇਤ ਤੁਹਾਨੂੰ ਪ੍ਰਮਾਤਮਾ ਯਾਦ ਆ ਜਾਏਗਾ ਆਪਣੇ ਆਪ। ਇਹ ਨਿਸ਼ਾਨੀਆਂ ਹੁੰਦੀਆਂ ਨੇ ਵੀਰ ਜੀ ਉਹਨਾਂ ਦੀਆਂ। ਤੇ ਸੁਖਮਨੀ ਦੀ ਉਸ ਅਸ਼ਪਦੀ ਦੀ ਪਹਿਲੀ ਲਾਈਨ ਇਹ ਹੀ ਹੈ ਕਿ ਸਾਧ ਕੇ ਸੰਗ ਮੁਖ ਉਜਲ ਹੋਤ, ਤੇ ਮੁਖ ਉਜਲ ਹੋਤ ਹੁੰਦੇ ਹਨ, ਮੁਖ ਉਜਲ ਉਹਨਾਂ ਨਾਲ ਬੈਠ ਕੇ। ਇਹ ਉਹਨਾਂ ਦੇ ਚਿਹਰੇ ਤੇ ਲਿਖਿਆ ਹੁੰਦਾ ਹੈ ਵੀਰ ਜੀ। ਸੋ ਤੁਹਾਡੇ, ਤੁਸੀਂ ਦੇਖੋਗੇ ਧਿਆਨ ਨਾਲ ਅਰਦਾਸ ਕਰੋਗੇ ਤੇ ਤੁਹਾਡੇ ਜੀਵਨ ਚ ਆਉਣਗੇ, ਤੇ ਜੇ ਨਹੀਂ ਆਉਂਦੇ ਤੇ ਦੂਸਰੇ ਰਸਤੇ ਮੈਂ ਤੁਹਾਨੂੰ ਦੱਸ ਦਿੱਤੇ ਹਨ, ਤੁਹਾਨੂੰ ਦੂਸਰੇ ਰਸਤੇ ਅਪਣਾਓ ਫਿਰ। ਹਾਂਜੀ। Thank you. That's it, right? We're going to end now. No more question, Hanji. So we're going to end the class here. Thank you for listening to me, and we will see everybody next week though, and on Sunday. And unless you hear from me, otherwise there will be no classes on Wednesdays unless I put it on the chat group that there will be a class. And if there is a class, I will give at least a 2-day notice, Hanji. Otherwise, if I don't put it, there will be no classes on Wednesday from now. Okay.